ठीक है, न्यूटन्स लॉ ऑफ ग्रेविटेशन तुसीं पढ़िया है सारिਆਂ ने बहुत चंगी तरह। ਉਹਦੇ ਵਿੱਚ ਕੀ ਸੀਗਾ, ਉਹਦੇ ਵਿੱਚ ਤੁਸੀਂ ਦੇਖਦੇ ਸੀ ਕਿ ਮੰਨ ਲਓ ਕੋਈ ਦੋ ਮਾਸਿਸ ਨੇ ਆਪਣੇ ਕੋਲ, ਇੱਕ m1 ਹੈ ਇੱਕ m2 ਹੈ, ਠੀਕ ਹੈ, ਆਪਾਂ ਪੁਆਇੰਟ ਦੀ ਤਰ੍ਹਾਂ ਨਹੀਂ ਇਸ ਤਰ੍ਹਾਂ ਸ਼ੋ ਕਰਦੇ ਨੇ, ਮੰਨ ਲਓ m1 ਤੇ m2 ਹੈ ਤੇ ਉਹਨਾਂ ਦੇ ਸੈਂਟਰਸ ਦੇ ਵਿੱਚ ਮੰਨ ਲਓ ਡਿਸਟੈਂਸ ਹੈਗਾ r, ਦੈਨ ਤੁਸੀਂ ਕੀਤਾ ਸੀ ਕਿ ਇਹ ਦੋਨੋਂ ਮਾਸਿਸ ਇੱਕ ਦੂਸਰੇ ਨੂੰ ਅਟਰੈਕਟ ਕਰਦੇ ਨੇ ਕਿ ਰਿਪੈਲ ਕਰਦੇ ਨੇ? अट्रैक्ट करते हैं ना, तो आ अट्रैक्शन का फोर्स जो दोनों के इक्वल एंड ओपोजिट लगता है, ऑब्वियसली फोर्स F कह दी आप इन मैग्नीट्यूड, तो जो फोर्स F होंदा है किहदे बराबर हुंदा सीगा, ये फोर्स आप कहते सी डायरैक्टली प्रोपोर्शनल होएगा द प्रोडक्ट ऑफ द मैग्नीट्यूड ऑफ टू मासेस, ते इनवर्सली प्रोपोर्शनल होएगा स्क्वायर ऑफ द डिस्टेंस बिटवीन देम, ते फिर आप इहनू कलैक्टिवली लिखदे सी F इज इक्वल टू G, है ना, इक्वल टू पा देंगे सी, तो जी प्रोपोर्शनैलिटी कांस्टेंट पा देंगे सी ओवर आर स्क्वायर। ये याद है सारे नु कि नहीं? यस सर। ਇਹਦੇ ਜਿਹੜਾ ਜੀ ਹੁੰਦਾ ਸੀਗਾ, ਜੀ ਸੀਗਾ यूनिवर्सल कांस्टेंट ऑफ ग्रेविटेशन, यूनिवर्सल कांस्टेंट ऑफ ग्रेविटेशन, ਤੇ ਜੀ ਦੀ ਵੈਲਿਊ ਕਿੰਨੀ ਹੁੰਦੀ ਸੀ, ਯਾਦ ਹੈ ਕਿਸੇ ਨੂੰ? 6.67 into 10 raised to power 6.67 into 10 raised to power -11, है ना, ਤੇ ਇਹਦੀ यूनिट्स पता करनी है, तो इधर आर स्क्वायर ऊपर जाएगा, न्यूटन इंटू मीटर स्क्वायर, किलोग्राम किलोग्राम नीचे आ जाएगा, तो आ जाएगा न्यूटन मीटर स्क्वायर पर किलोग्राम स्क्वायर। आई करते सी ना ਆਪਾਂ। ਇਹਦੇ ਵਿੱਚ ਕੁਝ ਖਾਸ ਗੱਲਾਂ ਹੁੰਦੀਆਂ ਸੀ, ਚਲੋ ਆਪਾਂ ਅਸੀਂ ਦੇਖਦੇ, ਪਹਿਲੀ ਗੱਲ ਤਾਂ ਇਹ ਹਮੇਸ਼ਾ ਅਟਰੈਕਟਿਵ ਹੁੰਦਾ ਹੈ ਇਸ ਤਰ੍ਹਾਂ ਦਾ, ਤੇ ਆ ਜਿਹੜਾ ਜੀ ਹੈ ਇਹ ਇੰਡੀਪੈਂਡੈਂਟ ਆਫ ਦਾ ਮੀਡੀਅਮ ਹੁੰਦਾ ਹੈ, ਇਹਦੇ ਵਿੱਚ ਭਾਵੇਂ ਮੀਡੀਅਮ ਕੋਈ ਹੋਵੇ ਜਾਂ ਕੋਈ ਵੀ ਮੀਡੀਅਮ ਹੋਵੇ, ਚਾਹੇ ਦੋ ਸਟਾਰਸ ਦੀ ਗੱਲ ਕਰ ਰਹੇ ਹੋ, ਚਾਹੇ ਇੱਕ ਪੈਨ ਤੇ ਕਾਪੀ ਦੀ ਗੱਲ ਕਰ ਰਹੇ ਹੋ, ਇੱਕ ਕਿਸੇ ਵੀ ਆਪਣੇ ਆਸ-ਪਾਸ ਦੇ ਕੋਈ ਦੋ ਆਬਜੈਕਟਸ ਦੀ ਗੱਲ ਕਰ ਰਹੇ ਹੋ, ਤਾਂ ਵੀ ਇਹ ਜੀ ਦੀ ਵੈਲਿਊ ਸੇਮ ਰਹਿੰਦੀ ਹੈ, ਕੋਈ ਫਰਕ ਨਹੀਂ ਪੈਂਦਾ ਇਸ ਜੀ ਦੀ, ਇਸ ਲਈ ਇਹਨੂੰ ਯੂਨੀਵਰਸਲ ਕਾਂਸਟੈਂਟ ਬੋਲਦੇ ਆ। ਆ ਤੁਸੀਂ ਪੜਿਆ ਆ। ਆਪਾਂ ਅੱਜ ਪੜਨ ਜਾ ਰਹੇ ਹਾਂ ਕੂਲਮਸ ਲਾ। ਕੂਲਮਸ ਲਾ ਅਸਲ ਵਿੱਚ ਗੱਲ ਕਰਦਾ ਆ ਕਿ ਦੋ ਚਾਰजेस ਦੇ ਵਿੱਚ ਜਿਹੜਾ ਫੋਰਸ ਲੱਗਦਾ ਹੈ। ਹੁਣ ਚਾਰਜ ਦੇ ਬਾਰੇ, ਇਲੈਕਟ੍ਰਿਕ ਚਾਰਜ ਦੇ ਬਾਰੇ ਆਪਾਂ ਪਿਛਲੇ ਲੈਕਚਰ 'ਚ ਚੰਗੀ ਤਰ੍ਹਾਂ ਗੱਲ ਕਰ ਚੁੱਕੇ ਹਾਂ, ਤੇ ਆਪਾਂ ਨੂੰ ਪਤਾ ਚਾਰਜ ਯੂਨਿਟਸ, ਐਸਆਈ ਯੂਨਿਟ ਕੀ ਹੁੰਦੀ ਹੈ ਜੀ, ਕੂਲਮ, ਕੂਲਮ ਜਾਂ ਕੈਪੀਟਲ ਸੀ ਲਿਖਦੇ ਆ ਆਪਾਂ, ਤੇ ਸੀਜੀਐਸ ਸਿਸਟਮ 'ਚ ਇਹਦੀ ਯੂਨਿਟ ਕੀ ਹੁੰਦੀ ਹੈ, ਸਟੈਟ ਕੂਲਮ, ਹੈ ਨਾ, ਸਟੈਟ ਕੂਲਮ। ਤੇ ਆਪਾਂ ਇਹ ਲਿਖਿਆ ਦੇਖਿਆ ਸੀਗਾ ਕਿ ਇੱਕ ਕੂਲਮ 'ਚ ਕਿੰਨੇ ਸਟੈਟ ਕੂਲਮ ਹੁੰਦੇ ਆ, 3 ਬੋਲੋ। ਪਨਮ ਨੇ ਦੱਸਿਆ ਸੀ ਉਦੋਂ, 3 into 10 raised to power 9। हाँ, 3 into 10 raised to power 9 ਇਲੈਕਟ੍ਰੋਸਟੈਟਿਕ ਯੂਨਿਟ ਵੀ ਬੋਲਦੇ ਨੇ ਇਹਨੂੰ ਆਪਾਂ, ਸਟੈਟ ਕੂਲਮ ਵੀ ਬੋਲਦੇ ਨੇ, ਇੱਕੋ ਗੱਲ ਆ। ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਅਗਰ ਦੋ ਚਾਰजेस ਨੇ, ਉਹਨਾਂ 'ਚ ਫੋਰਸ ਲੱਗਦਾ ਆ, ਸਾਨੂੰ ਪਤਾ ਹੈ, ਆਪਾਂ ਇਹ ਗੱਲ ਚਾਰਜ ਦੀ ਪ੍ਰੋਪਰਟੀਜ਼ ਵੇਲੇ ਵੀ ਡਿਸਕਸ ਕੀਤੀ ਸੀ, ਪਰ ਇੱਕ ਗੱਲ ਬੜੀ ਇੰਪੋਰਟੈਂਟ ਹੈ, ਦੇਖੋ ਕਿ ਅਗਰ ਮੰਨ ਲਓ ਇੱਕ ਜਗ੍ਹਾ ਤੇ ਆ ਪੋਜ਼ਿਟਿਵ ਚਾਰਜ ਹੈ, ਕੋਈ ਵੀ ਇੱਧਰ ਵੀ ਪੋਜ਼ਿਟਿਵ ਚਾਰਜ ਹੈ, ਤਾਂ ਜਿਹੜਾ ਫੋਰਸ ਲੱਗਦਾ ਆ ਉਹ ਅਟਰੈਕਟਿਵ ਨਹੀਂ ਹੁੰਦਾ, ਉਹ ਰਿਪਲਸਿਵ ਹੁੰਦਾ ਆ, ਹੈ ਨਾ। ਜੇ ਕੋਈ इधर पॉजिटिव चार्ज है, इधर नेगेटिव चार्ज है, देन जे इधर नेगेटिव चार्ज है, इधर भी नेगेटिव चार्ज है, देन या इधर नेगेटिव चार्ज है तो इधर पॉजिटिव चार्ज है, देन। सो आप इस चीज को आराम नाल देख सकते हैं कि पॉजिटिव ते पॉजिटिव विच की होएगा, फोर्स रिपल्सिव होएगा, पॉजिटिव ते नेगेटिव च फोर्स अट्रैक्टिव होएगा। फोर्स की डायरेक्शन शो कर रहा है बस मैं, नेगेटिव ते नेगेटिव च फिर रिपल्सिव होएगा, ਤੇ ਨੈਗੇਟਿਵ ਤੇ ਪੋਜ਼ਿਟਿਵ ਫਿਰ ਅਟਰੈਕਟਿਵ ਹੋਏਗਾ। ਸੋ ਤੁਸੀਂ ਸਿਰਫ ਇਹਦੇ ਨਾਲ ਆਰਾਮ ਨਾਲ, ਬਿਨਾਂ ਕਿਸੇ ਬਹੁਤ ਔਖੀ ਕਿਸੇ ਪ੍ਰੋਸੀਜਰ ਚੋਂ ਨਿਕਲੇ, ਤੁਸੀਂ ਆਰਾਮ ਨਾਲ ਦੇਖ ਸਕਦੇ ਹੋ ਕਿ ਜਿਹੜਾ ਫੋਰਸ ਲੱਗਦਾ ਹੈ ਉਹ ਹਮੇਸ਼ਾ, ਅੱਛਾ ਦੇਖੋ ਇਹ ਫੋਰਸ ਜਿਹੜਾ ਲੱਗਦਾ ਹੈ ਹਮੇਸ਼ਾ ਅਲੋਂਗ ਦਾ ਲਾਈਨ ਜੁਆਇਨਿੰਗ ਟੂ ਚਾਰजेस ਹੀ ਲੱਗਦਾ ਹੈ, ਅਲੋਂਗ, ਐ ਨਹੀਂ ਕਿ ਫੋਰਸ ਇੱਧਰ ਨੂੰ ਲੱਗ ਜਾਵੇ, ਇੱਧਰ ਨੂੰ ਲੱਗ ਜਾਵੇ, ਇੱਧਰ ਨੂੰ ਲੱਗ ਸਕਦਾ, ਜਾਂ ਇੱਧਰ ਨੂੰ ਲੱਗ ਜਾਵੇ, ਨਹੀਂ, ਫੋਰਸ ਲੱਗੇਗਾ ਦੋ ਚਾਰजेस ਵਿੱਚ ਜਿਹੜਾ ਫੋਰਸ ਲੱਗੇਗਾ ਉਹ ਉਹਨਾਂ ਦੋਨਾਂ ਨੂੰ ਜੋੜਨ ਵਾਲੀ ਲਾਈਨ ਦੇ ਅਲੋਂਗ ਹੀ ਲੱਗੇਗਾ, चाहे रिपल्सिव हो चाहे अट्रैक्टिव हो। हुण आ चार केसेस जिहड़े पॉसिबल ने आपां ये देख ले। कूलम्स ला की दसदा है, कूलम्स ला इन जनरल जे आपां जे सिर्फ ओदे डायरेक्शन नूं तां आपां अंदाजे नाल ऐ ही देख लिया करांगे भी पॉजिटिव अट्रैक्टिव है कि रिपल्सिव है। जे मैग्नीट्यूड की गल करिए तां सानू फोर्स कितना लगेगा दो चार्जेस विच, एक कूलम्स ला तो पता लगदा है, जिवें दो मासेस दे विच कितना ग्रेविटेशनल फोर्स लगेगा, ये सानू न्यूटन्स ला ऑफ ग्रेविटेशन तो पता लगदा सी। तो कुछ चीज़ां सिमिलैरिटी भी है तो कुछ चेंजेस भी ने, वो दिखाना किवें। हुण आपां कूलम्स ला नूं लगा के देखते हैं कि किवें।
देखो हुण आपां इह 'च कूलम्स ला जो लगाने कूलम्स ला जिहड़ा हमेशा पॉइंट चार्जिस ਲਈ एप्लीकेबल ਹੁੰਦਾ ਹੈ। ਪਹਿਲੀ ਗੱਲ ਤਾਂ ਇਹ ਕਿ इट इज एप्लीकेबल टू पॉइंट चार्जेस ओनली, यानी पॉइंट साइज का ही चार्ज होना चाहिए एंड स्टेशनरी चार्ज होना चाहिए। ठीक है, स्टेशनरी मतलब एक जगह ते खड़िया हुआ चार्ज हो, रेस्ट में हो चार्ज, चार्ज पॉइंट चार्ज होना चाहिए। ये बहुत इंपॉर्टेंट गल है। सो इसका मतलब आ पॉइंट साइज का मान लो एक चार्ज ले रहे हैं, इस चार्ज को Q1 कह देने। मैनू नहीं पता है पॉजिटिव है कि नेगेटिव है, फिलहाल मैं जस्ट कह रहा Q1 चार्ज है, Q2 चार्ज है, कुछ भी हो सकता है। ਤੇ ਜਦੋਂ ਮੈਂ ਨਾਲ ਮੈਂਸ਼ਨ ਨਹੀਂ ਕਰ ਰਿਹਾ ਕੁਝ ਤਾਂ ਤੁਸੀਂ ਉਹਨੂੰ ਪੋਜ਼ਿਟਿਵ ਮੰਨ ਕੇ ਚੱਲ ਸਕਦੇ ਹੋ ਫਿਲਹਾਲ। ਜੇ ਜਿਵੇਂ ਆਪਾਂ ਹੁਣ 4 ਹੈ, 4 ਦੇ ਨਾਲ ਪੋਜ਼ਿਟਿਵ ਸਾਈਨ ਨਹੀਂ ਪਾਉਂਦੇ ਨਾ, ਪਰ ਜੇ -4 ਹੋਵੇ ਤਾਂ ਫਿਰ ਆਪਾਂ ਪਾਉਂਦੇ ਆ, ਤਾਂ ਇਹਦੇ ਮਤਲਬ ਪੋਜ਼ਿਟਿਵ ਹੀ ਹੁੰਦਾ ਹੈ। ਸੋ ਜਦੋਂ ਚਾਰਜ ਕਈ ਜਗ੍ਹਾ ਤੇ ਅੱਗੇ ਇਦਾਂ ਹੋਇਆ ਕਰੂਗਾ, ਆਪਾਂ ਗੱਲ ਨੂੰ ਸਿਰਫ ਸਮਝਾਉਣ ਲਈ ਜਾਂ ਗੱਲ ਕਰਨ ਲਈ ਆਪਾਂ ਇਹ ਕਹਿ ਦਿੰਦੇ ਹੁੰਦੇ ਆ ਕਿ ਵੀ ਆਪਾਂ ਪੋਜ਼ਿਟਿਵ ਚਾਰਜ ਲੈ ਕੇ ਚੱਲ ਰਹੇ, ਮੰਨ ਲਓ 2 ਪੋਜ਼ਿਟਿਵ ਚਾਰਜ ਲੈ ਲਈ ਤੇ ਇਹਨਾਂ ਦੋਨਾਂ ਵਿੱਚ ਫੋਰਸ ਹੋਏਗਾ, ਤੇ ਫੋਰਸ ਤੁਹਾਨੂੰ ਪਤਾ ਕਿਵੇਂ ਹੋਏਗਾ, ਰਿਪਲਸਿਵ ਹੋਏਗਾ। ਇੱਥੇ ਆਪਾਂ ਮੈਂ ਰਿਪਲਸਿਵ ਸ਼ੋ ਕਰ ਦਿੰਦੇ ਆ, ਤਾਂ ਦੋਨੋਂ ਪਾਸੇ ਫੋਰਸ ਬਰਾਬਰ ਹੀ ਹੋਏਗਾ, ਇਕੁਅਲ ਐਂਡ ਆਪੋਜ਼ਿਟ। हालांकि आप ये गल भी प्रूव भी करांगे, देखांगे उस ते। अच्छा इन्हां विच की है, देखो डिस्टेंस कितना इन्हां च मान लो r डिस्टेंस, तो इन्हां दोनों जिहड़ा फोर्स लगदा है ये f फोर्स दा मैग्नीट्यूड, देखो मैं f दोनों पासे पाया, मैं वेक्टर साइन नहीं पाया क्योंकि ए वाला फोर्स इधर नूं है, ये उहदे उल्टी दिशा च है, उधर नूं है। रिपल्शन हुंदी है तो दोनों एक दूजे नूं ओपोजिट डायरेक्शन च इधर नूं फोर्स लगा रहे ने, ते चाहे अट्रैक्शन होवे तां भी यही हुंदा है। ठीक है, दोनों फोर्सेस दे जिहड़े एरोज ने ओपोजिट ने, देखो। सो फोर्स दे सिर्फ मैग्नीट्यूड की गल कर रहा है मैं, फोर्स दा मैग्नीट्यूड किदे बराबर होएगा, तो दिस फोर्स the magnitude of this force is directly proportional to the product of magnitude of the charges। जिवें उत्थे मासेस हुंदे सी, हुण कूलम च होएगा, भी कूलम च होएगा, ते आपां उन्हां नूं मल्टीप्लाई कर देना उन्हां दे मैग्नीट्यूड नूं कल्ले नूं। ठीक है, सो पॉजिटिव ने कि नेगेटिव ने, ये गल बात दी है, उहदे नाल तां सानूं डायरेक्शन पता लग जांदी है। ਹੁਣ ਮਤਲਬ 2 ਕੂਲਮ ਹੈ ਪੋਜ਼ਿਟਿਵ ਤੇ 2 ਕੂਲਮ ਨੈਗੇਟਿਵ, ਤਾਂ ਮੈਗਨੀਟਿਊਡ ਦੇ ਵਾਈਜ਼ ਆਪਾਂ 2 ਕੂਲਮ ਹੀ ਲਵਾਂਗੇ ਉਹਨੂੰ। ਸੋ ਫੋਰਸ ਦਾ ਮੈਗਨੀਟਿਊਡ ਉਨਾ ਹੀ ਜ਼ਿਆਦਾ ਹੋਏਗਾ ਜਿੰਨਾ ਇਹਨਾਂ ਦਾ ਪ੍ਰੋਡਕਟ ਦਾ ਜਿਹੜਾ ਮੈਗਨੀਟਿਊਡ ਦਾ ਪ੍ਰੋਡਕਟ ਜ਼ਿਆਦਾ ਹੋਏਗਾ, ਐਂਡ ਇਨਵਰਸਲੀ ਪ੍ਰੋਪੋਰਸ਼ਨਲ ਟੂ ਹੋਏਗਾ ਇਹਨਾਂ ਦੇ ਸਕੁਅਰ ਆਫ ਡਿਸਟੈਂਸ। ਬਿਲਕੁਲ ਇਨਵਰਸ ਸਕੁਅਰ ਲਾ ਬੋਲਦੇ ਆਪਾਂ ਇਹਨੂੰ, ਇਨਵਰਸ ਸਕੁਅਰ ਲਾ ਜਿਹੜਾ ਉੱਥੇ ਵੀ ਵੈਲਿਡ ਹੁੰਦਾ ਹੈ ਗ੍ਰੈਵਿਟੇਸ਼ਨਲ ਫੋਰਸ ਵਿੱਚ ਵੀ, ਇੱਥੇ ਵੀ ਲੱਗੂ, ਇਨਵਰਸ ਸਕੁਅਰ ਲਾ ਬੋਲਦੇ ਆਪਾਂ। ਤਾਂ ਦੋਨਾਂ ਨੂੰ ਜੇ ਇਕੱਠਾ ਕਰ ਲਈਏ ਤਾਂ ਫੋਰਸ ਜਿਹੜਾ ਹੋਏਗਾ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਆ ਜਾਂਦਾ ਹੈ Q1 Q2 by r square। ये इंपॉर्टेंट गल है। हुण गल आंदी है कि इह प्रोपोर्शनैलिटी कांस्टेंट भी इंट्रोड्यूस करना है आपां, तां प्रोपोर्शनैलिटी कांस्टेंट नूं आपां लिख दिंदे आ f is equal to k Q1 Q2 by r square, where k is called या k is constant of proportionality, small k है, याद रखना, is constant of proportionality। सो कुछ गल्लां एवें कंफ्यूज ना होया करो, जिवें क्या स्मॉल के मैं इंट्रोड्यूस किया कांस्टेंट ऑफ प्रोपोर्शनैलिटी कहता, इनू आपां थर्मोडायनेमिक्स विच बोल्ट्जमैन कांस्टेंट कहने आ, इनू कई बार आपां स्प्रिंग कांस्टेंट विच यूज कर दिंदे आ ना, इसलिए इस गल्लां दा थोड़ा जिहा ध्यान रखिया करो। जस्ट के है कांस्टेंट ऑफ प्रोपोर्शनैलिटी कित्थे वरतिया जा रहा, तुहानूं अपने आप नूं पता होना चाहिए बोल्ट्जमैन कांस्टेंट या वो नहीं हो सकता, कई बार इदां दा सवाल भी आ जांदा बच्चों दे दिमाग। सो इदां दी गल नूं थोड़ी ना लैके चलिया करो। सो ये अपना आ गया के। हुण इत्थे फर्क है एक बस कि दिस के द वैल्यू ऑफ के डिपेंड्स ऑन व्हाट, कि के दी कोई फिक्स वैल्यू है नहीं, के दी कोई फिक्स वैल्यू किसी एक मीडियम ਲਈ ਜ਼ਰੂਰ ਹੈ कि ਇਹਨਾਂ ਦੇ ਵਿਚਕਾਰ ਕਿਹੜਾ ਮੀਡੀਅਮ ਹੋਏਗਾ, ਇਸ ਤੇ ਡਿਪੈਂਡ ਕਰਦਾ। ਪਰ ਕੇ ਦੀ ਅਦਰਵਾਈਜ਼ ਤੁਸੀਂ ਜੇ ਕਹੋ ਕਿ ਆਹੀ ਵੈਲਿਊ ਹਮੇਸ਼ਾ ਹਰ ਕੇਸ 'ਚ ਲੱਗ ਜਾਵੇ ਤਾਂ ਉਹ ਨਹੀਂ ਹੁੰਦਾ, ਕਿਉਂਕਿ ਇਹ ਦੋਨੋਂ ਚਾਰजेस ਵਿੱਚ ਇੱਥੇ ਮੀਡੀਅਮ ਕਿਹੜਾ ਹੈ ਇਹ ਬੜੀ ਇੰਪੋਰਟੈਂਟ ਗੱਲ ਹੈ। ਆ ਇਹਨਾਂ ਦੇ ਵਿੱਚ ਜਿਹੜਾ ਸਪੇਸ ਹੈ ਉਹ 'ਚ ਕਿਹੜਾ ਮੀਡੀਅਮ ਹੈ। ਸੋ ਦ ਵੈਲਿਊ ਆਫ ਕੇ depends on, value of k depends on number 1, एक था medium between two charges, 2 point charges ਦੀ ਦੋਨੋਂ point charges ਦੇ ਵਿੱਚ medium ਕਿਹੜਾ ਹੈ, ਵੀ ਹਵਾ ਹੈਗੀ ਆ ਵਿੱਚ ਉਹਨਾਂ ਦੇ ਜਾਂ ਫਿਰ ਕੋਈ ਹੋਰ ਚੀਜ਼ ਭਰੀ ਹੋਈ ਆ ਵਿੱਚ, ਜਿਹੜਾ ਵੀ ਉਹਨਾਂ ਵਿਚਕਾਰ ਡਿਸਟੈਂਸ ਹੈ r, ਉਸ ਦੇ ਵਿੱਚ ਕਿਹੜਾ ਮੀਡੀਅਮ ਹੈ ਇਸ ਤੇ ਡਿਪੈਂਡ ਕਰਦਾ ਹੈ। ਐਂਡ ਦੂਸਰਾ ਇਹ ਡਿਪੈਂਡ ਕਰਦਾ ਸਿਸਟਮ ਆਫ ਯੂਨਿਟਸ ਦੇ ਉੱਪਰ कि तुसी यूनिट्स का केड़ा सिस्टम चूज कर रहे हो। तो सिस्टम ऑफ यूनिट्स ते देखो कई जगह ते चेंजेस आते हैं, डिपेंड करते हैं, कई कांस्टेंट्स ने जेडे सिस्टम ऑफ यूनिट्स ते डिपेंड करते हैं। हुण c दी वैल्यू ही है, c दी वैल्यू जे तुसी किलोमीटर च लैनी है 3 × 10⁵ किलोमीटर पर सेकंड है,
ਤੇ ਜੇ ਉਹ ਚ ਲੈਣੀ 3 × 10⁸ ਮੀਟਰ ਪਰ ਸੈਕਿੰਡ ਹੈ। ਠੀਕ ਹੈ, ਸੋ ਇਹ ਤਾਂ ਚਲੋ ਅੰਡਰਸਟੂਡ ਹੀ ਹੈ ਕਿ ਆਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈ ਸਿਸਟਮ ਆਫ ਯੂਨਿਟਸ ਤੇ ਡਿਪੈਂਡ ਕਰਨਾ, ਪਰ ਮੀਡੀਅਮ ਤੇ ਡਿਪੈਂਡ ਕਰਨਾ ਇੱਕ ਵੱਡੀ ਗੱਲ ਹੈ। ਕਿਉਂਕਿ ਜਦੋਂ ਤੁਸੀਂ ਗ੍ਰੈਵਿਟੇਸ਼ਨਲ ਫੋਰਸ ਦੀ ਗੱਲ ਕਰਦੇ ਹੋ ਨਾ, ਮੰਨ ਲਓ ਕਿ ਆ ਜਹਾਜ਼ ਮੰਨ ਲਓ ਉੱਪਰ ਉੱਡ ਰਿਹਾ, ਇੱਥੇ ਐਰੋਪਲੇਨ ਹੈ ਕੋਈ, ਤੇ ਇੱਥੇ ਪਾਣੀ ਹੈ, ਤੇ ਪਾਣੀ ਦੇ ਵਿੱਚ ਆਪਾਂ ਸਮੁੰਦਰ ਵਿੱਚ ਕਿਤੇ ਇੱਥੇ ਇੱਕ ਵੇਲ ਮੱਛੀ ਹੈ ਮੰਨ ਲਓ, ਤੇ ਮੈਨੂੰ ਕੋਈ ਕਹਿ ਰਿਹਾ ਇਸ ਮੱਛੀ ਵਿੱਚ ਤੇ ਇਸ ਜਹਾਜ਼ ਵਿੱਚ ਪਤਾ ਕਰਨਾ ਹੈ ਫੋਰਸ, ਤੇ ਮੈਂ ਜੇ ਇਹਨਾਂ ਵਿੱਚ ਫੋਰਸ ਆਫ ਗ੍ਰੈਵਿਟੇਸ਼ਨ ਜੇ ਮੈਂ ਲਗਾਉਣਾ ਚਾਹਾਂ ਤਾਂ ਜਿਹੜਾ ਜੀ ਦੀ ਵੈਲਿਊ ਹੈ ਉਹ ਉਹੀ ਰਹੇਗੀ ਜਿਹੜੀ ਹੈ 6.67 × 10⁻11। ਹਾਲਾਂਕਿ ਇਹਨਾਂ ਦੋਨਾਂ ਵਿੱਚ ਕੀ ਹੈ, ਦੇਖੋ ਇੱਥੇ ਤੱਕ ਪਾਣੀ ਹੈ ਪਹਿਲਾਂ ਵਿੱਚ ਤੇ ਫਿਰ ਹਵਾ ਆ, ਹਨਾ, ਹਵਾ ਤੇ ਪਾਣੀ ਦੋਨੋਂ ਨੇ ਮੀਡੀਅਮ ਇਨ ਬਿਟਵੀਨ, ਪਰ ਆਪਣੇ ਲਈ ਜੀ ਦੀ ਵੈਲਿਊ ਉਹੀ ਰਹੇਗੀ। ਸੋ ਉੱਥੇ ਆਪਣੇ ਕੋਲ ਮੀਡੀਅਮ ਕਿਹੜਾ ਹੈ ਇਸ ਗੱਲ ਤੇ ਡਿਪੈਂਡ ਨਹੀਂ ਕਰਦਾ ਕੁਝ ਵੀ, ਪਰ ਜਦੋਂ ਆਪਾਂ ਇੱਥੇ ਗੱਲ ਕਰਦੇ ਹਾਂ ਨਾ, ਇਸ ਜਗ੍ਹਾ ਤੇ ਡਿਪੈਂਡ ਕਰਦਾ ਹੈ ਮੀਡੀਅਮ, ਕਿ ਇਹ ਮੀਡੀਅਮ ਤੇ ਡਿਪੈਂਡ ਕਰਦਾ ਕੇ ਦੀ ਵੈਲਿਊ। ਕਿਵੇਂ ਦੇਖਦੇ ਹਾਂ ਹੁਣ, ਜੇ ਸੀਜੀਐਸ ਸਿਸਟਮ ਹੈ, ਸੀਜੀਐਸ ਸਿਸਟਮ ਦੇ ਵਿੱਚ ਵੈਸੇ ਆਪਾਂ ਕੰਮ ਬਹੁਤ ਘੱਟ ਕਰਦੇ ਹਾਂ, ਪਰ ਸੀਜੀਐਸ ਸਿਸਟਮ 'ਚ ਕੇ ਦੀ ਵੈਲਿਊ ਹਮੇਸ਼ਾ 1 ਹੁੰਦੀ ਹੈ, ਯਾਨੀ ਜਿਹੜਾ ਫੋਰਸ ਆਏਗਾ ਉਹ ਫਿਰ ਆਪਾਂ ਸੀਜੀਐਸ ਸਿਸਟਮ ਸਿੱਧੇ ਲਿਖ ਦਿੰਦੇ Q1 Q2/r²। ਠੀਕ ਹੈ, ਪਰ ਇਹ ਆਪਾਂ ਨੂੰ ਬਹੁਤ ਘੱਟ ਯੂਜ਼ ਕਰਦੇ ਹਾਂ ਆਪਾਂ ਇਹਨੂੰ ਬਲਕਿ ਇੱਥੇ ਨਾ ਵੀ ਇਹਦਾ ਹਲੇ ਜ਼ਿਕਰ ਕਰੀਏ ਤਾਂ ਵੀ ਸਰਦਾ ਹੈ, ਇਹਨੂੰ ਛੱਡੋ। ਆਪਾਂ ਗੱਲ ਕਰਦੇ ਹਾਂ ਐਸਆਈ ਸਿਸਟਮ, ਜਿਸ 'ਚ ਆਪਾਂ ਯਾਦ ਰੱਖਾਂਗੇ ਐਸਆਈ ਸਿਸਟਮ 'ਚ। ਐਸਆਈ ਸਿਸਟਮ 'ਚ ਜਦੋਂ ਆਪਣਾ ਮੀਡੀਅਮ ਜਿਹੜਾ ਆ ਉਹ 에ਅਰ ਲੈ ਕੇ ਚੱਲੀਏ ਆਪਾਂ, ਦੈਨ ਕੇ ਦੀ ਵੈਲਿਊ ਕਿਹਦੇ ਬਰਾਬਰ ਹੁੰਦੀ ਹੈ, ਧਿਆਨ ਰੱਖਣਾ 1/4πε0। ਹੁਣ ਇਹ ਥੋੜਾ ਜਿਹਾ ਅਜੀਬ ਲੱਗਦਾ ਹੈ ਬੱਚਿਆਂ ਨੂੰ, ਆ ਕਨਸਟੈਂਟ ਚ ਕਨਸਟੈਂਟ ਅਜੀਬ ਤਰ੍ਹਾਂ ਦੇ ਆ ਗਏ 1/4πε0। ਠੀਕ ਹੈ, ਇਹਨੂੰ ਤੁਸੀਂ ਫਿਲਹਾਲ ਤਾਂ ਐਸਐਚ ਯੂਜ਼ ਕਰੋਗੇ, ਇਹਦੀ ਕੋਈ ਉਹਦੇ ਚ ਨਹੀਂ ਜਾਣਾ ਵੀ ਆ ਕਿਵੇਂ ਆਇਆ, ਇਹਨੂੰ ਐਕਸਪੈਰੀਮੈਂਟਲੀ ਕੈਲਕੂਲੇਟ ਕੀਤਾ ਜਾ ਸਕਦਾ ਕੇ ਨੂੰ, ਤੇ ਮੀਡੀਅਮ ਦੇ ਨਾਲ ਉਹਨੂੰ ਰਿਲੇਟ ਕਰਕੇ ਫਿਰ ਆਪਾਂ ਦੇਖ ਸਕਦੇ ਹਾਂ ਕਿ ਹਰ ਮੀਡੀਅਮ ਦੇ ਵਿੱਚ ਕਿਵੇਂ ਕਿੰਨਾ ਫੋਰਸ ਆਇਆ। ਉਹਦੇ ਲਈ ਕੇ ਦੀ ਵੈਲਿਊਜ਼ ਹਰ ਮੀਡੀਅਮ ਲਈ ਅਲੱਗ-ਅਲੱਗ ਆਉਣਗੀਆਂ। ਇੱਥੇ ਜਿਹੜਾ ਐਪਸਿਲਨ ਨੋਟ ਹੈ ਕਿਹਨੂੰ ਰਿਪਰੈਜ਼ੈਂਟ ਕਰਦਾ ਹੈ, ਦੇਖੋ ਐਪਸਿਲਨ ਨੋਟ ਕੀ ਹੈ, ਦੇਖੋ 4π ਦਾ ਤੁਹਾਨੂੰ ਪਤਾ ਹੀ ਹੈ। Epsilon naught is called absolute permittivity of air या फ्री स्पेस भी कह सकते हैं ਆਪਾਂ, यानी वैक्यूम भी कह सकते हैं, वैक्यूम कह सकते हैं। सो एयर या वैक्यूम ਦੇ ਕੇਸ 'ਚ ਆਪਾਂ ਇਹਦੀ ਵੈਲਿਊ ਲਗਭਗ ਸੇਮ ਹੀ ਲੈਣੇ ਆ, ਇਹਨੂੰ ਐਪਸਿਲਨ ਨੋਟ ਨਾਲ ਹੀ ਰਿਪਰੈਜ਼ੈਂਟ ਕਰਦੇ ਆ। ਐਬਸੋਲੂਟ ਪਰਮਿਟਿਵਿਟੀ ਹੈ ਇਹ ਆਫ 에ਅਰ ਔਰ ਫ੍ਰੀ ਸਪੇਸ। ਤੇ ਜੇ ਕੇ ਦੀ ਆਹ ਵਾਲੀ ਵੈਲਿਊ ਆਪਾਂ ਯੂਜ਼ ਕਰਾਂਗੇ ਫਾਰਮੂਲੇ ਦੇ ਵਿੱਚ ਆਪਣੇ, ਤਾਂ ਜਿਹੜਾ ਫੋਰਸ ਦਾ ਫਾਰਮੂਲਾ ਬਣੇਗਾ ਤੁਹਾਡਾ ਆਹ ਵਾਲਾ, ਇੱਥੇ ਕੇ ਦੀ ਵੈਲਿਊ ਪੁੱਟ ਕਰਾਂਗੇ ਆਪਾਂ, ਤਾਂ ਕੀ ਬਣੇਗਾ ਜਿਹੜਾ ਜ਼ਿਆਦਾਤਰ ਯੂਜ਼ ਕਰਦੇ ਆ ਆਪਾਂ, then the force between two point charges will be 1/4πε0। एप्सिलॉन बोलते हैं, याद रखना EPSILON एप्सिलॉन। ठीक है, इस तरह बनाने आप Q1 Q2 डिवाइडेड बाय r²। आही आया आप कितना ना ਹੁਣ तक। सो आ अपना फोर्स आया बिटवीन टू चार्जेस। ठीक है, ਤੇ ਇਹ ਉਦੋਂ ਆਇਆ ਜਦੋਂ ਇਹ ਕਿਹੜਾ ਸਪੇਸ ਹੈ, ਇਹਨਾਂ ਵਿੱਚ ਕਿਹੜਾ ਆਪਾਂ ਵਿਚਕਾਰ ਮੀਡੀਅਮ ਰੱਖਿਆ, 에ਅਰ ਰੱਖਿਆ ਫਿਲਹਾਲ ਆਪਾਂ, ਕਿਉਂਕਿ ਆਪਾਂ ਸਿਰਫ 에ਅਰ ਦੀ ਗੱਲ ਕਰ ਰਹੇ ਹਾਂ ਇੱਥੇ, 에ਅਰ ਜਾਂ ਵੈਕਿਊਮ। ਇਸ ਲਈ ਆਪਾਂ ਇੱਥੇ ਜਿਹੜੀ ਪਰਮਿਟਿਵਿਟੀ ਯੂਜ਼ ਕੀਤੀ ਹੈ ਉਹ ਆਹੀ ਯੂਜ਼ ਕੀਤੀ ਹੈ, ਦੇਖੋ हाँ आ रही है एब्सोल्यूट परमिटिविटी ऑफ एयर या फ्री स्पेस यूज की है। सो आ अपना फोर्स आ गया। इत्थे तक कोई डाउट है किसी नू? योगेश? नहीं सर, नहीं सर। भाई बोलिया करो, माइक वगैरह थोड़े ठीक ठाक कराओ सारे ने, मैनू आवाज सारे दी आवे तां ही ठीक आ। नहीं सर, इस तरह माइक ऐसा लग रहा चल रहा, आवाज नहीं आ रही कोई। अभिजीत? हाँ जी सर। तेरी भी आवाज नहीं आ रही। अमनदीप कौर? हाँ जी सर। यस सर। हाँ तेरी आवाज आई है जाके, समझ लग रही है गल, कोई प्रॉब्लम तो नहीं है? हाँ जी सर, लग रही है समझ। ठीक है, ਹੁਣ ਗੱਲ ਇਹ ਆ ਕਿ ਬੰਦਾ ਕਹੂਗਾ ਕਿ ਜਦੋਂ ਮੈਂ ਨੂਮੈਰੀਕਲ ਪੁੱਟ ਕਰਨ ਲੱਗੂਗਾ ਮੈਨੂੰ ਤਾਂ ਵੈਲਿਊ ਵੀ ਚਾਹੀਦੀ ਹੈ ਕੇ ਦੀ ਨਾ, ਜਿਵੇਂ ਜੀ ਦੀ ਵੈਲਿਊ ਤਾਂ ਹੈ ਤੁਹਾਡੇ ਕੋਲ ਸਿੱਧੀ 6.67 × 10, ਤਾਂ ਕੇ ਦੀ ਵੀ ਤਾਂ ਕੋਈ ਵੈਲਿਊ ਹੋਣੀ ਚਾਹੀਦੀ ਆ। ਤਾਂ ਕੇ ਦੀ ਜਿਹੜੀ ਵੈਲਿਊ ਹੈਗੀ ਹੈ ਨਾ ਇਨ ਐਸਆਈ ਸਿਸਟਮ, ਉਹ ਹੈਗੀ 9 × 10⁹ ਬੜੀ ਸੌਖੀ ਹੈ, ਯਾਦ ਰੱਖਣੀ ਹੈ। ਕੇ ਦੀ ਵੈਲਿਊ ਆ ਹੁੰਦੀ ਹੈ। ਕੋਈ ਬੰਦਾ ਪੁੱਛੇ ਯੂਨਿਟ ਵੀ ਤਾਂ ਲਿਖਣੀ ਪੈਣੀ ਆ, ਹਾਂ ਲਿਖਣੀ ਪੈਣੀ ਹੈ। ਜਿਵੇਂ ਦੇਖੋ ਫੋਰਸ ਦਾ ਫਾਰਮੂਲਾ ਹੈਗਾ K × Q1 Q2/r²। ਕੇ ਦੀ ਵੈਲਿਊ ਮੈਂ 1/4πε0 ਵੀ ਲਿਖ ਸਕਦਾ, ਮੈਂ ਇੱਥੇ ਨਹੀਂ ਲਿਖ ਰਿਹਾ। ਤਾਂ ਕੇ ਦੇ ਯੂਨਿਟਸ ਕੀ ਹੋਣਗੇ, ਦੇਖੋ ਕੇ ਨੂੰ ਵੱਖਰਾ ਕਰ ਲਓ,
ਤੇ ਫੋਰਸ ਦੇ ਨਾਲ ਫਿਰ r ਸਕੁਅਰ ਗੁਣਾ ਹੋ ਜਾਊਗਾ, q1 q2 ਨੀਚੇ ਆ ਜਾਊਗਾ। ਤਾਂ ਬੇਸਿਕਲੀ k ਦੇ ਯੂਨਿਟਸ ਕੀ ਹੋਣਗੇ, ਫੋਰਸ ਵਾਲੇ ਯੂਨਿਟ ਹੋਣਗੇ ਇੱਕ ਤਾਂ ਨਿਊਟਨ, फिर r स्क्वायर मतलब कि मीटर का स्क्वायर, नीचे कूलम कूलम तो ऊपर जाके कूलम की पावर -2 बन जाएगा। आ अपनी आएगी k की वैल्यू, इस दा कोई डाउट नहीं किसी को। देखो नहीं सर, यूज करांगे इसे, या फिर ये कह लो कि a दी वैल्यू है 1/4 पाई एप्सिलॉन नॉट इज इक्वल टू 9 × 10 क्योंकि k की वैल्यू आई है ना पर कूलम स्क्वायर। बस ਹੁਣ ਕੋਈ ਚਾਹੇ ਤਾਂ ਇਹਦੇ ਵਿੱਚੋਂ ਐਬਸੋਲੂਟ ਪਰਮਿਟਿਵਿਟੀ ਆ ਜਿਹੜੀ ਹੈ ਇਹ ਵੀ ਕੈਲਕੂਲੇਟ ਕਰ ਸਕਦਾ ਬੱਚਾ। ਹੁਣ ਇਹ ਵੈਲਿਊ ਪਤਾ ਲੱਗ ਗਈ ਤਾਂ ਐਪਸਿਲਨ ਨॉट ਦੀ ਵੈਲਿਊ ਕੀ ਆਏਗੀ, ਦੇਖੋ ਉਹ ਆਏਗੀ 1/4 ਪਾਈ into 9 into 10⁻⁹ ਆ ਜਾਏਗਾ ਤੇ ਯੂਨਿਟਸ ਕੀ ਆ ਜਾਣਗੀਆਂ ਫਿਰ ਪੁੱਠੀਆਂ ਹੋ ਜਾਣਗੀਆਂ ਨਾ, ਐਪਸਿਲਨ ਨॉट ਦੀ ਉੱਪਰ ਚੱਲ ਜਾਏਗਾ, ਸਭ ਕੁਝ ਨੀਚੇ ਆਏਗਾ। ਤਾਂ ਉਹ ਆ ਰਹੀ ਕੂਲਮ ਸਕੁਅਰ ਪਰ ਨਿਊਟਨ ਪਰ ਮੀਟਰ ਸਕੁਅਰ। ਤੇ ਇੱਥੋਂ ਇਹਦੀ ਵੈਲਿਊ ਕੈਲਕੂਲੇਟ ਕੀਤੀ ਜਾ ਸਕਦੀ ਹੈ। ਤੁਸੀਂ ਇਹਨੂੰ ਕੈਲਕੂਲੇਟ ਕਰਨ ਬੈਠੋਗੇ ਨਹੀਂ ਜਾਂ ਵੈਰੀਫਾਈ ਕਰਨਾ ਕਰ ਲਿਓ। ਇਹਦੀ ਵੈਲਿਊ ਆ ਜਾਂਦੀ ਹੈ 8.854 into 10⁻12, ठीक है जी, कूलम स्क्वायर पर न्यूटन पर मीटर स्क्वायर। दिस इज द वैल्यू ऑफ एप्सिलॉन नॉट। आ वैल्यू ਤੁਹਾਨੂੰ याद होनी चाहिए है क्योंकि ये वैल्यू कई बार एक नंबर ਦੇ ਵੀ ਸਕੂਲ ਦੇ एग्जाम ਚ ਪੁੱਛ ਲੈਂਦੇ ਆ। ठीक है, बाकी किसी भी मीडियम की एब्सोल्यूट परमिटिविटी याद रखने की कोई लोड़ नहीं पऊगी कभी भी, सिर्फ हवा की या फ्री स्पेस की आप याद होनी चाहिए है। तो ये 1/4 पाई आप न्यूमेरिकल च एप्सिलॉन नॉट की वैल्यू थोड़ी पुट करांगे, आप तो ये पूरे की वैल्यू पुट कर दिया करांगे, पूरी आसान भी है, तुम देख ही रहे हो 9 × 10⁹ बस। दिस इज कूलम्स लॉ इन जनरल। जिवें कि हुण मैं चाहां कि मान लो आ चार्ज है Q1 ਤੇ Q1 ਦੀ ਵੈਲਿਊ ਹੈਗੀ ਮੰਨ ਲਓ 1 ਕੂਲਮ, ਠੀਕ ਹੈ, ਤੇ Q2 ਹੈਗਾ ਮੰਨ ਲਓ ਇਹ ਵੀ 1 ਕੂਲਮ ਲੈ ਲਓ, ਜਾਂ ਮੰਨ ਲਓ 2 ਕੂਲਮ ਲੈ ਲਓ ਚਾਰਜ, ਮੰਨ ਲਓ 1 ਕੂਲਮ ਚਾਰਜ ਹੈ 2 ਕੂਲਮ ਚਾਰਜ ਹੈ। ਮੰਨ ਲਓ ਇਹਨਾਂ ਵਿੱਚ ਜਿਹੜਾ ਡਿਸਟੈਂਸ ਹੈਗਾ ਉਹ ਹੈਗਾ ਮੰਨ ਲਓ 2 ਮੀਟਰ, ਠੀਕ ਹੈ। ਤਾਂ ਇਹਨਾਂ ਵਿੱਚ ਜਿਹੜਾ ਇਲੈਕਟ੍ਰੋਸਟੈਟਿਕ ਫੋਰਸ ਹੋਏਗਾ ਉਹ ਕਿੰਨਾ ਹੋਏਗਾ, ਤੇ ਇਹਨਾਂ ਵਿਚਕਾਰ ਮੀਡੀਅਮ ਕਿਹੜਾ ਹੈਗਾ, 에ਅਰ ਜਾਂ ਵੈਕਿਊਮ। ਜੇ ਨਹੀਂ ਦਿੱਤਾ ਕੋਈ ਤਾਂ 에ਅਰ ਹੀ ਮੰਨ ਲਿਆ ਕਰੋ। ਤਾਂ ਸਿੱਧੀ ਜੀ ਗੱਲ ਦੱਸੋ ਇਹ 'ਚ ਫੋਰਸ ਕਿੰਨਾ ਆਏਗਾ, ਇਹਨਾਂ ਦੋਨਾਂ ਵਿੱਚ ਫੋਰਸ ਕਿੰਨਾ ਆਏਗਾ, ਕਿਵੇਂ ਪਤਾ ਕਰਾਂਗੇ ਆਪਾਂ ਕਹਾਂਗੇ ਫੋਰਸ ਇਜ਼ ਇਕੁਅਲ ਟੂ 1/4 ਪਾਈ ਐਪਸਿਲਨ ਨॉट पहला चार्ज गुणा दूजा चार्ज बटा डिस्टेंस दा स्क्वायर। एक कितना आ जाएगा फिर 9 × 10⁹ into 2 डिवाइड बाय 4 है ना, ये 2 दूनी 4 कटिया गया ते 9/2 दैट इज आ जाएगा 4.5 into 10⁹ आंसर न्यूटन च आएगा क्योंकि सब ऐसा ही सिस्टम सीगा। बस इदा कर लिया करेंगे। दसो ये की औखा, ये तो बहुत सौखा है। तो फोर्स की डायरैक्शन जी है, डायरैक्शन तुसी अंदाजे नाल ही दस सकते हो इत्थे किधर होएगी, इधर ते इधर। सो आ वाला फोर्स इन्ना होएगा ते आ वाला फोर्स भी बिल्कुल इन्ना ही होएगा, बस दोनों की डायरैक्शंस ऑपोजिट होणगियां, रिपल्सिव होएगा। जे इन्हां चों आ वाला 2 कूलम की जगह -2 कूलम हुंदा तां भी आपां मैग्नीट्यूड च माइनस नहीं पाना सी क्योंकि मैग्नीट्यूड देख रहे हैं, पर 2 ही पाना सी ਤੇ ਆਨਸਰ ਆਹੀ ਆਣਾ ਸੀ। ਬਸ ਫਿਰ ਆਪਣੇ ਐਰੋ ਇਧਰ ਨੂੰ ਇਹਦਾ ਇਧਰ ਨੂੰ ਇਹਦਾ। ਦੱਸੋ ਇਹ ਚ ਕੋਈ ਪ੍ਰੋਬਲਮ ਹੋਵੇ ਤਾਂ। सर एक बार कूलम्स लॉ ਦੀ ਸਟੇਟਮੈਂਟ ਦੱਸ ਦੋ। ਕੂਲਮਸ ਲॉ ਦੀ ਸਟੇਟਮੈਂਟ ਆਹੀ ਹੈ ਕਿ ਅੱਛਾ ਸਟੇਟਮੈਂਟ ਮੈਂ ਪ੍ਰੋਪਰ ਵਾਲੇ ਉਹ ਨਹੀਂ ਲਿਖੀ ਨਾ, ਲਿਖ ਦਿੰਦਾ ਕਿੱਥੇ ਲਿਖਾਈ ਸੀ, ਦੇਖੋ ਆ ਕੂਲਮ ਲॉ ਦੀ ਸਟੇਟਮੈਂਟ ਆਹੀ ਹੈ बेसिकली। ਕੂਲਮ ਲॉ ਸਟੇਟਮੈਂਟ ਕੀ ਦਾ ਲਿਖੋ, ਸਾਰੇ ਨੇ ਲਿਖ ਲਓ, ਕੂਲਮ ਲॉ ਸਟੇਟਮੈਂਟ ਲਿਖ ਲਓ, ਮੈਂ ਲਿਖਵਾ ਦਿੰਦਾ। ਲਿਖੋ statement of Coulomb's law. It states that the force या electrostatic force, it states that the electrostatic force between any 2 point charges, electrostatic force between any 2 point charges is directly proportional to the product of magnitude of charges
product of magnitude of charges and inversely proportional to square of distance between them, square of distance between them। बस बाकी तो आगे अपना मैथमेटिकली लिखोगे जड़ा ये आगे लिखा है तो ठीक है जतिंदर। हाँ सर जी एक बार सर। रिपीट कर दो। हाँ जी सर डायरेक्टली प्रोपोर्शनल तो अगे की लिखवाया सी। डायरेक्टली प्रोपोर्शनल टू प्रोडक्ट ऑफ मैग्नीट्यूड ऑफ चार्जेस। ओके सर। ठीक है बाकी तो ਤੁਹਾਡੇ ਸਾਹਮਣੇ ਆ ਆਪਣੇ ਸ਼ਬਦਾਂ 'ਚ ਵੀ ਲਿਖ ਸਕਦੇ ਹੋ ਇਹਨੂੰ ਹੁਣ ਤੁਸੀਂ। ਇਹ ਜਸਟ ਮੈਂ ਤੁਹਾਨੂੰ ਦੱਸਿਆ ਕਿ ਕੂਲਮਸ ਲਾ। एक और सर नेगेटिव वाला केस भी करा दो न्यूमेरिकली। हाँ जी बोलो बोलो कौन बोल रहा है? सर एक और नेगेटिव वाला न्यूमेरिकली केस करा दो। नेगेटिव वाला न्यूमेरिकल करवावा। नेगेटिव वाले की है फिर वही आही गल है इतना देखो कुछ भी नहीं है। आ 1.4 ले ला तू मान लो +3 कूलम ते आ वाला चार्ज ले लो मान लो -4 कूलम ले लो डिस्टेंस कुछ भी ले लो तुम 2 मीटर ले लो इस भी चाहे तो हो गया। फिर की है फोर्स जो पता करना है वो की होगा 1/4 पाई एप्सिलॉन नॉट ओदी वैल्यू सीधे पुट करती ठीक है ते इनटू पहला चार्ज लो 3 कूलम दूजा चार्ज 4 कूलम ही है ना। -4 लिखने की लोड़ नहीं है क्योंकि आप तो फोर्स के मैग्नीट्यूड देख रहे हैं नेगेटिव पॉजिटिव का कोई सेंस नहीं है इतने अपॉन या मतलब नहीं लोड नहीं अपॉन 2 का स्क्वायर 4 आ गया आ 4 ना 4 कटिया गया 9 ती 27 हो गया 27 गुणा 10 की पावर 9 भी लिख सकता या फिर मैं 2.7 × 10⁻10 कह देवां न्यूटन फोर्स ले हो गया। ये की है ते आ फोर्स अट्रैक्टिव होएगा इधर नु होएगा बस समझ नहीं लग गया। एब्सोल्यूट परमिटिविटी बारे दस दो। ਤਾਂ ਉਹ ਦੱਸ ਦਿੰਨਾ ਮੈਂ ਪਹਿਲਾਂ ਇੱਥੇ ਤਾਂ ਮੈਂ ਲੋਡ ਹੀ ਨਹੀਂ ਪਈ ਨਾ ਆਪਾਂ ਨੂੰ ਆਪਾਂ ਤਾਂ ਪੂਰਾ 1/4 ਪਾ ਐਪਸਿਲਨ ਨੋਟ ਦੀ ਵੈਲਿਊ ਪੁੱਟ ਕੀਤੀ ਨਾ ਇੱਥੇ ਕਿ ਨਹੀਂ ਹਨਾ। ਹਾਂਜੀ ਸਰ ਇੱਥੇ ਤਾਂ ਨਹੀਂ ਕੋਈ ਲੋਡ ਪਈ ਨਾ। ਉਹ ਬਈ ਨਾਲ ਜਵਾਬ ਦਿਆ ਕਰੋ ਜਦੋਂ ਕੋਈ ਗੱਲ ਕਰਦੇ ਹੋ ਤਾਂ ਫਿਰ ਪੂਰੀ ਗੱਲ ਕਰ ਲਿਆ ਕਰੋ ਮੇਰੇ ਨਾਲ ਥੋੜਾ ਮਜ਼ਾ ਵੀ ਆਵੇ ਗੱਲ ਦਾ। ਹਾਂਜੀ ਠੀਕ ਹੈ ਹੁਣ ਆ ਗੱਲ ਹੋ ਗਈ। ਹੁਣ ਐਬਸੋਲੂਟ ਪਰਮਿਟਿਵਿਟੀ ਹੈ ਕੀ ਚੀਜ਼ ਆ। ਹੁਣ ਗੱਲ ਤਾਂ ਇਹ ਹੈ ਨਾ ਆਪਾਂ ਤਾਂ ਹੁਣ ਤੁਸੀਂ ਆ ਪੁੱਛ ਰਹੇ ਹੋ ਹੁਣ ਮੈਂ ਉਹ ਦੱਸਦਾ ਤੁਹਾਨੂੰ ਐਬਸੋਲੂਟ ਪਰਮਿਟਿਵਿਟੀ ਹੈ ਕੀ। ਤੁਸੀਂ ਫੋਰਸ ਦੇ ਵਿੱਚ ਹੀ ਦੇਖੋ ਕੀ ਚੀਜ਼ ਤੁਹਾਨੂੰ ਪਤਾ ਲੱਗ ਜਾਏਗਾ ਯਾਨੀ ਹੁਣ ਪੂਰੀ ਤਰ੍ਹਾਂ ਗੱਲਾਂ ਅੱਗੇ ਆ ਕੇ ਕਲੀਅਰ ਹੋਣਗੀਆਂ ਹੋਰ ਵੀ ਪਰ ਫਿਲਹਾਲ ਮੈਂ ਤੁਹਾਨੂੰ ਥੋੜਾ ਜਿਹਾ ਆਈਡੀਆ ਦੇ ਦਿੰਦਾ। ਆਈਡੀਆ ਨਾ ਐਬਸੋਲੂਟ ਪਰਮਿਟਿਵਿਟੀ ਆਫ ਫ੍ਰੀ ਸਪੇਸ ਜਾਂ 에ਅਰ ਹੈ। ਤੁਸੀਂ ਮੈਨੂੰ ਬਸ ਇਹ ਦੱਸੋ ਜੇ ਜ਼ਿਆਦਾ ਹੋ ਜਾਵੇ ਤਾਂ ਫੋਰਸ ਘਟ ਜਾਊਗਾ ਕਿ ਵੱਧ ਜਾਊਗਾ? ਘਟ ਜਾਏਗਾ ਨਾ। ਇਹਦਾ ਮਤਲਬ ਪਰਮਿਟਿਵਿਟੀ ਜਿਹੜੀ ਹੁੰਦੀ ਹੈ ਪਰਮਿਟਿਵਿਟੀ ਜਿਹੜਾ ਇਲੈਕਟ੍ਰੋਸਟੈਟਿਕ ਇੰਟਰੈਕਸ਼ਨ ਆ ਨਾ ਉਹਦੇ ਖਿਲਾਫ ਕੰਮ ਕਰਦੀ ਹੈ ਸਮਝ ਲਓ ਹਨਾ ਕਿਉਂਕਿ ਜਦੋਂ ਇਹ ਜ਼ਿਆਦਾ ਹੋ ਜਾਂਦੀ ਹੈ ਤਾਂ ਫੋਰਸ ਘਟ ਜਾਂਦਾ ਨਾ ਵਿੱਚ यानी इलेक्ट्रोस्टैटिक इंटरैक्शन जिहड़ा है बिटवीन टू चार्जेस वो चाहे इंटरैक्शन चाहे अट्रैक्टिव है या रिपल्सिव है ओनू अपोज कर दी है ये चीज है ना। अगर इसकी मैग्नीट्यूड बढ़ जाए तो इस तरह की कोई चीज है नहीं हुण की चीज है अगे आप जिवें मीडियम नूं होर जाए एक्सप्लोर करांगे फिर पता लगूगा हाले तो आप एयर च गल कर रहे सी ਤੇ ਇਹ ਐਬਸੋਲੂਟ ਪਰਮਿਟਿਵਿਟੀ ਹੈ ਉਸਦੀ ਫ੍ਰੀ ਸਪੇਸ ਦੀ ਜਾਂ 에ਅਰ ਜਾਂ ਜਿਹਦੀ ਵੀ ਹੈ ਠੀਕ ਹੈ। ਇਹਦੇ ਚ ਹੁਣ ਆ ਗੱਲਾਂ ਤੁਸੀਂ ਯਾਦ ਰੱਖਿਓ ਤੇ ਮੈਂ ਤੁਹਾਨੂੰ ਹੁਣ ਇਹਦੇ ਬਾਰੇ ਥੋੜਾ ਹੋਰ ਦੱਸ ਦਿੰਦਾ ਪਰਮਿਟਿਵਿਟੀ ਬਾਰੇ ਕਿ ਮੰਨ ਲਓ ਹੁਣ ਦੋ ਚਾਰजेस ਲਓ ਤੁਸੀਂ ਇੱਕ Q1 ਤੇ ਇੱਕ Q2 ਇਧਰ ਵੀ ਦੋ ਚਾਰजेस ਲਓ Q1 ਤੇ ਉਹੀ ਵਾਲਾ Q2 ਸੇਮ ਤੇ ਇਹਨਾਂ ਚ ਡਿਸਟੈਂਸ ਹੈਗਾ ਮੰਨ ਲਓ R ਇਹਨਾਂ 'ਚ ਵੀ ਡਿਸਟੈਂਸ ਹੈਗਾ ਮੰਨ ਲਓ R ਇੱਥੇ ਵੀ Q1 ਤੇ ਇੱਥੇ ਵੀ Q2 ਇਹਨਾਂ 'ਚ ਵੀ ਡਿਸਟੈਂਸ ਹੈਗਾ ਮੰਨ ਲਓ R। ਹੁਣ ਥੋੜਾ ਜਿਹਾ ਧਿਆਨ ਨਾਲ ਸਮਝਣਾ ਗੱਲ ਨੂੰ ਮੈਂ ਇਹ ਕੇਸ ਨੂੰ ਅਲੱਗ ਕਰ ਰਿਹਾ ਵਾਂ ਇਹ ਅਲੱਗ ਡਿਸਕਸ਼ਨ ਕਰਾਂਗੇ ਇੱਥੇ ਅਲੱਗ ਡਿਸਕਸ਼ਨ ਕਰਾਂਗੇ ਇੱਥੇ ਅਲੱਗ ਕਰਾਂਗੇ ਠੀਕ ਹੈ। ਇਹਦੇ ਵਿੱਚ ਕੀ ਹੈ ਇਹਦੇ ਵਿੱਚ ਆਸ-ਪਾਸ ਇੱਥੇ ਜਿਹੜਾ ਮੀਡੀਅਮ ਹੈਗਾ Q1 ਤੇ Q2 ਦੇ ਵਿਚਕਾਰ ਇਹ ਹੈਗੀ ਆ ਮੰਨ ਲਓ ਹਵਾ 에ਅਰ पर आ ਜਿਹੜੇ ਚਾਰजेस ਪਏ ਨੇ ਦੋਨੋਂ ਆ ਜਿਹੜੇ ਮੀਡੀਅਮ ਚ ਪਏ ਨੇ ਮੰਨ ਲਓ ਇਹ ਵਾਟਰ ਚ ਪਏ ਨੇ ਪਾਣੀ ਚ ਪਏ ਨੇ ਮੰਨ ਲਓ ਚਾਰजेस ਦੋਨੋਂ ਤੇ ਇੱਥੇ ਮੰਨ ਲਓ ਆ ਜਿਹੜੇ ਦੋਨੋਂ ਚਾਰजेस ਨੇ
कोई भी और मीडियम ले लो, कोई थर्मोकोल ले लो। ਥਰਮੋਕੋਲ ਪਤਾ ਨਾ, ਥਰਮੋਕੋਲ ਜਿਹੜਾ ਆਪਣੇ ਆ ਵਾਈਟ ਕਲਰ ਦਾ ਹੁੰਦਾ ਆ, ਉਸ ਤਰ੍ਹਾਂ ਥਰਮੋਕੋਲ ਮਤਲਬ ਥਰਮੋਕੋਲ ਦੇ ਵਿੱਚ ਇੱਕ ਜਗ੍ਹਾ ਤੇ ਚਾਰਜ ਕਿਉਂ ਹੈ, ਇੱਕ ਕਿਊਟਰ ਵਿਚਕਾਰ ਥਰਮੋਕੋਲ ਭਰਿਆ ਹੋਇਆ ਸਮਝ ਲਓ, ਇਨ ਬਿਟਵੀਨ ਜੋ ਮੀਡੀਅਮ ਹੈ, ਮੀਡੀਅਮ ਦਾ ਮਤਲਬ ਤੁਸੀਂ ਸਮਝਦੇ ਹੀ ਹੋ, ਤਾਂ ਥਰਮੋਕੋਲ ਹੈ। ਹੁਣ ਜਿਹੜਾ ਕੂਲਮਸ ਲਾ ਲਗਾਉਂਗਾ, ਜਿਹੜਾ ਤੁਹਾਨੂੰ ਮੈਂ ਹੁਣੀ ਸਿਖਾਇਆ, ਉਹ ਇੱਥੇ ਲੱਗੇਗਾ 에ਅਰ ਵਾਲੇ ਕੇਸ 'ਚ ਤਾਂ ਸਿੱਧਾ ਹੀ, ਇਜ਼ ਦਾ ਫੋਰਸ ਬਿਟਵੀਨ ਟੂ ਚਾਰजेस when the both are placed in air, ਤਾਂ F0 ਕਹਿ ਦਿੰਦੇ ਹਾਂ ਉਹਨੂੰ ਆਪਾਂ, ਜਸਟ ਨੋਟੇਟ ਕਰਨ ਲਈ, ਤਾਂ ਕਿ ਵੱਖਰਾ ਵੱਖਰਾ ਦਿਖਾ ਸਕੀਏ। 1/4 pi epsilon naught Q1 Q2 by R square। ਕਲੀਅਰ ਹੈ ਗੱਲ? ਇਹ ਤਾਂ ਹੁਣ ਸਮਝਾਇਆ। ਇੱਥੇ ਜਿਹੜਾ ਐਪਸਾਈਲਨ ਨॉट ਹੈ, ਇਹ ਕੀ ਹੈ? ਇਹ ਹੈਗੀ ਹੈ ਐਬਸੋਲੂਟ, ਇਹ ਹਵਾ ਦੀ ਪਰਮਿਟਿਵਿਟੀ ਹੈ, ਪਰਮਿਟਿਵਿਟੀ of air या free space। ਤੇ ਤੁਹਾਨੂੰ ਇਸ ਐਪਸਿਲਨ ਨॉट ਦੀ ਵੈਲਿਊ ਵੀ ਦੱਸ ਚੁੱਕਾ ਮੈਂ, 8.854 into 10⁻12, ਠੀਕ ਹੈ, ਕੂਲਮ ਸਕੁਆयर ਪਰ ਨਿਊਟਨ ਪਰ ਮੀਟਰ ਸਕੁਆयर। ਪਰ ਨੂਮੈਰੀਕਲਸ ਚ ਅਸੀਂ ਪੂਰੇ ਦੀ ਵੈਲਿਊ ਪੁੱਟ ਕਰਦੇ ਹਾਂ, ਇੱਕ ਦੀ ਵੈਲਿਊ ਪੁੱਟ ਨਹੀਂ ਕਰਦੇ ਇਕੱਲੇ ਐਪਸਿਲਨ ਨॉट ਦੀ। ਸੋ 1/4 pi ਐਪਸਿਲਨ ਨॉट ਦੀ ਵੈਲਿਊ ਜ਼ਿਆਦਾ ਚੰਗੀ ਤਰ੍ਹਾਂ ਯਾਦ ਰਹਿਣੀ ਚਾਹੀਦੀ ਹੈ। ਉਹਦੀ ਵੈਲਿਊ 9 into 10⁹ ਨਿਊਟਨ ਮੀਟਰ ਸਕੁਆयर ਪਰ ਕੂਲਮ ਸਕੁਆयर। ਇਹ ਵਾਲੀ ਗੱਲ ਚ ਕਿਸੇ ਨੂੰ ਡਾਊਟ ਹੈ ਇੱਥੇ ਤੱਕ? ਦੱਸੋ ਪਹਿਲਾਂ ਮੈਨੂੰ। ਨਹੀਂ ਸਰ। ਸਮਝ ਆ ਗਈ ਜੀ ਕੀ ਹੈ? ਹੁਣ ਜਦੋਂ ਮੈਂ ਕਿਹਾ ਪਾਣੀ ਭਰਤਾ ਤਾਂ ਫੋਰਸ ਤਾਂ ਘਟੇਗਾ, ਕਿਉਂਕਿ ਬੇਸਿਕਲੀ ਕੀ ਹੈ, ਜਦੋਂ ਤੁਸੀਂ ਹਵਾ ਜਾਂ ਵੈਕਿਊਮ ਤੋਂ ਇਲਾਵਾ ਕੋਈ ਵੀ ਮੀਡੀਅਮ ਵਿੱਚ ਪਾ ਦੋਗੇ ਤਾਂ ਉਹਦੇ ਕਰਕੇ ਇੱਕ ਚਾਰਜ ਦਾ ਦੂਜੇ ਚਾਰਜ ਤੱਕ ਜਿਹੜਾ ਇੰਟਰੈਕਸ਼ਨ ਹੈ, ਉਹਦੇ ਤੇ ਅਸਰ ਇਸ ਤਰ੍ਹਾਂ ਦਾ ਪੈਂਦਾ ਕਿ ਫੋਰਸ ਹਮੇਸ਼ਾ ਘਟਦਾ ਹੈ। ਤੁਸੀਂ ਦੋ ਚੁੰਬਕਾਂ ਦੇ ਉੱਪਰ ਲਗਾ ਕੇ ਦੇਖ ਲਓ, ਮੈਗਨੈਟਿਕ, ਉੱਥੇ ਪਰਮੇਬਿਲਿਟੀ ਦੀ ਗੱਲ ਕਰਾਂਗੇ, ਪਰਮਿਟਿਵਿਟੀ ਦੀ ਨਹੀਂ ਕਰਾਂਗੇ, ਮੈਗਨੈਟਿਕ ਫੀਲਡ ਦੇ ਬਾਰੇ ਜੋ ਗੱਲ ਕਰਾਂਗੇ ਤਾਂ ਪਰਮੀਏਬਿਲਿਟੀ ਆ ਜਾਂਦੀ ਪਰਮਿਟਿਵਿਟੀ ਜਗ੍ਹਾ ਤੇ। ਪਰ ਤੁਸੀਂ ਜਸਟ ਇਹ ਸਮਝੋ ਕਿ ਆਪਾਂ ਕੋਈ ਦੋ ਚਾਰजेस ਨੇ, ਉਹਨਾਂ 'ਚ ਕੋਈ ਫੋਰਸ ਹੈ, ਉਹਦੇ ਵਿੱਚ ਤੁਸੀਂ ਗੱਤੇ ਭਰ ਦੋ, ਲੱਕੜ ਦਾ ਬੁਰਾਦਾ ਭਰ ਦੋ, ਛੋਟੇ ਛੋਟੇ ਟੁਕੜੇ ਲੱਕੜ ਦੇ ਜਾਂ ਕੁਝ ਭਰ ਦੋ, ਤਾਂ ਚਾਰजेस ਵਿੱਚ ਫੋਰਸ ਪਹਿਲਾਂ ਨਾਲੋਂ ਹਮੇਸ਼ਾ ਘਟਦਾ ਆ। ਜਾਂ ਫਿਰ ਇਸ ਗੱਲ ਨੂੰ ਦਿਮਾਗ 'ਚ ਬਿਠਾ ਲਓ ਕਿ ਕੋਈ ਦੋ ਚਾਰजेस ਵਿੱਚ ਫੋਰਸ ਸਭ ਤੋਂ ਜ਼ਿਆਦਾ ਉਦੋਂ ਹੀ ਹੁੰਦਾ ਆ ਜਦੋਂ ਉਹ ਦੋ ਚਾਰजेस ਨੂੰ ਆਪਾਂ ਹਵਾ ਵਿੱਚ ਰੱਖਦੇ ਹਾਂ ਜਾਂ ਵੈਕਿਊਮ 'ਚ ਰੱਖਦੇ ਹਾਂ, 에ਅਰ ਜਾਂ ਫ੍ਰੀ ਸਪੇਸ 'ਚ ਰੱਖਦੇ ਹਾਂ। ਤਾਂ ਇੱਥੇ ਜਿਹੜਾ ਫੋਰਸ ਹੁੰਦਾ ਹੈ ਨਾ, ਉਹਨਾਂ ਵਿੱਚ ਹਮੇਸ਼ਾ ਉਹ ਮੈਕਸਿਮਮ ਹੁੰਦਾ ਆ। ਤੇ ਜਦੋਂ ਕੋਈ ਹੋਰ ਮੀਡੀਅਮ ਵਿੱਚ ਪਾ ਦਿੰਨੇ ਆਪਾਂ, ਚਾਹੇ ਜਿਹੜਾ ਮਰਜ਼ੀ ਮੀਡੀਅਮ ਹੋਵੇ ਉਹ, ਤਾਂ ਚਾਰजेस ਦੇ ਵਿੱਚ ਫੋਰਸ ਜਿਹੜਾ ਹੈ ਉਹ ਹਮੇਸ਼ਾ ਘਟਦਾ ਹੀ ਹੈ। ਦੱਸੋ ਗੱਲ ਕਲੀਅਰ ਹੋਈ? ਇਹ ਨਹੀਂ ਗੱਲ, ਇਹ ਯਾਦ ਰਹੂਗੀ ਗੱਲ? ਹਾਂਜੀ ਸਰ। ਹੁਣ ਜਦੋਂ ਮੈਨੂੰ ਫੋਰਸ ਇਹਨੇ ਪੁੱਛਿਆ ਇੱਥੇ ਵਿੱਚ ਪਾਣੀ ਸੀਗਾ, ਤਾਂ ਜਦੋਂ ਫੋਰਸ ਲਗਾਇਆ, ਫੋਰਸ ਦਾ ਫਾਰਮੂਲਾ FW ਕਹਿ ਦਿੰਦੇ ਆ, ਜਸਟ ਵੱਖਰਾ ਕਰਨ ਲਈ ਤਾਂ ਕਿ ਤੁਹਾਨੂੰ ਗੱਲ ਸਮਝ ਆਏ, ਇਜ਼ ਇਕੁਅਲ ਟੂ ਇੱਥੇ Q1 Q2 ਬਟਾ R ਸਕੁਆयर ਤਾਂ ਆਏਗਾ, ਕਿਉਂਕਿ ਇਹ ਤਾਂ ਕੂਲਮਸ ਲਾ ਨੇ ਪਹਿਲੇ ਦੱਸਿਆ ਇਹ ਸਾਰੇ ਲਈ ਬਰਾਬਰ ਹੈ, ਸੇਮ ਹੈ। ਇੱਥੇ 1 ਵੀ ਆਏਗਾ, ਠੀਕ ਹੈ, ਇੱਥੇ 4 ਵੀ ਆਏਗਾ, ਠੀਕ ਹੈ, ਪਾਈ ਵੀ ਆਏਗਾ, ਠੀਕ ਹੈ, ਪਰ ਇੱਥੇ ਐਪਸਿਲਨ ਨॉट ਨਹੀਂ ਆਏਗਾ, ਕਿਉਂਕਿ ਉਹ 에ਅਰ ਦੀ ਪਰਮੀਏਬਿਲਿਟੀ ਸੀ, ਸੌਰੀ ਪਰਮਿਟਿਵਿਟੀ ਸੀ, 에ਅਰ ਜਾਂ ਫ੍ਰੀ ਸਪੇਸ ਦੀ। ਪਰ ਇਹਦੇ ਵਿੱਚ ਤਾਂ ਪਾਣੀ ਭਰਿਆ ਪਿਆ ਵਾ, ਤਾਂ ਇੱਥੇ ਐਪਸਿਲਨ ਨॉट ਨਹੀਂ ਆਏਗਾ। ਇੱਥੇ ਕੀ ਆਏਗਾ? ਐਪਸਿਲਨ ਆਫ ਵਾਟਰ, ਐਪਸਿਲਨ W ਆਏਗਾ। ਇਹ ਜਸ ਤੁਹਾਨੂੰ ਸਮਝਾਉਣ ਲਈ ਕਹਿ ਰਹੇ ਹਾਂ। ਇਸ ਤਰ੍ਹਾਂ ਇਹ ਸਭ ਚੀਜ਼ਾਂ ਐ ਨਹੀਂ ਕਿ ਬੁੱਕ ਦੇ ਵਿੱਚ ਵੀ ਇਸ ਤਰ੍ਹਾਂ ਅਲੱਗ-ਅਲੱਗ ਕਰਕੇ ਦਿਖਾਣਗੇ, ਥਰਮੋਕੋਲ, ਵਾਟਰ, ਇਹ ਉਹ, ਪਰ ਤੁਹਾਨੂੰ ਉੱਥੇ ਬੜੀ ਸ਼ਾਰਟ 'ਚ ਗੱਲ ਹੋ ਜਾਏਗੀ। ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਇਸ ਲਈ ਸਮਝਾ ਰਿਹਾ ਕਿ ਨੂਮੈਰੀਕਲਸ 'ਚ ਆਪਾਂ ਗਲਤੀ ਨਾ ਕਰੀਏ ਕੋਈ। ਕਲੀਅਰ ਹੋ ਗਈ ਗੱਲ ਸਾਰਿਆਂ ਨੂੰ? ਹਾਂਜੀ ਸਰ। ਇੱਥੇ ਜਿਹੜਾ ਐਪਸਾਈਲਨ ਆਫ ਵਾਟਰ ਆ, ਇਹ ਪਤਾ ਕੀ ਆ? ਇਹ ਹੈਗੀ ਐਬਸੋਲੂਟ, ਆ ਵੀ ਐਬਸੋਲੂਟ ਪਰਮਿਟਿਵਿਟੀ ਹੈ, ਪਰ ਕਿਹਦੀ? ਵਾਟਰ ਦੀ। ਹਾਂ, ਇਹ ਐਬਸੋਲੂਟ ਪਰਮਿਟਿਵਿਟੀ ਆਫ ਵਾਟਰ ਹੈ, ਬਸ ਸਿੰਪਲ ਜੀ ਗੱਲ ਹੈ। ਤੇ ਐਬਸੋਲੂਟ ਪਰਮਿਟਿਵਿਟੀ ਆਫ ਵਾਟਰ ਕਿੰਨੀ ਹੁੰਦੀ ਹੈ, ਇਹ ਮੈਨੂੰ ਨਹੀਂ ਪਤਾ, ਤੇ ਨਾ ਹੀ ਮੈਂ ਪਤਾ ਕਰਨੀ ਚਾਹੁੰਦਾ, ਨਾ ਤੁਹਾਨੂੰ ਪਤਾ ਕਰਨ ਲਈ ਤੜਫਣਾ ਚਾਹੀਦਾ, ਕੋਈ ਵੀ ਲੋੜ ਨਹੀਂ ਇਹਦੀ ਪਤਾ ਕਰਨ ਦੀ। ਤੇ 1/4 ਪਾਈ ਐਪਸਿਲਨ ਵਾਟਰ ਦੀ ਵੈਲਿਊ 9 into 10⁻9 ਨਹੀਂ ਹੋਏਗੀ, ਕਿਉਂਕਿ ਜਦੋਂ ਉਹੀ ਵੈਲਿਊ ਨਹੀਂ ਪਤਾ ਤਾਂ ਪੁੱਟ ਕਰਕੇ ਤਾਂ ਆ ਕਿੱਥੋਂ ਆਣਾ ਆ। ਇੱਥੇ ਇਸ ਤਰ੍ਹਾਂ ਕੰਮ ਨਹੀਂ ਚੱਲੇਗਾ। ਬਸ ਮੈਂ ਇਹਦੇ ਲਈ ਕੁਝ ਹੋਰ ਦੱਸੂਗਾ ਤੁਹਾਨੂੰ ਕਿ ਇਹਨੂੰ ਆਪਾਂ ਜ਼ਿਆਦਾ ਸਿਸਟਮੈਟਿਕ ਤਰੀਕੇ ਨਾਲ ਕਿਵੇਂ ਕਰਾਂਗੇ। ਇੱਥੇ ਤੱਕ ਬਸ ਗੱਲ ਤਾਂ ਸਮਝ ਲਓ ਨਾ, ਗੱਲ ਤਾਂ ਪਤਾ ਲੱਗ ਗਈ ਨਾ, ਨਹੀਂ ਪਤਾ ਇਹਦੀ ਪਰਮਿਟਿਵਿਟੀ। ਤੇ 1/4 ਪਾਈ ਐਪਸਿਲਨ ਆ ਕਾਂਸਟੈਂਟ ਦੀ ਵੈਲਿਊ ਵੀ ਤਾਂ ਪੁੱਟ ਕਰਨੀ ਪੈਣੀ ਹੈ ਨਾ ਨੂਮੈਰੀਕਲ ਚ ਪੁੱਟ ਕਰਨ ਲਈ, ਤਾਂ ਕਿੱਥੋਂ ਲੈ ਕੇ ਆਵਾਂਗਾ ਵੈਲਿਊ ਜਦੋਂ ਮੈਨੂੰ ਐਪਸਾਈਲਨ ਵਾਟਰ ਦੀ ਨਹੀਂ ਪਤਾ। ਇਸੇ ਤਰ੍ਹਾਂ ਜੇ ਥਰਮੋਕੋਲ ਦੀ ਗੱਲ ਕਰਾਂਗਾ ਤਾਂ ਫੋਰਸ ਇਨ ਥਰਮੋਕੋਲ ਬਿਟਵੀਨ ਦ ਸੇਮ ਟੂ ਚਾਰजेस ਵਿਲ ਬੀ Q1 Q2
ओवर आर स्केयर ते 1 बाय किया 4 पाई एप्सिलॉन ऑफ थर्माकोल टी कह दिंदे ਇਹਨੂੰ ਤੇ एप्सिलॉन टी ਕੀ ਹੋਏਗਾ ਦੱਸੋ एब्सोल्यूट परमिटिविटी ऑफ थर्माकोल ਹਾਂ ਥਰਮੋਕੋਲ ਤੇ ਹੁਣ ਆ ਮੈਨੂੰ ਇਹਦੀ ਵੀ ਵੈਲਿਊ ਨਹੀਂ ਪਤਾ ਤੇ ਇਹਦੇ ਬਾਰੇ ਵੀ ਅੱਗੇ ਕੁਝ ਨਹੀਂ ਪਤਾ ਸੋ ਆਈ ਕਾਂਟ ਹੈਲਪ ਇਟ ਯਾਨੀ ਕਿ ਮੈਨੂੰ ਸਿਰਫ 에ਅਰ ਜਾਂ ਵੈਕਿਊਮ ਦੇ ਬਾਰੇ ਆ ਕੁਝ ਵੈਲਿਊਜ਼ ਨੇ ਜਿਹੜੀਆਂ ਮੈਨੂੰ ਯਾਦ ਰੱਖਣੀ ਚਾਹੀਦੀਆਂ ਨੇ ਹੋਰ ਕਿਸੇ ਮੀਡੀਅਮ ਲਈ ਇਸ ਤਰ੍ਹਾਂ ਦੀ ਕੋਈ ਵੈਲਿਊ ਯਾਦ ਰੱਖਣ ਦੀ ਲੋੜ ਨਹੀਂ ਹੈ ਫਿਰ ਕੀ ਲੋੜ ਹੈ ਮੈਂ ਦੱਸਦਾ ਹੁਣੀ ਥੋੜੀ ਦੇਰ ਚ ਪਹਿਲਾਂ ਤੁਸੀਂ ਇਸ ਗੱਲ ਨੂੰ ਸਮਝ ਲਓ ਚੰਗੀ ਤਰ੍ਹਾਂ ਕਲੀਅਰ ਹੋ ਗਈ ਗੱਲ ਸਾਰਿਆਂ ਨੂੰ ਇੱਥੇ ਤੱਕ हाँ जी सर या इन जनरल जे मैं लिखना चाहा बहुत सौखा काम आ मैं इन जनरल अगर मैं लिखना चाहा इसे गल नूं तां मैं कहांगा कि जे कोई भी दो चार्जेस होण Q1 ते Q2 दोनां विच डिस्टेंस होवे R ते इन्हां दोनां विच मीडियम भरिया होवे कोई भी मीडियम M कह दिंदे आ जस्ट the force between these two charges will be equal to इथे M लिख देना मैं जस्ट समझाण लई मैं नाल नीचे बस सुफिक्स समझाण लई लिखदा ताकि तुहानूं पता लगे भी अलग चीज है एप्सिलॉन ऑफ दैट मीडियम ਤੇ ਇੱਥੇ ਵੀ ਮੈਨੂੰ 1/4 ਬਾਈ ਐਪਸਿਲਨ m ਦੀ ਵੈਲਿਊ ਨਹੀਂ ਪਤਾ ਇਹਨੂੰ 9 × 10⁹ ਲਿਖ ਕੇ ਆਹ ਨਾ ਵੱਢ ਦਿਓ ਇਹਦਾ ਜੇ ਮੀਡੀਅਮ 에ਅਰ ਹੈ ਫਿਰ ਪਤਾ ਹੈ ਫਿਰ ਇੱਥੇ ਐਪਸਿਲਨ ਨੋਟ ਆ ਜਾਊਗਾ ਫਿਰ ਤੁਸੀਂ 9 × 10⁹ ਲਿਖ ਕੇ ਸਿੱਧਾ ਸਵਾਲ ਹੱਲ ਕਰ ਦੋਗੇ ਦੱਸੋ ਗੱਲ ਸਮਝ ਲੱਗੀ ਇੱਥੇ ਤੱਕ हाँ जी सर ठीक है ਹੁਣ ਮੇਰੀ ਗੱਲ ਨੂੰ ਬਹੁਤ ਧਿਆਨ ਨਾਲ ਸਮਝੋ ਬਹੁਤ ਧਿਆਨ ਨਾਲ ਠੀਕ ਹੈ ਵੈਸੇ ਤਾਂ ਮੈਂ ਤੁਹਾਨੂੰ ਕੂਲਮਸ ਲਾ ਇਨ ਵੈਕਟਰ ਫਾਰਮ ਐਂਡ ਸੁਪਰਪੋਜੀਸ਼ਨ ਪ੍ਰਿੰਸੀਪਲ ਪਹਿਲਾਂ ਕਰਵਾਉਣਾ ਸੀ ਪਰ ਕਿਉਂਕਿ ਤੁਹਾਡੇ ਸਵਾਲ ਪਰਮਿਟਿਵਿਟੀ ਤੇ ਖੜ ਗਏ ਤਾਂ ਮੈਂ ਤੁਹਾਨੂੰ ਪਰਮਿਟਿਵਿਟੀ ਬਾਰੇ ਦੱਸਣ ਲੱਗਿਆ ਪਹਿਲਾਂ ਸੋ ਕੋਈ ਗੱਲ ਨਹੀਂ ਪਹਿਲਾਂ ਇਹਨੂੰ ਕਰ ਲੈਣੇ ਆ ਬਾਅਦ ਚੋਂ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੁਣ ਮੇਰੀ ਗੱਲ ਨੂੰ ਬਹੁਤ ਧਿਆਨ ਨਾਲ ਸਮਝਿਓ ਤੁਸੀਂ ਮੈਨੂੰ ਇਹ ਦੱਸੋ ਪਰਮਿਟਿਵਿਟੀ ਆਫ 에ਅਰ ਨੂੰ ਤੇ ਮੀਡੀਅਮ ਨੂੰ ਵੱਖਰਾ ਵੱਖਰਾ ਕਰਕੇ ਦੇਖਦੇ ਆਪਾਂ ਯਾਨੀ ਹਵਾ ਦੇ ਵਿੱਚ ਜਿਹੜਾ ਫੋਰਸ ਹੈ ਉਹਨੂੰ ਆਪਾਂ ਇਹ ਲਿਖਦੇ ਹਾਂ है ना ये हवा ਦੇ ਵਿੱਚ ਹੈ 에ਅਰ ਤੇ ਇਹ ਕੀ ਹੈ ਇਹ ਕਿਸੇ ਵੀ ਮੀਡੀਅਮ ਦੇ ਵਿੱਚ ਹੈ ਤੁਸੀਂ ਮੈਨੂੰ ਵੈਸੇ ਹੀ ਦੱਸੋ ਮੈਂ ਦੱਸਿਆ ਫੋਰਸ ਕਿਹੜਾ ਜ਼ਿਆਦਾ ਹੋਏਗਾ ਸੇਮ ਦੋ ਚਾਰਜ ਨੇ ਸੇਮ ਡਿਸਟੈਂਸ ਹੈ एयर ਜ਼ਿਆਦਾ ਹੋਏਗਾ 에ਅਰ ਚ ਸਭ ਤੋਂ ਜ਼ਿਆਦਾ ਹੋਏਗਾ ਬਾਅਦ ਚ ਇਹ ਮੀਡੀਅਮ ਕਿਹੜਾ ਹੈ ਮੈਂ ਇੰਟਰਸਟਿਡ ਹੀ ਨਹੀਂ ਹਾਂ ਮੈਨੂੰ ਬਸ ਮੀਡੀਅਮ ਜਿਹੜਾ ਮਰਜ਼ੀ ਹੋਵੇ 에ਅਰ ਜਾਂ ਵੈਕਿਊਮ ਤੋਂ ਇਲਾਵਾ ਕੋਈ ਮਰਜ਼ੀ ਮੀਡੀਅਮ ਲਓ ਤਾਂ ਫੋਰਸ ਘਟੇਗਾ ਜ਼ਰੂਰ ਕਿੰਨਾ ਘਟੇਗਾ ਇਹ ਡਿਪੈਂਡ ਕਰਦਾ ਹਰ ਮੀਡੀਅਮ ਤੇ ਵੀ ਪਾਣੀ ਹੈ ਕਿ ਥਰਮੋਕੋਲ ਹੈ ਲੱਕੜ ਦਾ ਬਰਾਦਾ ਭਰਿਆ ਪਲਾਸਟਿਕ ਭਰਤਾ ਕੁਝ ਭਰਤਾ ਤੁਸੀਂ ਰੇਤਾ ਭਰਤਾ ਘੱਟਾ ਮਿੱਟੀ ਚਿੱਕੜ ਕੁਝ ਭਰਤਾ ਤਾਂ ਹਰ ਇੱਕ ਮੀਡੀਅਮ ਦੇ ਲਈ ਵੱਖਰਾ ਵੱਖਰਾ ਐਪਸਿਲਨ m ਹੋਏਗਾ ਪਰ ਇਹ ਗੱਲ ਜ਼ਰੂਰ ਹੈ ਕਿ 에ਅਰ ਨਾਲੋਂ ਫੋਰਸ ਘਟੇਗਾ ਹੀ ਜਿਹੜਾ ਮਰਜ਼ੀ ਮੀਡੀਅਮ ਪਾ ਲਓ ਹਾਲਾਂਕਿ ਇਹ ਡਾਇਲੈਕਟ੍ਰਿਕ ਬੋਲਦੇ ਨੇ ਆਪਾਂ ਅੱਗੇ ਜਾ ਕੇ ਹੋਰ ਐਕਸਪਲੇਨ ਕਰੂੰਗਾ ਫਿਲਹਾਲ ਮੈਂ ਇੰਨਾ ਹੀ ਕਰ ਰਿਹਾ ਹਾਂ ਇੱਕ ਸੈਕਿੰਡ ਹੋਲਡ ਕਰਿਓ ਰਣਵੀਰ ਸਰ ਦਾ ਫੋਨ ਆ ਰਿਹਾ ਹਾਂਜੀ ਸੋ ਮੈਂ ਇਹ ਕਹਿ ਰਿਹਾ ਕਿ ਤੁਸੀਂ ਬਸ ਇੱਕ ਅੰਦਾਜ਼ਾ ਲਾ ਕੇ ਦੱਸੋ ਮੈਨੂੰ ਜਿਹੜੀ ਪਰਮਿਟਿਵਿਟੀ ਹੈ ਉਹ ਕਿਸੇ ਵੀ ਮੀਡੀਅਮ ਦੀ ਜ਼ਿਆਦਾ ਹੋਏਗੀ ਜਾਂ ਹਵਾ ਦੀ ਸਭ ਤੋਂ ਜ਼ਿਆਦਾ ਹੋਏਗੀ ਕਿਹਦੀ ਜ਼ਿਆਦਾ ਹੋਏਗੀ ਇਹਨਾਂ ਦੋਨਾਂ ਚ ਕਿਹੜਾ ਸਾਈਨ ਲਾਵਾਂ ਮੈਂ ਆਹ ਵਾਲਾ ਲਾਵਾਂ ਕਿ ਆਹ ਵਾਲਾ ਲਾਵਾਂ ਕਿ ਬਰਾਬਰ ਹੀ ਹੈ ग्रेटर देन वाला सर ਪਰਮਿਟਿਵਿਟੀ ਹਵਾ ਦੀ ਜ਼ਿਆਦਾ ਹੋਏਗੀ हाँ जी सर ऐसा आएगी सर ਪ੍ਰੋਪੋਰਸ਼ਨਲ ਹੈ ਫੋਰਸ ਘੱਟ ਹੋਏਗੀ ਸਭ ਤੋਂ ਪਰਮਿਟਿਵਿਟੀ ਹਵਾ ਦੀ ਪਰਮਿਟਿਵਿਟੀ ਕਿਸੇ ਵੀ ਮੀਡੀਅਮ ਨਾਲੋਂ ਘੱਟ ਹੋਏਗੀ ਕਿਉਂਕਿ ਫੋਰਸ ਜ਼ਿਆਦਾ ਹੈ ਨਾ ਉੱਠਾ ਨਹੀਂ ਇਹ ਕੰਮ ਦੇਖੋ Q1 Q2 by r square ਤਾਂ ਦੋਨੋਂ ਪਾਸੇ ਸੇਮ ਹੀ ਹੈ ਮਤਲਬ ਜੇ ਫੋਰਸ ਆ ਵਾਲਾ ਫੋਰਸ ਜ਼ਿਆਦਾ ਆ ਇਸ ਫੋਰਸ ਨਾਲੋਂ ਤਾਂ ਮਤਲਬ ਆ ਜਿਹੜੀ ਇਹਦਾ ਡਿਨੋਮੀਨੇਟਰ ਹੈ ਘੱਟ ਹੋਏਗਾ ਨਾ ਫਿਰ ਇਸ ਦੇ ਨਾਲੋਂ ਇਹਦੇ ਕਰਕੇ ਤਾਂ ਫਰਕ ਪਿਆ ਬਾਕੀ ਹੋਰ ਕਾਹਦੇ ਪਾਸੇ ਫਰਕ ਪੈ ਰਿਹਾ ਵਾ ਦੇਖੋ ਫੋਰਸ ਨੂੰ ਫਰਕ ਤਾਂ ਇਹਨਾਂ ਕਰਕੇ ਪੈ ਰਿਹਾ ਬਸ ਨਹੀਂ ਸਮਝ ਲੱਗੀ ਗੱਲ ਲੱਗ ਗਈ ਸਰ
ਸੋ ਇਹਨੂੰ ਦੇਖੋ ਧਿਆਨ ਨਾਲ, ਪਰਮਿਟਿਵਿਟੀ ਬਾਰੇ ਸਮਝੋ ਇਸ ਗੱਲ ਨੂੰ ਕਿ ਪਰਮਿਟਿਵਿਟੀ ਜਿਹੜੀ ਹੈ ਐਬਸੋਲੂਟ ਪਰਮਿਟਿਵਿਟੀ ਹੈ, ਜਿਹਨੂੰ ਆਪਾਂ ਐਬਸੋਲੂਟ ਹੀ ਬੋਲਦੇ ਹਾਂ। ਐਬਸੋਲੂਟ ਪਰਮਿਟਿਵਿਟੀ ਆਫ 에ਅਰ ਜਿਹੜੀ ਹੈ ਉਹ ਲੈਸ ਦੈਨ ਹੁੰਦੀ ਹੈ ਐਬਸੋਲੂਟ ਪਰਮਿਟਿਵਿਟੀ ਆਫ ਐਨੀ ਮੀਡੀਅਮ। ਠੀਕ ਹੈ, ਐਨੀ ਅਦਰ ਮੀਡੀਅਮ ਘੱਟ ਹੁੰਦੀ ਹੈ ਸਭ ਤੋਂ ਜ਼ਿਆਦਾ। ਤਾਂ ਜੇ ਮੈਨੂੰ ਆਹੀ ਪਤਾ ਲੱਗ ਜਾਏ ਕਿ ਕਿਸੇ ਮੀਡੀਅਮ ਦੀ ਪਰਮਿਟਿਵਿਟੀ ਹਵਾ ਨਾਲੋਂ ਕਿੰਨੇ ਗੁਣਾ ਜ਼ਿਆਦਾ ਆ, ਤਾਂ ਮੈਂ ਇਹਨੂੰ ਯੂਜ਼ ਕਰਕੇ ਆਪਣੇ ਨੂਮੈਰੀਕਲ ਸੌਖੇ ਕਰ ਸਕਦਾ ਹਾਂ। ਤਾਂ ਇਸ ਦੇ ਲਈ ਅਸੀਂ ਇੱਕ ਨਵੀਂ ਚੀਜ਼ ਡਿਫਾਈਨ ਕਰਦੇ ਹਾਂ, that is called relative permittivity of any medium। ਇਹ ਇੰਪੋਰਟੈਂਟ ਗੱਲ ਹੈ, ਬਹੁਤ ਇੰਪੋਰਟੈਂਟ ਇਹ ਟੌਪਿਕ ਹੈ ਇਸ ਚੈਪਟਰ ਦਾ, ਛੋਟੇ ਜਿਹੇ ਚੈਪਟਰ ਦਾ ਇੱਕ ਸਭ ਤੋਂ ਇੰਪੋਰਟੈਂਟ ਟੌਪਿਕ ਹੈ। ਜਿਹੜੇ ਬੱਚੇ ਨੇ ਇਸ ਗੱਲ ਦੀ ਸਮਝ ਹੁੰਦੀ ਹੈ, ਮਤਲਬ ਉਹਨੂੰ ਸਮਝ ਹੈ, ਕੁੱਲ ਮਿਲਾ ਨਹੀਂ ਤਾਂ ਸਮਝ ਹੀ ਨਹੀਂ। ਰਿਲੇਟਿਵ ਪਰਮਿਟਿਵਿਟੀ ਨੂੰ ਅਸੀਂ ਐਪਸਾਈਲਨ ਦੇ ਪੈਰ 'ਚ ਆਰ ਪਾ ਦਿੰਦੇ ਹਾਂ, ਇਹ ਇਹਦੀ ਨੋਟੇਸ਼ਨ ਹੁੰਦੀ ਹੈ, ਤੇ ਹਰ ਮੀਡੀਅਮ ਦੀ ਵੱਖਰੀ ਹੁੰਦੀ ਹੈ। ਇਹਨੂੰ ਡਿਫਾਈਨ ਕਿਵੇਂ ਕਰਦੇ ਹਾਂ, ਦੇਖੋ ਰਿਲੇਟਿਵ ਪਰਮਿਟਿਵਿਟੀ ਨੂੰ ਅਸੀਂ ਐਂ ਡਿਫਾਈਨ ਕਰਦੇ ਹਾਂ, ਆਫ ਐਨੀ ਮੀਡੀਅਮ ਇਜ਼ ਇਕੁਅਲ ਟੂ, ਕਿਉਂਕਿ ਪਰਮਿਟਿਵਿਟੀ ਮੀਡੀਅਮ ਦੀ ਜ਼ਿਆਦਾ ਹੈ ਨਾ, ਮੀਡੀਅਮ ਦੀ ਪਰਮਿਟਿਵਿਟੀ ਜਿੰਨੀ ਵੀ ਹੈ ਬਟਾ ਹਵਾ ਦੀ ਪਰਮਿਟਿਵਿਟੀ। ਤੁਸੀਂ ਹਵਾ ਦੇ ਨਾਲ ਕੰਪੇਅਰ ਕਰਨਾ ਇਹਨੂੰ, ਯਾਨੀ ਕਿ ਉਹਦੇ ਤੋਂ ਕਿੰਨੇ ਗੁਣਾ ਜ਼ਿਆਦਾ ਹੈ, ਇੱਥੇ ਪਤਾ ਲੱਗੇਗਾ ਨਾ। ਜੇ ਮੰਨ ਲਓ ਮੀਡੀਅਮ ਦਾ ਪਰਮਿਟਿਵਿਟੀ ਹਵਾ ਨਾਲੋਂ ਦੁੱਗਣੀ ਹੋਈ ਤਾਂ ਇੱਥੇ ਇਹਦਾ ਆਂਸਰ ਟਰੂ ਆ ਜਾਏਗਾ ਨਾ ਫਿਰ ਐਪਸਿਲਨ ਆਰ ਦਾ। ਠੀਕ ਹੈ ਗੱਲ। This is called the relative permittivity of any medium। ਸਾਨੂੰ ਲਿਖਿਆ ਜਾਵੇ, ਡਿਫਾਈਨ ਕੀਤਾ ਜਾਵੇ, ਐਵੇਂ ਲਿਖ ਸਕਦਾ ਮੈਂ, the relative permittivity of any medium is defined as the ratio of absolute permittivity of that medium to the absolute permittivity of air or free air या वैक्यूम। ठीक है ना गल, आ इथों आंदी है अपनी रिलेटिव परमिटिविटी। हुण परमिटिविटी दा जिहड़ा यूनिट है वो तो सेम ही है, ऊपर भी परमिटिविटी है एब्सोल्यूट, नीचे भी एब्सोल्यूट, दोनों कट्टे आएंगे यूनिट्स, तो इसलिए एप्सिलॉन आर दे यूनिट्स आएंगे कोई नहीं आएंगे, ये जस्ट नंबर होएगा, ये जस्ट एक नंबर होएगा, एप्सिलॉन आर इज जस्ट अ नंबर। सो रिलेटिव परमिटिविटी च बच्चे कन्फ्यूज हो जाते हैं, रिलेटिव ते एब्सोल्यूट। एब्सोल्यूट ਹੁੰਦੀ ਹੈ ਜਿਹੜੀ ਪਹਿਲਾਂ ਮੈਂ ਗੱਲ ਕਰਦਾ ਰਿਹਾ ਤੁਹਾਡੇ ਨਾਲ, ਉਹ ਐਬਸੋਲੂਟ ਦੇ ਲਈ ਯੂਨਿਟਸ ਵਗੈਰਾ ਸਭ ਕੁਝ ਹੁੰਦੇ ਆ, ਸਾਰਿਆਂ ਦੇ ਸੇਮ ਹੀ ਹੁੰਦੇ ਨੇ ਯੂਨਿਟਸ, ਵੈਲਿਊ ਅਲੱਗ-ਅਲੱਗ ਹੁੰਦੀ ਹੈ। ਪਰ ਜਿਹੜੀ ਰਿਲੇਟਿਵ ਪਰਮਿਟਿਵਿਟੀ ਹੈ ਉਹਦਾ ਕੋਈ ਯੂਨਿਟ ਨਹੀਂ ਹੁੰਦਾ। ਐਂਡ ਇਸੇ ਨੂੰ ਅਸੀਂ ਡਾਈ ਇਲੈਕਟ੍ਰਿਕ ਕਾਂਸਟੈਂਟ ਵੀ ਬੋਲ ਦਿੰਦੇ ਆ। ਬਾਅਦ ਉੱਥੇ ਬੱਚੇ ਕਨਫਿਊਜ਼ ਹੋ ਜਾਂਦੇ ਨੇ, ਮੈਂ ਇਸ ਲਈ ਬਾਅਦ ਚ ਦੱਸਦਾ ਤੁਹਾਨੂੰ, ਪਹਿਲਾਂ ਆਪਾਂ ਇਹਨੂੰ ਐਂ ਗੱਲ ਕਰ ਲਈਏ। ਠੀਕ ਹੈ, ਇਹਦਾ ਮਤਲਬ ਕੀ ਹੈ, ਐਪਸਾਈਲਨ ਆਰ, ਹੁਣ ਮੈਂ ਇਹਨੂੰ ਆਰ ਨੀਚੇ ਲਿਖ ਚੁੱਕਾ ਰਿਲੇਟਿਵਲੀ, ਤੇ ਮੈਂ ਜੇ ਲਿਖਣਾ ਚਾਹਾਂ ਫॉर ਵਾਟਰ ਕੀ ਹੋਏਗਾ, ਫਿਰ ਵਾਟਰ ਦੀ ਐਪਸਾਈਲਨ ਆਰ ਕੀ ਹੋਏਗੀ, ਐਬਸੋਲੂਟ ਪਰਮਿਟਿਵਿਟੀ ਆਫ ਵਾਟਰ ਬਟਾ ਐਬਸੋਲੂਟ ਪਰਮਿਟਿਵਿਟੀ ਆਫ 에ਅਰ, ਤੇ ਇਹਦੀ ਵੈਲਿਊ ਨੀਅਰਲੀ 80 ਆਉਂਦੀ ਹੈ। ਤਾਂ ਇਹਨੂੰ ਆਪਾਂ ਨੀਅਰਲੀ 80 ਯੂਜ਼ ਕਰਦੇ ਹਾਂ ਨਿਊਮੈਰੀਕਲਸ। ਤੁਸੀਂ ਨੂੰ ਯਾਦ ਰੱਖਣ ਦੀ ਵੀ ਲੋੜ ਨਹੀਂ ਹੈ, ਇਹ ਪੇਪਰ 'ਚ ਦੱਸੀ ਹੁੰਦੀ ਹੈ, ਤੇ ਅਦਰਵਾਈਜ਼ ਆਪਾਂ ਕਈ ਜਗ੍ਹਾ, ਕਿਉਂਕਿ ਕਈ ਬੁੱਕਸ 'ਚ 80.67 ਹੈ, ਕਈ ਬੁੱਕਸ ਵਾਲੇ 81 ਲੈਂਦੇ ਆ, ਕਈ 80 ਲੈ ਲੈਂਦੇ ਆ। ਸੋ ਡਿਪੈਂਡਸ, ਲਗਭਗ 80 ਹੁੰਦੀ ਹੈ ਪਾਣੀ ਦੀ, ਮੈਨੂੰ ਬਾਕੀ ਸਾਰਿਆਂ ਦੀ ਨਹੀਂ ਪਤਾ। ਸੋ ਐਪਸਾਈਲਨ ਆਫ ਥਰਮੋਕੋਲ ਜੇ ਹੋਵੇ ਫॉर ਵਾਟਰ, ਫॉर ਥਰਮੋਕੋਲ, ਸੌਰੀ ਐਪਸਾਈਲਨ ਆਫ ਥਰਮੋਕੋਲ ਨਹੀਂ, ਐਪਸਾਈਲਨ ਆਫ ਆਰ, ਇੱਥੇ ਇਹਦਾ ਵੈਲਿਊ ਐਪਸਾਈਲਨ ਆਰ ਹੀ ਲਿਖਾਂਗੇ ਆਪਾਂ, ਪਰ ਫॉर ਥਰਮੋਕੋਲ ਮੈਂ ਕਹਿ ਰਿਹਾ ਮੰਨ ਲਓ ਜੇ ਹੋਵੇ ਤਾਂ ਕੀ ਹੋਏਗਾ, ਉਹ ਐਪਸਾਈਲਨ ਆਫ ਥਰਮੋਕੋਲ डिवाइड बाय एप्सिलॉन ऑफ एयर अगेन। ये भी वैल्यू कुछ आएगी, मैंने नहीं पता कितनी आएगी, पर कुछ भी आएगी, पर ग्रेटर देन 1 ही आएगी, क्योंकि एप्सिलॉन एम हमेशा एप्सिलॉन नॉट तो बड़ा है, तो एप्सिलॉन एम बटा एप्सिलॉन नॉट करोगे तो ग्रेटर देन 1 आएगा। सो एप्सिलॉन आर दी वैल्यू है जी है वो हमेशा ग्रेटर देन इक्वल टू 1 आती है। अच्छा, जे एप्सिलॉन आर फॉर एयर पता करनी हो तो की आएगी, दसो मैंने जल्दी, 1 क्या आएगा, हाँ एप्सिलॉन नॉट ਉਹਦਾ ਆਪਣੇ ਆਪ ਨਾਲ ਕੰਪੇਅਰ ਕੀਤਾ ਤਾਂ 1 ਹੀ ਆਣਾ। ਸੋ ਇਹ ਫॉर 에ਅਰ ਔਰ ਫॉर 에ਅਰ ਔਰ ਵੈਕਿਊਮ 1 ਹੁੰਦੀ ਹੈ, ਬਾਕੀ ਸਾਰਿਆਂ ਲਈ ਇੱਕ ਤੋਂ ਜ਼ਿਆਦਾ ਹੀ ਹੁੰਦੀ ਹੈ ਹਮੇਸ਼ਾ, ਇਹ ਯਾਰ ਨੋਟ ਕਰ ਲਓ ਸਾਰੀ ਗੱਲ। ਇਹਦਾ ਬੜਾ ਫਾਇਦਾ ਹੁੰਦਾ ਸਾਨੂੰ, ਮੈਂ ਦੱਸਦਾ ਕਿਵੇਂ ਫਾਇਦਾ ਹੁੰਦਾ ਹੈ। ਅੱਛਾ, ਇਹਦਾ ਇੱਕ ਡਿਫਾਈਨ ਕਰਨ ਦਾ ਇੱਕ ਹੋਰ ਤਰੀਕਾ ਹੈ, ਇਹਦੀ ਡਿਫਾਈਨ ਕਰਨ ਦਾ ਇੱਕ ਹੋਰ ਬੜਾ ਬੈਟਰ ਤਰੀਕਾ ਹੈ। ਪਤਾ ਵਧੀਆ ਤਰੀਕਾ ਕੀ ਹੈ, ਉਹ ਕਹਿੰਦੇ ਐ ਕਰੋ, ਫੋਰਸ ਦੱਸੋ ਕਿਹਦੇ ਚ ਸਭ ਤੋਂ ਜ਼ਿਆਦਾ ਹੁੰਦਾ ਹੈ, ਹਵਾ ਚ ਨਾ,
Yes. ਤਾਂ ਤੁਸੀਂ ਕਿਸੇ ਵੀ ਹਵਾ ਵਿੱਚ ਫੋਰਸ ਲੈ ਲਓ ਕਿ ਕੋਈ ਦੋ ਚਾਰजेस ਦਾ ਕਿੰਨਾ ਹੈ, ਉਹਨੂੰ ਫੋਰਸ ਬਿਟਵੀਨ ਦਾ ਸੇਮ ਟੂ ਚਾਰजेस ਸੇਮ ਡਿਸਟੈਂਸ ਰੱਖ ਕੇ ਮੀਡੀਅਮ ਲੈ ਲਓ, ਤਾਂ ਇਹਦੀ ਵੈਲਿਊ ਕਰਕੇ ਦੇਖੋ ਕੀ ਆਉਂਦੀ ਹੈ। ਹੁਣ ਤਾਂ ਤੁਹਾਨੂੰ ਮੈਂ ਕਰਵਾ ਚੁੱਕਾ ਇਹ ਆਇਆ, ਉਹੀ ਦੋ ਚਾਰजेस ਨੂੰ ਚੱਕ ਕੇ ਮੀਡੀਅਮ 'ਚ ਲੈ ਗਿਆ ਮੈਂ ਹੁਣ। ਉਹ ਐਪਸਿਲਨ ਨॉट ਨਹੀਂ ਆਣਾ ਇੱਥੇ, ਕੀ ਆਣਾ, ਕੀ ਆਣਾ ਇੱਥੇ, Medium ਦਾ epsilon. ਮੀਡੀਅਮ ਦਾ ਐਪਸਿਲਨ ਆਣਾ ਨਾ। ਆ ਸਾਰੇ ਇਕੱਠੇ ਨਹੀਂ ਆਣੇ ਦੇਖੋ, ਤੇ ਇਹਨੂੰ ਜੇ ਸੋਲਵ ਕਰੋਗੇ ਐਪਸਿਲਨ m ਉੱਪਰ ਆ ਜਾਏਗਾ, ਐਪਸਿਲਨ ਨॉट नीचे आ जाएगा। ਤਾਂ ਆ ਗੱਲਾਂ ਪਰ ਆ ਚੀਜ਼ ਕੀ ਹੈ, ये ਆਹੀ ਤਾਂ ਐਪਸਿਲਨ ਆ ਰਿਹਾ ਹੈ। ਮਤਲਬ ਰਿਲੇਟਿਵ ਪਰਮਿਟਿਵਿਟੀ ਨੂੰ ਤੁਸੀਂ ਐਬਸੋਲੂਟ ਪਰਮਿਟਿਵਿਟੀ ਦੇ ਰੇਸ਼ੋ 'ਚ ਵੀ ਦੱਸ ਸਕਦੇ ਹੋ ਤੇ ਫੋਰਸਿਸ ਦੇ ਰੇਸ਼ੋ 'ਚ ਵੀ ਦੱਸ ਸਕਦੇ ਹੋ। ਸੋ ਇਹਨੂੰ ਡਿਫਾਈਨ ਕਰਦੇ ਹਾਂ ਦੇਖੋ ਬਹੁਤ ਹੀ ਨੀਟ ਐਂਡ ਕਲੀਨ ਤਰੀਕੇ ਨਾਲ ਆਪਾਂ, ਕਿਉਂਕਿ ਚਾਰजेस ਸੇਮ ਹੈ, ਡਿਸਟੈਂਸ ਸੇਮ ਰੱਖਣਾ ਹੈ ਨਾ। ਤਾਂ ਆਪਾਂ ਕਹਾਂਗੇ ਰਿਲੇਟਿਵ ਪਰਮਿਟਿਵਿਟੀ, ਮੈਂ ਪ੍ਰੋਪਰਲੀ ਲਿਖ ਰਿਹਾ, ਤੁਸੀਂ ਵੀ ਆਪਣੇ ਨੋਟਸ ਪ੍ਰੋਪਰਲੀ ਲਿਖਣਾ ਹੈ। ਰਿਲੇਟਿਵ permittivity of a medium, अब इस जगह मैं जानबूझ के छੱਡ ਰਿਹਾ, ਤੁਸੀਂ ਵੀ ਛੱਡ ਦਿਓ, of a medium is defined as ratio between force या रेशियो ऑफ कह लो ना, is defined as ratio of force between any two point charges placed at some distance, obviously r, in air or vacuum to the ratio to the किधर ना होगा force between same two charges placed at same distance, ऊपर आप कहता है any distance, any जो मर्जी some distance ले लो, but इतने नीचे आप same two charges placed at same distance in that medium। सो आप ਇਹਨੂੰ ਐ ਡਿਫਾਈਨ ਕਰ ਲੈਣੇ ਆ, ਕਿਉਂਕਿ ਆ ਚੀਜ਼ ਤੋਂ ਸਾਨੂੰ ਅਗਲ ਪਤਾ ਲੱਗਦੀ ਹੈ। ਤੇ ਰਿਲੇਟਿਵ ਪਰਮਿਟਿਵਿਟੀ ਨੂੰ ਆਪਾਂ ਐਪਸਾਈਲਨ r ਨਾਲ ਡਿਨੋਟ ਕਰਦੇ ਹਾਂ, ਤੇ ਇਹਦਾ ਇੱਕ ਹੋਰ ਨਾਮ ਹੈ, ਹੁਣ ਮੈਂ ਦੱਸਣ ਜਾ ਰਿਹਾ, ਧਿਆਨ ਰੱਖੋ, ਔਰ ਅਸੀਂ ਡਾਈ ਇਲੈਕਟ੍ਰਿਕ ਕਾਂਸਟੈਂਟ ਵੀ ਬੋਲ ਦਿੰਦੇ ਆਪਾਂ, ਡਾਈ ਇਲੈਕਟ੍ਰਿਕ ਕਾਂਸਟੈਂਟ ਆਫ दैट ਮੀਡੀਅਮ। ਤੇ ਇਸ ਨੂੰ ਅਸੀਂ ਕੈਪੀਟਲ K ਨਾਲ ਡਿਨੋਟ ਕਰਦੇ ਹਾਂ, ਇਹਨੂੰ ਕਨਫਿਊਜ਼ ਨਾ ਕਰਿਓ ਛੋਟੇ k ਨਾਲ, ਡਾਈ ਇਲੈਕਟ੍ਰਿਕ ਕਾਂਸਟੈਂਟ ਵੀ ਬੋਲ ਦਿੰਦੇ ਆ। ਇਸ ਲਈ ਇਹ ਦੋਨੋਂ ਗੱਲਾਂ ਸੇਮ ਹੀ ਹੁੰਦੀਆਂ ਨੇ, ਤੁਸੀਂ ਇਸ ਨੂੰ ਸੇਮ ਡਿਫਾਈਨ ਕਰ ਸਕਦੇ ਹੋ। ਪੇਪਰ 'ਚ ਅਗਰ ਆ ਜਾਵੇ ਡੈਫੀਨੇਸ਼ਨ ਤਾਂ ਆਹ ਵਾਲੀ ਨਹੀਂ ਦੇਣੀ ਐਪਸਿਲਨ ਦੇ ਰੇਸ਼ੋ ਵਾਲੀ, ਤੁਸੀਂ ਆਹ ਵਾਲੀ ਹੀ ਦੇਣੀ ਹੈ ਫੋਰਸਿਸ ਵਾਲੀ। ਇਹ ਸਕੂਲ ਐਗਜ਼ਾਮ 'ਚ ਲਿਖਣਾ ਹੈ ਤੁਸੀਂ, ਅਗਰ ਸਕੂਲ ਐਗਜ਼ਾਮ 'ਚ ਆ ਜਾਵੇ ਤੇ ਤੁਹਾਡੇ ਸਾਹਮਣੇ ਹੀ ਮੈਂ ਕਰਕੇ ਦਿਖਾਇਆ, ਤੁਹਾਨੂੰ ਬਿਲਕੁਲ ਸੇਮ ਹੀ ਆ ਰਹੀ ਹੋ ਜਿਵੇਂ ਡਿਫਾਈਨ ਕਰਨੀ ਸੀ ਆਪਾਂ। ਡਾਇਲੈਕਟ੍ਰਿਕ ਕਾਂਸਟੈਂਟ ਨੂੰ ਐ ਡਿਫਾਈਨ ਕਰਦੇ ਆਪਾਂ। ਹੁਣ ਕਿਉਂਕਿ ਵਾਟਰ ਦੇ ਵਿੱਚ ਵਾਟਰ ਦਾ ਡਾਇਲੈਕਟ੍ਰਿਕ ਕਾਂਸਟੈਂਟ ਕਿੰਨਾ ਦੱਸਿਆ ਸੀ ਤੁਹਾਨੂੰ ਮੈਂ, 80। ਹੁਣ ਆਪਾਂ K ਯੂਜ਼ ਕਰ ਲੈਣੇ, ਥੋੜਾ ਐਪਸਿਲਨ ਨਾਲ ਵੱਖਰਾ ਹੋ ਜਾਂਦਾ ਤਾਂ ਜ਼ਿਆਦਾ ਸੌਖਾ ਹੈ। ਤੇ ਇਹਦਾ ਮਤਲਬ ਫੋਰਸ ਬਿਟਵੀਨ ਐਨੀ ਟੂ ਚਾਰजेस ਇਨ 에ਅਰ divided by force between same charges in water at same distance, वो कितने बराबर होएगा 80। या फिर ਇਹਦਾ ਮਤਲਬ ਇਹ ਆ ਕਿ ਵਾਟਰ ਦੇ ਵਿੱਚ ਜਿਹੜਾ ਫੋਰਸ ਹੋਏਗਾ ਉਹ 에ਅਰ ਨਾਲੋਂ ਕਿੰਨਾ ਘੱਟ ਹੋਏਗਾ 1/80। ਦੱਸੋ ਇਹ ਗੱਲ ਕਲੀਅਰ ਹੋਈ? Yes. ਮਤਲਬ ਜੇ ਦੋ ਚਾਰजेस ਨੂੰ ਤੁਸੀਂ ਹਵਾ 'ਚ ਰੱਖਿਆ ਤੇ ਫੋਰਸ ਆ ਰਿਹਾ 160 ਨਿਊਟਨ, ਤੇ ਜਦੋਂ ਤੁਸੀਂ ਉਹਨਾਂ ਨੂੰ ਹਵਾ ਤੋਂ ਲੈ ਜਾਓਗੇ ਸਿੱਧਾ ਹੀ ਪਾਣੀ 'ਚ ਜਾਂ ਉਹਨਾਂ ਵਿੱਚ ਪਾਣੀ ਭਰ ਦੋਗੇ ਤਾਂ ਫੋਰਸ ਘਟ ਜਾਏਗਾ 2 ਨਿਊਟਨ ਰਹਿ ਜਾਏਗਾ, ਬਸ ਬਟਾ 80 ਹੋ ਜਾਏਗਾ, ਡਾਇਲੈਕਟ੍ਰਿਕ ਕਾਂਸਟੈਂਟ ਨਾਲ ਡਿਵਾਈਡ ਹੋ ਜਾਏਗਾ। ਕਿਉਂਕਿ ਡਾਇਲੈਕਟ੍ਰਿਕ ਕਾਂਸਟੈਂਟ ਦੀ ਡੈਫੀਨੇਸ਼ਨ ਹੀ ਇਸ ਤਰ੍ਹਾਂ ਲਿਖੀ ਆਪਾਂ, ਤੇ ਆਪਾਂ ਮੈਂ ਇੱਥੇ ਵੀ ਸ਼ੋ ਕਰ ਦੇਣਾ, ਬਲਕਿ ਡਾਇਲੈਕਟ੍ਰਿਕ ਕਾਂਸਟੈਂਟ ਇਹਨੂੰ K ਵੀ ਕਹਿ ਸਕਦੇ ਆ, ਕੈਪੀਟਲ K। ਇਸ ਨੂੰ ਸਮਾਲ k ਨਾਲ ਡਿਨੋਟ ਉਹ ਨਾ ਕਰਿਓ, ਕੈਪੀਟਲ K। F0/Fm ਹੁੰਦਾ ਹੈ,
ਮਤਲਬ ਮੈਂ ਕਿਹਾ ਕਿ ਤੁਸੀਂ ਪਰਮਿਟਿਵਿਟੀਆਂ ਨੂੰ ਨਾ ਲੱਭਦੇ ਫਿਰੋ, ਕਿਉਂਕਿ ਤੁਹਾਨੂੰ ਆ ਨਹੀਂ ਪਤਾ ਨਾ ਸਾਰੀਆਂ ਪਰਮਿਟਿਵਿਟੀਜ਼ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਸੀ, ਆਹ ਵਾਲੀ ਪਰਮਿਟਿਵਿਟੀਜ਼ ਮੈਨੂੰ ਨਹੀਂ ਪਤਾ, ਆਈ ਡੋਂਟ ਨੋ, ਇਹ ਸਭ ਨਹੀਂ ਪਤਾ ਸਾਰੇ ਮੀਡੀਅਮ ਦੀ। ਪਰ ਸਾਰੇ ਮੀਡੀਅਮਸ ਦਾ ਡਾਇਲੈਕਟ੍ਰਿਕ ਕਾਂਸਟੈਂਟ ਸਾਨੂੰ ਗਿਵਨ ਹੁੰਦਾ ਹੈ ਨਿਊਮੈਰੀਕਲ ਚ ਹਮੇਸ਼ਾ। ਸੋ ਅਗਰ ਸਾਰੇ ਮੀਡੀਅਮ ਦਾ ਡਾਇਲੈਕਟ੍ਰਿਕ ਕਾਂਸਟੈਂਟ ਗਿਵਨ ਹੁੰਦਾ ਹੈ ਤਾਂ ਮਤਲਬ ਉਹਨਾਂ ਦੇ ਡਾਇਲੈਕਟ੍ਰਿਕ ਕਾਂਸਟੈਂਟ ਤੋਂ ਸਾਨੂੰ ਫੋਰਸ ਪਤਾ ਲੱਗ ਜਾਏਗਾ। ਮੈਨੂੰ ਲੋੜ ਹੀ ਨਹੀਂ ਇਹਦੇ ਚੱਕਰ ਦੀ ਪੈਣ ਦੀ। ਹੁਣ ਜਿਵੇਂ ਇੱਥੇ ਮੈਂ ਜੇ ਕਰਨਾ ਆ ਫੋਰਸ ਬਿਟਵੀਨ ਵਾਟਰ, ਤਾਂ ਮੈਂ ਕਹੂੰਗਾ ਵੀ ਫੋਰਸ ਬਿਟਵੀਨ ਟੂ ਚਾਰजेस ਇਨ ਵਾਟਰ ਕੀ ਹੋਏਗਾ, ਜਿੰਨਾ ਫੋਰਸ 에ਅਰ ਚ ਹੈ ਉਹ ਪਤਾ ਕਰ ਲਿਓ, ਆਵਲਾ ਤਾਂ ਕੱਢਣਾ ਆਉਂਦਾ ਹੀ ਆ, ਸੌਖਾ ਇਹਦਾ ਫਾਰਮੂਲਾ ਪਤਾ ਵੀ, ਡਿਵਾਈਡ ਬਾय ਉਹਦਾ K ਫॉर ਵਾਟਰ, कैपिटल K नॉट स्मॉल K। इस तरह फोर्स बिटवीन थर्मोकोल जो पता करना है तो वही फोर्स इन एयर पता कर लो, डिवाइड बाय K फॉर थर्मोकोल, सब का K अलग अलग होएगा। समय लगी गल हुण? हाँ जी सर। सो बहुत ध्यान नाल इसनूं समझ के चलना है गल नूं। ते मैं तुहानूं हुण मैं इहनूं फार्मूले विच नॉर्मली पुट करके दिखा देना, देखो अपने आप सारी चीज़ां उत्थों निकलणगीਆਂ। देखो जे मान लो मैनूं K गिवन है किसी भी मीडियम का, तो फोर्स बिटवीन टू चार्जेस इन एनी मीडियम हुंदा की है, बेसिकली आ हुंदा है ना, नहीं आ नहीं हुंदा, आ हुंदा है ना। ते तुहानूं इहदा डाइलैक्ट्रिक कांस्टेंट गिवन है, मान लो मीडियम का डाइलैक्ट्रिक हुंदा की है, एप्सिलॉन ऑफ मीडियम बटा एप्सिलॉन ऑफ एयर। एयर फिर इत्थों तुसीं एप्सिलॉन m दी वैल्यू कढ सकदे हो, की आएगा K इंटू एप्सिलॉन नॉट ऑफ एयर। ते इत्थे जे पुट करोगे K इंटू एप्सिलॉन नॉट, एप्सिलॉन नॉट इंटू K इत्थे पुट करता, आ कैपिटल K है, याद रखिए छोटा वाला K नहीं है पीछे वाला, तो एदी वैल्यू आराम नाल पता है सानू 9 इंटू 10⁻⁹ हुण पुट कर सकदे ना इहनूं। तो बेसिकली A ते A मिला के की बन जूगा, फोर्स इन एयर नहीं बन गया आप, है ना। तो इसलिए तो ऐ पता कर लेने आप सीधा ही भी, तुसीं छड्डो ओहदे एप्सिलॉन m दे चक्कर च ना पाओ, बस डाइलैक्ट्रिक कांस्टेंट नाल डिवाइड कर दिया करो, काम खत्म। ते इत्थे डाइलैक्ट्रिक कांस्टेंट दी फिर डेफिनेशन ही निकल आई भी फोर्स इन एयर बाय फोर्स इन मीडियम, जो आप हुणे पीछे डिफाइन किया लिखा, आ देखो डाइलैक्ट्रिक कांस्टेंट ऑफ अ मीडियम इज डिफाइंड एज द रेशियो ऑफ द फोर्स बिटवीन एनी टू पॉइंट चार्जेस प्लेस्ड एट सम डिस्टेंस इन एयर टू द force between the same two charges placed at same distance in that medium। दसो गल क्लियर हुई सारे नूं हुण? हाँ जी सर। सो फिलहाल मैं डाइलैक्ट्रिक कांस्टेंट वाले ਇਹਦੇ ਵਿੱਚ ਉਹਦੀ ਡਿਟੇਲ ਚ ਜਾਣ ਤੋਂ ਪਹਿਲਾਂ ਮੈਂ ਵਾਪਸ ਆਵਾਂ ਕੂਲਮਸ ਲਾਤੇ, ਤਾਂ ਕਿ ਤੁਹਾਨੂੰ ਮੈਂ ਸਮਝਾ ਸਕਾਂ ਕੁਝ ਹੋਰ ਗੱਲਾਂ। ਸੋ ਆਪਾਂ ਅਗਰ ਮੈਂਸ਼ਨ ਨਾ ਕੀਤਾ ਹੋਵੇ ਕੋਈ ਮੀਡੀਅਮ, ਤਾਂ ਤੁਸੀਂ ਆਪਣੇ ਵੱਲੋਂ ਹੀ ਕਿਹੜਾ ਮੀਡੀਅਮ ਮੰਨ ਕੇ ਚੱਲੋਗੇ, 에ਅਰ ਜਾਂ ਵੈਕਿਊਮ। ਠੀਕ ਹੈ ਜੀ ਗੱਲ? ਤੁਸੀਂ ਹਮੇਸ਼ਾ 에ਅਰ ਜਾਂ ਵੈਕਿਊਮ ਹੀ ਮੰਨ ਕੇ ਚੱਲੋਗੇ, ਤੇ ਤੁਸੀਂ ਉਹੀ ਫਾਰਮੂਲੇ ਲਗਾਓਗੇ, 1/4πε0 ਹੀ ਲਗਾਓਗੇ। ਤੁਸੀਂ K ਦੀ ਵੈਲਿਊ ਸਮਾਲ K ਦੀ ਵੈਲਿਊ ਯਾਨੀ ਜਾਂ 1/4πε0 ਦੀ ਆਦਤ ਪਾ ਲਓ ਤੁਸੀਂ, ਚਾਹੇ ਇਹਨੂੰ ਹਮੇਸ਼ਾ ਹੀ ਤੁਸੀਂ ਕੀ ਲਿਖੋਗੇ, ਆ ਲਿਖੋਗੇ, ਤੇ ਯੂਨਿਟਸ ਤੁਹਾਨੂੰ ਪਤਾ ਹੀ ਨਹੀਂ। ਆ ਸੌਖਾ ਕੰਮ ਹੈ। ਹੁਣ ਆਪਾਂ ਮੀਡੀਅਮ ਵਾਲੀ ਜਿਹੜੀ ਚੀਜ਼ ਨੇ ਦੁਬਾਰਾ ਵਾਪਸ ਆਵਾਂਗੇ ਅਗਲੇ ਲੈਕਚਰ 'ਚ। ਫਿਲਹਾਲ ਆਪਾਂ ਗੱਲ ਕਰਦੇ ਹਾਂ ਕੁਝ ਹੋਰ ਇਸ ਤੋਂ ਅੱਗੇ ਦੀ, ਉਹਨੂੰ ਕਹਿੰਦੇ ਆ ਸੁਪਰਪੋਜੀਸ਼ਨ ਪ੍ਰਿੰਸੀਪਲ। बड़ा इंपॉर्टेंट है, तो बड़ा सौखा भी है, सिंपल जी गल। एक की कहना बाद च लिखाना, पहले समझा लेने। ये कह रहा है कि मान लो चार्ज तुहाडे कोल एक दी बजाय दो दी बजाय ज्यादा है। मान लो आ चार्ज Q1 है, आ चार्ज मान लो Q2 है, ठीक है, तो आ चार्ज मान लो Q3 है, आ चार्ज मान लो Q4 है, इस तरह होर बहुत सारे चार्जेस। मान लो आप चार चार्ज दिखा, मान लो वो कह रहे हैं कि तुसी Q1 चार्ज ते फोर्स पता करके दिखाओ, टोटल फोर्स। सुपरपोजिशन कहना कि देखो एक चार्ज दे करके दा पता करन दा फार्मूला सानू कूलम्स ला ने दिता है ना, दो चार्जेस दे विच जेड़ा फोर्स पता करन दा फार्मूला सानू कूलम्स ला ने दिता है। हुण इत्थे तां तीन तीन होर पए ने नाल ओदे, तो कहंदे ऐ करो तुसी तिन्नां दे करके अलग अलग फोर्स पता कर लो, ते उन्हां फोर्सेस नू वैक्टोरियली ऐड कर दो, ਤਾਂ ਤੁਹਾਨੂੰ ਸੁਪਰ ਟੋਟਲ ਫੋਰਸ ਮਿਲ ਜਾਏਗਾ। ਜਿਵੇਂ ਕਿ Q1 ਚਾਰਜ ਦੇ ਉੱਪਰ Q2 ਦੇ ਕਰਕੇ ਕਿੰਨਾ ਫੋਰਸ ਹੋਏਗਾ, ਮੈਂ ਆਹ ਵਾਲਾ ਡਿਸਟੈਂਸ ਬਿਟਵੀਨ them ਜਿਹੜਾ ਹੈਗਾ ਨਾ, ਇਹਨੂੰ ਮੰਨ ਲੈਣਾ ਵਾ R12 ਹੈ, ਠੀਕ ਹੈ, ਪਹਿਲੇ ਤੇ ਦੂਜੇ ਚ ਫੋਰਸ ਡਿਸਟੈਂਸ।
ਤਾਂ ਫੋਰਸ ਕਿੱਧਰ ਨੂੰ ਹੋਏਗਾ, ਸਾਰੇ ਪੋਜ਼ਿਟਿਵ ਮੰਨ ਕੇ ਚੱਲੋ, ਇਧਰ ਨੂੰ ਹੋਏਗਾ ਨਾ, ਹੋਏਗਾ ਨਾ। ਹਾਂਜੀ ਸਰ। ਉਸਨੂੰ ਆਪਾਂ F12 ਕਹਿ ਦਿੰਦੇ ਹਾਂ, 1 ਤੇ ਫੋਰਸ ਲੱਗ ਰਿਹਾ 2 ਦੇ ਕਰਕੇ, ਠੀਕ ਹੈ, ਆ ਫੋਰਸ ਹੋ ਗਿਆ। ਇਹ ਆਪਾਂ ਪਤਾ ਕਰ ਲਾਂਗੇ ਨਾ ਡਿਸਟੈਂਸ ਤੋਂ ਵੀ ਟੋਟਲ ਕਿੰਨਾ ਹੈ। ਪਰ ਕੀ Q1 ਤੇ ਸਿਰਫ ਇੰਨਾ ਹੀ ਫੋਰਸ ਲੱਗ ਰਿਹਾ ਕਿ ਹੋਰ ਵੀ ਫੋਰਸ ਲੱਗ ਰਹੇ ਨੇ, ਇੱਥੇ ਦੱਸੋ। ਹੋਰ ਵੀ ਸਰ ਲੱਗ ਰਹੇ ਨੇ 2 ਹੋਰ ਵੀ ਲੱਗ ਰਹੇ ਨੇ, ਹਲੇ Q3 ਕਰਕੇ ਵੀ ਲੱਗੇਗਾ। ਤਾਂ Q3 ਕਰਕੇ ਜਿਹੜਾ ਲੱਗੇਗਾ ਫੋਰਸ, ਉਹ ਕਿੰਨਾ ਲੱਗੇਗਾ, Q3 ਕਰਕੇ ਫਿਰ ਇੱਧਰ ਲੱਗੇਗਾ, ਐ ਕਰਕੇ, ਹੈ ਕਿ ਨਹੀਂ। ਉਹਨੂੰ ਫੋਰਸ ਨੂੰ ਆਪਾਂ F13 ਕਹਿ ਦਿੰਦੇ ਆ। ਹੁਣ ਇਸ ਡਿਸਟੈਂਸ ਤੇ ਡਿਪੈਂਡ ਕਰਦਾ, ਆਣਾ ਡਿਸਟੈਂਸ ਵੱਖਰਾ ਹੈ, ਪਤਾ ਨਹੀਂ ਕਿੰਨਾ ਹੋਵੇ, R13 ਕਹਿ ਦਿੰਦੇ ਆਪਾਂ, 1 ਤੇ 3 ਵਿੱਚ ਡਿਸਟੈਂਸ। ਤੇ Q4 ਕਰਕੇ ਵੀ ਤਾਂ ਫੋਰਸ ਲੱਗੇਗਾ ਨਾ, Q4 ਕਰਕੇ ਇੱਧਰ ਨੂੰ ਲੱਗੇਗਾ, ਉਹ ਹੋਏਗਾ F14। ਤਾਂ ਉਹ ਕਹਿੰਦੇ ਫਿਰ ਇੱਕ ਹੀ ਚਾਰਜ ਤੇ ਜਦੋਂ ਉਹਦੇ ਆਲੇ ਦੁਆਲੇ ਪਏ ਹੋਏ ਇੱਕ ਤੋਂ ਜ਼ਿਆਦਾ ਚਾਰजेस ਫੋਰਸ ਲਗਾ ਰਹੇ ਹੋਣ, ਤਾਂ ਤੁਸੀਂ ਉਸ ਚਾਰਜ ਤੇ ਨੈਟ ਫੋਰਸ ਕਿਵੇਂ ਪਤਾ ਕਰੋਗੇ। ਬਹੁਤ ਸਿੰਪਲ ਹੈ, ਸਾਰਿਆਂ ਨੂੰ ਜੋੜ ਦੋ, ਬਸ ਗੱਲ ਖਤਮ। ਬਸ ਸਾਰਿਆਂ ਨੂੰ ਐ ਨਹੀਂ ਜੋੜ ਦੇਣਾ ਸਿੱਧਾ ਹੀ, ਆਲੂ ਵਾਂਗੂ ਨਹੀਂ ਜੋੜ ਦੇਣਾ ਵੀ 2 ਕਿਲੋ ਆਲੂ ਤੇ 3 ਕਿਲੋ ਆਲੂ 5 ਕਿਲੋ ਆਲੂ ਹੋ ਗਏ। ਫੋਰਸਿਸ ਨੇ ਇਹ ਵੈਕਟਰ ਕੁਆਂਟੀਟੀਜ਼ ਨੇ, ਵੈਕਟਰ ਕੁਆਂਟੀਟੀਜ਼ ਨੂੰ ਜੋੜਦੇ ਹੋਏ ਵੈਕਟਰ ਵਾਲਾ ਮੈਥਡ ਯੂਜ਼ ਕਰਨਾ ਪੈਣਾ, ਵੈਕਟੋਰੀਅਲੀ ਐਡ ਕਰਨਾ ਪੈਣਾ। ਜਿਵੇਂ ਤੁਹਾਨੂੰ ਟ੍ਰਾਇੰਗਲ ਲਾਅ ਸਿਖਾਇਆ, ਪੈਰਲਲੋਗ੍ਰਾਮ ਲਾਅ ਸਿਖਾਇਆ, ਉਸ ਹਿਸਾਬ ਨਾਲ ਜੋੜਨਾ ਪੈਣਾ। ਉਹਦੇ ਲਈ ਫਿਰ ਤੁਹਾਨੂੰ ਇਹਨਾਂ ਵਿਚਕਾਰਲੇ ਐਂਗਲ ਵੀ ਪਤਾ ਹੋਣੇ ਚਾਹੀਦੇ ਆ, ਤਾਂ ਹੀ ਜੋੜ ਪਾਓਗੇ ਨਾ ਫੋਰਸਿਸ ਨੂੰ। ਸੋ ਤੁਸੀਂ ਫੋਰਸ ਔਨ ਫਸਟ ਚਾਰਜ ਜਿਹੜਾ ਇੱਥੇ Q1 ਹੈਗਾ, ਉਹਨੂੰ ਤੁਸੀਂ ਵੈਕਟਰ ਫਾਰਮ 'ਚ ਕਿਵੇਂ ਲਿਖੋਗੇ ਵੀ ਪਹਿਲੇ ਚਾਰਜ ਤੇ ਫੋਰਸ ਦੂਜੇ ਚਾਰਜ ਦੇ ਕਰਕੇ, ਪਲੱਸ ਪਹਿਲੇ ਚਾਰਜ ਤੇ ਫੋਰਸ ਤੀਜੇ ਚਾਰਜ ਦੇ ਕਰਕੇ, ਪਲੱਸ ਪਹਿਲੇ ਚਾਰਜ ਤੇ ਫੋਰਸ ਚੌਥੇ ਚਾਰਜ ਦੇ ਕਰਕੇ, ਪਲੱਸ ਔਨ ਜੇ ਹੋਰ ਵੀ ਚਾਰਜ ਹੋਣ। ਆਹੀ ਕੀ ਹੈ, ਸੁਪਰਪੋਜੀਸ਼ਨ ਪ੍ਰਿੰਸੀਪਲ। ਦੱਸੋ ਕੀ ਔਖਾ ਹੈ, ਇਹ ਤਾਂ ਬਹੁਤ ਸਿੰਪਲ ਜੀ ਗੱਲ ਆ, ਸਿਰਫ ਗੱਲ ਹੀ ਕਹੀ ਹੈ ਉਹਨਾਂ ਨੇ ਜੋ ਤੁਹਾਨੂੰ ਲੱਗਦਾ ਵੀ ਸੀ। ਸੋ ਇਹਦੇ ਚ ਸੁਪਰਪੋਜੀਸ਼ਨ ਪ੍ਰਿੰਸੀਪਲ ਜੋ ਸਟੇਟ ਕਰਦਾ ਹੈ, ਸਟੇਟਮੈਂਟ ਇਹਦੀ 2 ਹਿੱਸਿਆਂ 'ਚ ਵੰਡ ਕੇ ਵੀ ਆਪਾਂ ਲਿਖ ਸਕਦੇ ਹਾਂ। ਇਟ ਸਟੇਟਸ ਦੈਟ, ਇਹਦੇ ਲਈ ਤੁਸੀਂ ਕਿਤਾਬ ਜਾਂ ਬੁਕਲੇਟ ਜਿਹੜੀ ਸਰ ਨੇ ਤੁਹਾਨੂੰ ਭੇਜੀ ਹੋਣੀ ਆ, ਮੇ ਵੀ ਤੁਸੀਂ ਉਹ ਬੁਕਲੇਟ 'ਚ ਪੜ੍ਹ ਸਕਦੇ। ਬੁਕਲੇਟ ਆਈ ਸਾਰਿਆਂ ਕੋਲ? Yes, sir. ਹਾਂਜੀ ਸਰ। Yes. ਅੱਛਾ, ਬੁਕਲੇਟ ਤੋਂ ਵੀ ਤੁਸੀਂ ਪੜ੍ਹ ਸਕਦੇ ਹੋ ਸੁਪਰਪੋਜੀਸ਼ਨ ਪ੍ਰਿੰਸੀਪਲ ਦੀ ਡੈਫੀਨੇਸ਼ਨ, ਪਰ ਟੈਕਸਟ ਬੁੱਕਸ 'ਚੋਂ ਵੀ ਪੜ੍ਹ ਸਕਦੇ ਹੋ। ਬਹੁਤ ਅੱਛੀ ਗੱਲ ਹੈ ਕਿ ਤੁਸੀਂ ਅਗਰ ਬੁਕਲੇਟ ਦੇ ਨਾਲ ਨਾਲ ਟੈਕਸਟ ਬੁੱਕ ਪੜ੍ਹਨ ਦਾ ਵੀ ਕੰਮ ਨਾਲ ਨਾਲ ਕਰੋ, ਤਾਂ ਤੁਹਾਨੂੰ ਇਹ ਸਭ ਗੱਲਾਂ ਪੜ੍ਹਨ ਦਾ ਮੌਕਾ ਤਾਂ ਮਿਲੇ। ਕਿਤਾਬ 'ਚ ਕੀ ਕਹਿੰਦੀ ਹੈ, ਵਰੁਣ ਸਰ ਕੀ ਕਹਿੰਦੇ ਆ, ਹਨਾ। ਇਟ ਸਟੇਟਸ ਦੈਟ, ਇਹ 'ਚ 2 ਗੱਲਾਂ ਮੈਂ ਲਿਖ ਦੇਣਾ। ਇਟ ਸਟੇਟਸ ਦੈਟ the force between electrostatic force कह दिया पर ज्यादा बेटर। it states that electrostatic force between any 2-point charges is not affected by presence of other nearby charges। मतलब ਉਹਦੇ ਨੇੜੇ ਤੇੜੇ ਕੋਈ ਹੋਰ, मतलब Q1 ਚਾਰਜ ਨੂੰ Q2 ਨੇ ਇੰਨਾ ਫੋਰਸ ਲਾਇਆ ਨਾ, ਉਹਨੇ ਇੰਨਾ ਹੀ ਲਾਣਾ, ਚਾਹੇ Q2 Q3 ਤੇ Q4 ਚਾਹੇ ਇੱਥੇ ਪਏ ਹੋਣ ਤੇ ਚਾਹੇ ਨਾ ਪਏ ਹੋਣ। मतलब ਇਹਦਾ ਕੰਟਰੀਬਿਊਸ਼ਨ ਤਾਂ ਇੰਨਾ ਹੀ ਰਹੇਗਾ ਨਾ। ਇਹਦੇ ਇਹ ਨਹੀਂ ਕਿ ਦੂਜੇ ਚਾਰਜ ਆ ਕੇ ਤਾਂ ਇਹਨੇ ਆਪਣਾ ਫੋਰਸ ਘਟਾ ਲਿਆ ਜਾਂ ਵਧਾ ਲਿਆ, ਨਹੀਂ, ਇਹਨੇ ਆਪਣਾ ਘਟਾਣਾ ਵਧਾਣਾ ਨਹੀਂ ਹੈ। ਹਾਂ, ਦੂਜੇ ਚਾਰजेस ਦਾ ਨਵੇਂ ਫੋਰਸ ਆ ਜਾਣਗੇ ਤਾਂ ਸਾਰਿਆਂ ਨੂੰ ਜੋੜ ਲਾਂਗੇ ਆਪਾਂ, ਤਾਂ ਨੈਟ ਫੋਰਸ ਆ ਜਾਏਗਾ, ਠੀਕ ਹੈ। ਐਂਡ the net force on any point charge कह लो थी, is equal to vector sum बोलना, sum नहीं लिखना सकते, of forces by all individual charges। बस भी ਅਸੀਂ ਵੈਕਟਰ ਸਮ ਕਰ ਦਾਂਗੇ ਸਾਰੇ ਇੰਡੀਵਿਜੂਅਲ ਚਾਰजेस ਤੇ ਜਿਹੜਾ ਫੋਰਸ ਆਣਗੇ ਉਹ ਤੋਂ। ਆ ਸਿਰਫ ਇਹਦੀ ਸਟੇਟਮੈਂਟ ਲਿਖੀ ਹੈ ਮੈਂ, ਤੇ ਇਹਨੂੰ ਇਸ ਤਰ੍ਹਾਂ ਤੁਸੀਂ ਸ਼ੋ ਕਰ ਸਕਦੇ ਹੋ। ਇਸ ਤਰ੍ਹਾਂ ਹੋਰ ਵੀ ਚਾਰजेस ਨੂੰ ਪਲੱਸ ਸੋ ਔਨ ਕਰਤਾ ਆਪਾਂ, ਪਰ ਮੈਂ ਤੁਹਾਨੂੰ ਅਪਲਾਈ ਕਰਕੇ ਦਿਖਾਣਾ, ਤੁਹਾਨੂੰ ਜ਼ਿਆਦਾ ਸਮਝ ਆਏਗਾ ਫਿਰ ਕਿ ਕਿਵੇਂ ਅਪਲਾਈ ਕਰਨਾ ਇਹਨੂੰ ਸੁਪਰਪੋਜੀਸ਼ਨ ਪ੍ਰਿੰਸੀਪਲ ਨੂੰ। ਤਾਂ ਇਹਦੀ ਐਪਲੀਕੇਸ਼ਨ ਆਪਾਂ ਵਿੱਚ ਸਮਝਾਂਗੇ ਜ਼ਿਆਦਾ ਬੈਟਰ, ਕਿਉਂਕਿ ਉੱਥੇ ਆਪਾਂ ਨੂੰ ਕੁਝ ਚੀਜ਼ਾਂ ਗਿਵਨ ਵੀ ਹੋਣਗੀਆਂ। ਹੁਣ ਆਪਾਂ ਕਰਦੇ ਹਾਂ ਕੁਐਸਚਨ ਕਰਦੇ ਹਾਂ ਇੱਕ। ਦੇਖੋ ਸਾਰੇ ਜਣੇ ਕੁਐਸਚਨ ਲਿਖਿਓ ਆਪਣੇ ਕਾਪੀ ਦੇ ਨਾਲ ਨਾਲ ਤੇ ਸਮਝਿਓ। ਇਹਦੇ 'ਚ ਆਪਾਂ ਕੀ ਕਰ ਰਹੇ ਹਾਂ, ਮੰਨ ਲਓ ਕਿ ਆਪਣੇ ਕੋਲ
मान लो एक इक्विलेटरल ट्राइंगल है, ठीक है जी, इक्विलेटरल ट्राइंगल है। इक्विलेटरल ट्राइंगल जिहड़ी है ओदा साइड ए है, ਇਹ गिवन है ਆਪਾਂ ਨੂੰ ए, ठीक है। इक्विलेटरल ट्राइंगल ਦੇ ਨੀਚੇ ਇੱਥੇ ਇਸ ਪੁਆਇੰਟ ਤੇ ਚਾਰਜ ਰੱਖਿਆ ਹੈ ਮੰਨ ਲਓ Q प्लस Q, ਇੱਥੇ ਵੀ ਚਾਰਜ ਰੱਖਿਆ ਹੈ Q, ਤੇ ਸਭ ਤੋਂ ਉੱਪਰ ਇੱਥੇ ਚਾਰਜ ਰੱਖਿਆ ਆਪਾਂ कैपिटल Q, ਤੇ ਸਾਰੇ ਪੋਜ਼ਿਟਿਵ ਚਾਰजेस ਨੇ, ठीक है। नीचे Q, ਇੱਥੇ Q, ਇੱਥੇ ਉੱਪਰ कैपिटल Q, ठीक है। ਤੇ ਆਪਾਂ ਨੂੰ ਕਿਹਾ ਗਿਆ फाइंड द नेट फोर्स ऑन चार्ज Q। सॉल्यूशन हुण देखो किवें करोगे इस चीज नूं जी, नेट फोर्स पता करना है आपां ऑन चार्ज कैपिटल Q। तो नेट फोर्स पता करन दे लई तुहानूं करना की चाहिए, देखो तुहानूं नेट फोर्स पता करने पहला इक्विलेटरल ट्रायंगल थोड़ा होर मैं सोहनी जी बना लवां, ऊपर थोड़ा धक्का कीता मैं, आ बन गई इक्विलेटरल ट्रायंगल, ठीक है। इहदे ऊपर Q चार्ज हैगा, इत्थे चार्ज हैगा अपने कोल Q, इफ आंसर च आ सकदे ने Q Q, ते सारे साइड्स किन्नियां ने A, सारे एंगल किन्ने होणगे 60 डिग्री 60 डिग्री। तो हुण मैनूं क्या भी कैपिटल Q चार्ज ते फोर्स पता करना ना, तो ਉਹਦੇ करके पहला तुसीं इस चार्ज करके फोर्स पता कर लो, फिर इस करके मैं दोनों नूं वैक्टोरियली ऐड कर दांगे। पर पहला तुसीं पहला Q चार्ज करके ਇਹਦੇ करके फोर्स पता करते हैं। मान लो इस पोजीशन का नाम रख देने A, ਇਹਦਾ नाम रख देने B, ਇਹਦਾ नाम रख देने C। सो A चार्ज ए ਜਿਹੜਾ A ਤੇ ਚਾਰਜ ਪਿਆ ਉਹਦੇ ਕਰਕੇ ਜਿਹੜਾ फोर्स होएगा वो किधर ਨੂੰ होएगा ਤੇ ਕਿੰਨਾ होएगा। देखो पहले तो आप लिख दिए फोर्स है ना ऑन चार्ज Q ड्यू टू द चार्ज एट A, एफ ए कह देने आप ड्यू टू A, कुछ भी नोटेशन यूज करने हैं, वेक्टर फॉर्म च लिख देना, नाल मैं डायरेक्शन में लिख दूंगा। किधर होएगा दसो, इधर नहीं होएगा, देखो इधर नु है, देखो ध्यान नाल, हाँ जी सर, इधर नु होएगा फोर्स एफ ए इन फोर्स ऑन द चार्ज ड्यू टू A, है ना। ये कितना होएगा ये लिखिए, इतने लिख देने, देखो 1/4 पाई एप्सिलॉन नॉट, क्योंकि मैंने तो पता ही नहीं कि मीडियम का एयर ही है, मतलब तो पहला चार्ज कितना है Q, दूसरा चार्ज कितना है कैपिटल बटा डिस्टेंस कितना है जल्दी दसो A स्क्वायर, बिल्कुल ठीक है। तो इनो अलोंग इथे डायरेक्शन जी लिखनी अलोंग AC कह देने आप ना, A तो C वाले पासे दी डायरेक्शन है ना, ऊपर तो कुछ है नहीं, AC अलोंग AC कह सकते हैं आप, लिखन दी याद पाओ इदां दी डायरेक्शन अलोंग AC है कह देने बस, ते ओ ऊपर दिखावांगे आप फोर्स जो लग रहा, ठीक है जी गल, इस कोई डाउट था नहीं। अच्छा फिर ਇਹਦੇ ऊपर B करके भी तो फोर्स लगेगा, है ना, B दे करके ਜਿਹੜਾ फोर्स लगेगा, फोर्स ऑन चार्ज ड्यू टू B, वो किधर लगेगा, देखो सारे ने सोचो किधर लगेगा, आप सोच लो पहले, दिमाग लगा लो कि तुम लगता है इधर लगेगा, along BC, हाँ अलोंग BC लगेगा। ते मैग्नीट्यूड विच पहले नालों ज्यादा होएगा घट होएगा, सेम होएगा सर, हाँ बिल्कुल सेम होएगा इथे, क्योंकि देखो दोनों चार्जेस भी सेम ने, Q ते Q, इथे भी Q ते Q, डिस्टेंस भी सेम है ना हाँ अलोंग जी सर, BC। सो ए लिखता ਇਹਦਾ मतलब अकॉर्डिंग टू सुपरपोजिशन प्रिंसिपल ਜਿਹੜਾ नेट फोर्स होएगा ਉਹਦੇ ਤੇ F net ਉਹ बेसिकली FA ਤੇ FB ਨੂੰ जोड़ के आएगा कि नहीं, है ना। हालांकि इन्हां दा मैग्नीट्यूड देखो बिल्कुल सेम ही है ना, आप मैग्नीट्यूड देखो दोनों दा सेम ही है, बस डायरेक्शन च फर्क है। अच्छा ਤੁਹਾਡੇ ਚ ਕੋਈ ਦੱਸ ਸਕਦਾ ਇਹਨਾਂ ਦੋਨਾਂ ਚ एंगल कितना होएगा, 60 डिग्री 60 डिग्री होएगा, बिल्कुल 60 डिग्री। तो फिर दो फोर्स ਨੂੰ ऐड करना कितना औखा काम है दसो। तो F net जे पता करना हो, मैं हुण मैं लगावां सीधा ही फार्मूला, F net दा जे कल्ला मैग्नीट्यूड देखना होवे तो होएगा अंडर रूट ऑफ FA दा स्क्वायर प्लस FB दा स्क्वायर प्लस 2FA FB cos 60 डिग्री। पर एक गल ध्यान रखो, गल कुछ ना न्यूमेरिकल च बड़ी हेल्प मिलेगी थानू, आ ਇਹਦਾ FA ਦਾ ਜਿਹੜਾ मैग्नीट्यूड है ਇਹਦਾ कल्ला F कह सकते हैं ਆਪਾਂ, देखो क्योंकि आ सेम ही है ना दोनों F ने,
कि नहीं? बाद च वैल्यू पुट कर हाँ देंगे जी सर। क्योंकि दोनों बराबर ने, बार बार कितने पुट करते फिरांगे ਆਪਾਂ ਐ ਕਰਦੇ ਆ एफ ए ਦਾ ਮੈਗਨੀਟਿਊਡ ਤੇ एफ बी ਦਾ ਮੈਗਨੀਟਿਊਡ ਕਿਉਂਕਿ ਬਰਾਬਰ ਹੈ ਤਾਂ ਉਹਨਾਂ ਦੋਨਾਂ ਦਾ ਨਾਮ ਆਪਾਂ ਕੱਲਾ f ਰੱਖ ਦਿੰਨੇ, ਬਾਅਦ ਚ f ਪੁਟ ਕਰ ਦਾਂਗੇ। f ਸਾਨੂੰ ਪਤਾ ਕਿੰਨਾ ਇੰਨਾ ਹੈ ਕਿ ਨਹੀਂ, ਹੈ ਨਾ? ਤਾਂ ਇੱਥੇ ਆਨਸਰ ਕੀ ਆਏਗਾ ਦੇਖੋ, ਅੰਡਰ ਰੂਟ ਆਫ f ਸਕੁਅਰ प्लस f ਸਕੁਅਰ प्लस cos 60 डिग्री कितना ਹੁੰਦਾ 1/2 ਤੇ ਇੱਥੇ f f ਆਊਗਾ ਤਾਂ f ਸਕੁਅਰ ਹੀ ਆਊਗਾ ਇਹ। हाँ जी सर। ਆਊਗਾ ਇਹ 3f ਸਕੁਅਰ ਕਿੰਨਾ ਆਊਗਾ ਇਹ √3f। बस फिर स्क्वायर रूट 3 इंटू एफ पुट कर दो, आंसर आ गया आपने बस। तो जे किसी ने डायरेक्शन देखनी है तो डायरेक्शन का फार्मूला लगा दो, फिर वही tan थीटा वाला tan अल्फा वाला, है ना, जेड़ा आप लगाने हैं। जे ए नाल या बी नाल एंगल देखना इत्थों पता लग जाऊगा एंगल कितना है। तो वैसे तो इत्थे डायग्राम जी पता लग जाऊगा, क्योंकि जे तुसीं इन्हां दा पैरेललोग्राम बनाओगे, है ना, तो बिल्कुल इत्थों वर्टिकल आएगा फोर्स नेट, है कि नहीं? देखो मतलब आ दोनों चार्ज की पुश दे करके वो बेसिकली चार्ज ऊपर ਨੂੰ ਭੱਜਣ ਦੀ ਕੋਸ਼ਿਸ਼ ਕਰੇਗਾ ਜੇ ਉਹਨੂੰ ਛੱਡ ਦਿੱਤਾ ਜਾਵੇ ਫਿਰ, है कि नहीं? हाँ जी सर। ਸੋ ਇਸ ਤਰ੍ਹਾਂ ਥੋੜਾ ਜਿਹਾ ਆਪਣਾ ਕੋਸ਼ਿਸ਼ ਕਰਿਆ ਕਰੋ ਚੀਜ਼ਾਂ ਨੂੰ ਵੰਡ ਕੇ ਸੋਚਣ ਦੀ, ਸਿੱਖਣ ਦੀ, ਸਮਝਣ ਦੀ। ਹੁਣ ਮੈਂ ਇੱਥੇ ਤੱਕ ਕੀ ਕੀਤਾ, ਮੈਂ ਇਕੱਲੇ ਨੂੰ ਵੈਕਟੋਰੀਅਲ ਐਡ ਕਰਨਾ ਸੀ ਤਾਂ ਵੈਕਟਰ ਸਮ ਦਾ ਫਾਰਮੂਲਾ ਲਗਾਤਾ, ਟ੍ਰਾਇੰਗਲ ਲਾ, ਸੌਰੀ ਪੈਰਲਲੋਗ੍ਰਾਮ ਲਾ। पर जे मैं ना भी लगांदा ना, मैं उही कट देना सी इनू, उही ज्योमेट्री दे नाल ही। किवें कटना सी दिखाना तुहानू। देखो मैं की करना सी, मैं कहना आ देखो आ हैगा तुहाडा Q, ठीक है, ते आ हैगा मान लो तुहाडा स्मॉल q, इत्थे हैगा स्मॉल q, बिल्कुल सिमेट्रिकली, ठीक है। ये जस्ट मैं सवाल हो चुका, तुहानू मैं वैसे समझा रहा ऐ एक इक्विलेटरल ट्रायंगल है, ठीक है। तां जिहड़ा फोर्स इहदे करके आना सी इधरों, वो आना सी इधर नूं, इहदे करके आना सी इधर नूं, ऐ करके। ते मैं की करना सी, मैं कहना सी तुसीं ऐ करो, इहदा हॉरिजॉन्टल ते वर्टिकल कंपोनेंट बनाने की कोशिश करो। ते तुसीं जो हॉरिजॉन्टल ते कंपोनेंट बनाओगे, आ एंगल कितना आएगा देखो, देख लो कितना आएगा। 60 जिवें आ 60 है तो आ 60 है ना, आ 60 है तो आ 60 है, 60 निकल गया, कितना होगा फिर 60। 60 निकल के दोनों लीनियर पेयर ही है, तो 60 ही हो गया भी, है ना, या हाँ जी सर। 60 है 60 है ना। इस दे फोर्स ਨੂੰ ਜੇ ਆਪਾਂ f ਕਹਿ ਦਈਏ ਮੈਗਨੀਟਿਊਡ ਇਹਦਾ, ਤਾਂ ਇਧਰ ਨੂੰ ਕਿੰਨਾ ਆਣਾ ਸੀ ਦੱਸੋ फोर्स, f cos 60, ਉੱਪਰ ਨੂੰ ਕਿੰਨਾ ਆਣਾ ਸੀ f sin 60। है कि नहीं, दसो समझ लग रही भी सारे ਨੂੰ? हाँ जी सर। ਤੇ ਜੇ ਮੈਂ ਇਧਰਲੇ ਫੋਰਸ ਦਾ ਕਰਾਂ, ਇਹ ਵੀ ਫੋਰਸ, ਇਹਦਾ ਵੀ ਮੈਗਨੀਟਿਊਡ ਤਾਂ f ਹੀ ਸੀਗਾ ਨਾ, ਸੇਮ ਹੀ ਸੀਗਾ, ਤਾਂ ਇਹਦਾ ਇਧਰ ਨੂੰ ਆ ਜਾਏਗਾ f cos 60, ਉੱਪਰ ਨੂੰ ਕਿੰਨਾ ਆ ਜਾਏਗਾ f sin 60। ਤਾਂ f cos ਤੇ f cos ਤਾਂ ਕੱਟੇ ਹੀ ਜਾਣਗੇ, f sin ਤੇ f sin ਜੁੜ ਜਾਣਗੇ, ਤਾਂ ਤੁਹਾਡਾ ਨੈਟ ਫੋਰਸ ਜਿਹੜਾ ਆਏਗਾ ਬੇਸਿਕਲੀ ਉਹ ਕਿੰਨਾ ਆਏਗਾ 2 ਟਾਈਮਸ f 2f sin 60। ਤੇ sin 60 ਕਿੰਨਾ ਆ, ਲਓ √3f ਆ ਗਿਆ, ਤੇ f ਦੀ ਵੈਲਿਊ ਪੁੱਟ ਕਰ ਦੋ, ਦੇਖੋ ਆ ਗਿਆ ਨਹੀਂ ਕੀ। ਵੈਕਟਰਸ ਨਾਲ ਇਹ ਚੀਜ਼ਾਂ ਖੇਡਾਂ ਦੀਆਂ ਕਰਨੀਆਂ ਸਿੱਖੋ ਥੋੜਾ ਧਿਆਨ ਨਾਲ, ਆ ਨਹੀਂ ਕਿ ਇੱਕੋ ਹੀ ਮੈਥਡ ਜਾਂ ਉਦਾਂ ਹੀ ਹੋ ਸਕਦਾ, ਹੋਰ ਕੋਈ ਤਾਂ ਹੋ ਹੀ ਨਹੀਂ ਸਕਦਾ। ਕਲੀਅਰ ਹੋਈ ਸਾਰਿਆਂ ਨੂੰ ਗੱਲ ਕਿ ਨਹੀਂ ਦੱਸੋ? हाँ जी सर। ਸੋ ਬਿਲਕੁਲ ਇਸ ਤਰ੍ਹਾਂ ਹੀ ਤੁਸੀਂ ਸੁਪਰਪੋਜੀਸ਼ਨ ਪ੍ਰਿੰਸੀਪਲ ਨੂੰ ਯੂਜ਼ ਕਰ ਸਕਦੇ ਹੋ, ਕੋਈ ਵੀ ਕੇਸ ਇਸ ਤਰ੍ਹਾਂ ਦਾ ਹੋਵੇ ਤਾਂ ਤੁਹਾਡਾ ਨੈਟ ਫੋਰਸ ਪਤਾ ਕਰਨ ਦੇ ਲਈ। ਹੁਣ ਤੁਸੀਂ ਇੱਕ ਕੁਐਸਚਨ ਮੈਨੂੰ ਕਰਕੇ ਦਿਖਾਓ ਸਾਰੇ ਜਣੇ, ਤੇ ਮੈਨੂੰ ਹੁਣੀ ਆਪਣੀ ਜਿਹੜੀ ਕਾਪੀ ਤੇ ਜਿਹੜਾ ਇਹ ਸੋਲਵ ਕੀਤਾ ਤੁਸੀਂ, ਕਲਾਸ ਖਤਮ ਹੋਣ ਤੋਂ ਜਸਟ ਬਾਅਦ ਮੈਨੂੰ WhatsApp ਕਰ ਦੋਗੇ ਸਾਰੇ ਜਣੇ। ਇੱਥੇ ਫੇਰ ਕਿਊ ਚਾਰਜ ਹੈ, ਇਹ ਫੇਰ ਇੱਕ ਇਕੁਇਲੇਟਰਲ ਟ੍ਰਾਇੰਗਲ ਹੈ, ਮੰਨ ਲਓ इक्विलेटरल ट्रायंगल है, पर इस बार पता कि इत्थे चार्ज Q है, इत्थे माइनस Q है। हुण तुसीं नेट फोर्स मैनू फाइंड करके दिखाना है, फाइंड नेट फोर्स ते उस नेट फोर्स की डायरेक्शन, आल्सो डायरेक्शन भी दसो, मैग्नीट्यूड एज वेल एज डायरेक्शन। हुण तुसीं सारा कुछ कर चुके हो चंगी तरह, हुणे आपां जो कीता
ਤੇ ਇਸ ਕੁਐਸਚਨ ਨੂੰ ਤੁਸੀਂ ਆਰਾਮ ਨਾਲ ਕਰ ਸਕਦੇ ਹੋ। ਪਹਿਲਾਂ ਆਪਣਾ ਦਿਮਾਗ ਲਗਾ ਲਓ ਕਿ ਕਿਵੇਂ ਕਰਨਾ ਹੈ, ਫਿਰ ਆਪਾਂ ਦੇਖਦੇ ਹਾਂ ਨੈਟ ਫੋਰਸ ਕਿਵੇਂ ਆਏਗਾ, ਕਿਵੇਂ ਕੱਢੋਗੇ। ਸਾਰੇ ਇਹਨੇ ਸੋਚ ਕੇ ਕਰ ਲਓ ਕਿਵੇਂ ਕਰਨਾ ਹੈ। ਆਪਣੀ ਆਪਣੀ ਕਾਪੀ ਤੇ ਸਾਰੇ ਨੇ ਬਣਾਓ ਡਾਇਗਰਾਮ, ਸੋਚੋ। ਪਹਿਲਾਂ ਸਿਰਫ ਇੱਕ ਚਾਰਜ ਬਾਰੇ ਸੋਚੋ, ਉਹਦੇ ਕਰਕੇ ਫੋਰਸ ਕਿੱਧਰ ਨੂੰ ਆਏਗਾ ਤੇ ਉਹ ਐਂਗਲ ਉਂਗਲ ਦੇਖ ਲਓ ਜਿਹੜੇ ਪਤਾ ਲੱਗ ਸਕਦੇ ਆ। ਫਿਰ ਦੂਜੇ ਚਾਰਜ ਕਰਕੇ ਫੋਰਸ ਕਿੱਧਰ ਨੂੰ ਆਏਗਾ ਤੇ ਐਂਗਲ ਉਂਗਲ ਦੇਖ ਲਓ ਕਿੱਧਰ ਨੂੰ ਲੱਗ ਸਕਦੇ ਪਤਾ। ਜੇ ਫੋਰਸਿਸ ਨੂੰ ਤੁਸੀਂ ਰਿਜ਼ੋਲਵ ਕਰਕੇ ਕਰਨਾ ਚਾਹੁੰਦੇ ਹੋ ਵਰਟੀਕਲ ਤੇ ਹੌਰੀਜ਼ੌਨਟਲ ਚ ਤਾਂ ਕਰ ਲਓ, ਜੇ ਟ੍ਰਾਇੰਗਲ ਲਗਾਉਣਾ ਚਾਹੁੰਦੇ ਹੋ ਤਾਂ ਕਰ ਲਓ, ਜਿਵੇਂ ਮਰਜ਼ੀ ਕਰ। ਬਸ ਨੈਟ ਫੋਰਸ ਦੱਸੋ ਕਿੰਨਾ ਆਏਗਾ ਸੁਪਰਪੋਜੀਸ਼ਨ ਪ੍ਰਿੰਸੀਪਲ ਲਾ ਕੇ। ਤੁਹਾਡੇ ਕੋਲ ਹੈਗੇ ਨੇ ਇਹਦੇ ਲਈ 2 ਮਿੰਟ ਜਾਂ 3 ਮਿੰਟ ਲੈ ਲਓ, ਚਲੋ 2-3 ਮਿੰਟ ਦੇ ਵਿੱਚ ਇਹ ਮੈਨੂੰ ਹੁਣੇ ਕਰਕੇ ਦੱਸੋ। हाँ जी मनु, यस सर। हो गया आंसर आ गया? नो सर आंसर नहीं आया पर हो गया बस। पर चलो कोई गल नहीं, मैंने एग्जैक्ट तू दस भी कीता की है। फिर ऐ करते हैं, इनू ए कह देना मैं, इनू बी, ताकि तू मैंने दस सकें एग्जैक्टली तू की कीता ते मैं कर सकां। हुण मैंने दस फिर की मैं पता कीता। सर जो सी और जो एसी, जो क्यू के कारण जो फोर्स लगेगा वो एसी की डायरेक्शन में लगेगा ऑपोजिट। हाँ, और जो इधर को लगेगा ना, इधर को लगेगा। यस सर। ठीक है। और सर जो माइनस क्यू के कारण लग रहा है वो क्यू बी की डायरेक्शन में माइनस क्यू की तरफ लगेगा। हाँ, या फिर कह लो कि सी बी है, अलोंग सी बी। यस सर, सी बी के। और ये दोनों फोर्सेस का मैग्नीट्यूड बराबर होगा, ये लेंथ बराबर ड्रॉ करनी चाहिए मुझे कि नहीं? यस सर बराबर है। हाँ बिल्कुल बराबर है, क्योंकि डिस्टेंस दोनों के इसमें बराबर है इसलिए, है ना? यस सर। इस फोर्स का भी मैग्नीट्यूड एफ है, मान लो इसका भी एफ लिख देता हूँ मैं, वेक्टर नहीं डाल रहा, बस मैं मैग्नीट्यूड लिख देता हूँ। और मैग्नीट्यूड आप बताओ कितना है? कितना है ना? यस सर। ठीक है, यहाँ पर भी मैंने इसकी साइड ए ली है, ये नहीं? हाँ जी। ठीक है, तो अब फिर मुझे नेट फोर्स कैसे पता लगेगा? सर वेक्टर सम कर देंगे। कैसे करेंगे? ये दोनों वेक्टर्स को ऐड कैसे करेंगे बताओ? सर पैरेललोग्राम लॉ से। हाँ, पैरेललोग्राम लॉ लगाने के लिए दोनों फोर्सेस के बीच में एंगल भी तो पता होना चाहिए ना? सर 120 एंगल है। हाँ बिल्कुल करेक्ट, 120 डिग्री एंगल आ जाएगा। तो जो एफ नेट आएगा हमारा, एफ नेट है ना, वो हम लिखते हैं कि पहले फोर्स का मैग्नीट्यूड एफ बाद एफ की वैल्यू, फिर दूसरे फोर्स का मैग्नीट्यूड का स्क्वायर, फिर 2 पहले फोर्स का मैग्नीट्यूड, दूसरे फोर्स का मैग्नीट्यूड, है ना? यस सर। कॉस ऑफ कितना आएगा? 120। कॉस 120 डिग्री की वैल्यू कितनी होती है? -1/2। हाँ, -1/2। तो -1/2 पुट करोगे तो ये बनेगा 2 इंटू एफ इंटू एफ इंटू -1/2। तो ये 2 से कैंसिल हो जाएगा, ये एफ स्क्वायर बन जाएगा, एफ स्क्वायर माइनस और प्लस एक, ये भी तो कैंसिल हो जाएगा कि नहीं? यस सर। आंसर क्या आएगा? एफ। एफ ही आ गया ये तो और एफ तो आपके पास है ही है, ये है ना, यही आंसर है। हाँ जी। ठीक है ना बात? यही है। ਐਂਡ ਵੈਸੇ ਤੁਸੀਂ ਐਵੇਂ ਹੀ ਕਰ ਸਕਦੇ ਸੀ, ਦੇਖੋ ਸਾਰੇ ਜਣੇ ਸਮਝੋ ਇਸ ਗੱਲ ਨੂੰ, ਤੁਸੀਂ ਚਾਹੁੰਦੇ ਤਾਂ ਇਹਨੂੰ ਐ ਹੌਰੀਜ਼ੌਨਟਲੀ ਐ ਵੰਡ ਦਿੰਦੇ, ਤੁਸੀਂ ਕਹਿੰਦੇ ਵੀ ਆ 60 ਹੈ ਤੇ ਆ 60 ਹੈ, ਹਨਾ? ਫਿਰ ਤੁਸੀਂ f ਦਾ ਕੰਪੋਨੈਂਟ ਇੱਕ ਉੱਪਰ ਨੂੰ ਬਣਾਉਂਦੇ, f sin 60 f cos 60, ਫਿਰ ਇਧਰੋਂ f cos 60 f sin 60, ਫਿਰ ਓਵਰ ਇਹ ਕੈਂਸਲ ਹੋ ਜਾਂਦੇ ਦੋਨੋਂ, ਤੇ ਹੌਰੀਜ਼ੌਨਟਲ ਪਰ ਦੋਨੋਂ ਜੁੜ ਕੇ 2 ਟਾਈਮਸ f cos 60, ਫਿਰ cos 60 ਹਾਫ, ਫਿਰ ਉਹ 2 ਕੈਂਸਲ ਹੋ ਜਾਣਾ, ਇਕੱਲਾ f ਆ ਜਾਣਾ ਸੀ, ਬਿਲਕੁਲ ਸੇਮ ਆਂਸਰ ਆ ਜਾਣਾ ਸੀ। अच्छा, इसकी डायरेक्शन किधर आएगी फिर मनु? सर डायरेक्शन सर यहाँ इसकी तरफ आएगी। इधर? इधर -q की पैरेलल। हाँ, q और -q के पैरेलल नहीं, इधर को आएगी आंसर, है ना? यस सर, इधर। वैसे भी इसको अगर आप ये बना के देखो पैरेललोग्राम, तब भी आपको समझ में आ जाना चाहिए, इधर को आनी चाहिए, है ना? यस सर। और वैसे भी ये ऊपर वाले दोनों कैंसिल हो गए, हॉरिजॉन्टल वाले दोनों ऐड होने, तो इधर को ही तो आएगा। हाँ जी। समझ लगी बात? यस सर। हुसनजोत, यस सर। कोई हो तरीका है डायरेक्शन दसन दा? पैरेललोग्राम लॉ ਨਾਲ ਕਹਿ ਦਿੰਦੇ ਆ ਉਹ हाँ, tan किवें अल्फा किवें दसो? tan अल्फा ਦੀ ਵੈਲਿਊ ਪੁੱਟ ਕਰ ਦਾਂਗੇ। देखो हुण मेरी गल सारे ने ध्यान नाल सुनो एक बार फिर,
ਇਹ ਚੀਜ਼ਾਂ ਮੈਂ ਬਹੁਤ ਚੰਗੀ ਤਰ੍ਹਾਂ ਸਮਝਾਈਆਂ ਸੀ, ਪਰ ਮੈਂ ਫਿਰ ਵੀ ਦੁਬਾਰਾ ਦੱਸ ਰਿਹਾ ਤੁਹਾਨੂੰ ਕਿ ਇੱਕ ਵਾਰ ਆਪਾਂ ਇੱਥੇ ਮੰਨ ਲਓ ਆ ਵੈਕਟਰ A ਹੈ, ਕੋਈ ਜਸਟ A ਵੈਕਟਰ, ਤੇ ਆ ਮੰਨ ਲਓ ਜਸਟ B ਵੈਕਟਰ। ਆਪਾਂ ਵੈਸੇ ਹੀ ਗੱਲ ਕੀਤੀ ਸੀ ਇਹ B ਵੈਕਟਰ, ਤੇ ਜਦੋਂ ਆਪਾਂ ਕੋਈ A ਵੈਕਟਰ ਤੇ B ਵੈਕਟਰ ਨੂੰ ਐਡ ਕਰਦੇ ਸੀ ਪੈਰਲਲੋਗ੍ਰਾਮ ਲਾਅ ਲਗਾ ਕੇ, ਤੇ ਆਪਣੇ ਕੋਲ ਰਿਜ਼ਲਟੈਂਟ ਆਹ ਆਉਂਦਾ ਸੀ, ਹਨਾ। ਤੇ ਰਿਜ਼ਲਟੈਂਟ ਦਾ ਮੈਗਨੀ ਅਤੇ A ਤੇ B ਵਿਚਕਾਰ ਜਿਹੜਾ ਐਂਗਲ ਹੁੰਦਾ ਆ ਉਹ ਆਪਾਂ ਲਿਖਦੇ ਸੀਗੇ ਥੀਟਾ, ਤੇ ਰਿਜ਼ਲਟੈਂਟ ਦਾ A ਵੈਕਟਰ ਨਾਲ ਐਂਗਲ ਲੈਂਦੇ ਸੀਗੇ ਐਲਫਾ ਦੱਸਣ ਦੇ ਲਈ। ਆ ਜਿਹੜਾ ਐਲਫਾ ਆਉਂਦਾ ਸੀ A ਵੈਕਟਰ ਦੇ ਨਾਲ ਐਂਗਲ, ਉਹਦਾ ਟੈਂਜੈਂਟ ਆਫ ਐਲਫਾ ਕੀ ਆਉਂਦਾ ਸੀ B sin ਥੀਟਾ ਉੱਪਰ ਐਂਡ B cos ਥੀਟਾ ਨੀਚੇ, ਤੇ ਇੱਥੇ ਆਉਂਦਾ ਸੀ A। ਜਿਸ ਵੈਕਟਰ ਨਾਲ ਐਂਗਲ ਹੁੰਦਾ ਸੀ ਰਿਜ਼ਲਟੈਂਟ ਦਾ, ਉਸ ਵੈਕਟਰ ਨੂੰ ਇੱਥੇ ਲਿਖਦੇ ਸੀ ਨਾ ਆਪਾਂ, ਕਿ ਨਹੀਂ? ਯਾਦ ਹੈ ਸਾਰਿਆਂ ਨੂੰ ਕਿ ਭੁੱਲ ਗਏ ਹੋ? ਹਾਂਜੀ ਸਰ, ਤਾਂ ਯਾਦ ਹੈ ਜੀ। ਇੱਥੇ ਕੱਢਣਾ ਹੋਵੇ, ਇੱਥੇ ਹਿਸਾਬ ਕਿਤਾਬ ਮੈਂ ਇਹਨੂੰ ਕੱਢ ਕੇ ਤੁਹਾਨੂੰ ਅਲੱਗ ਤੋਂ ਸਮਝਾਣਾ ਕਿ ਜੇ ਇਹਨੂੰ ਇਹਨਾਂ ਨੂੰ ਦੇਖਾਂ ਮੈਂ, ਬਸ ਇਹਨਾਂ ਨੂੰ ਦੇਖਾਂ ਬਸ ਮੈਂ, ਤਾਂ ਬੇਸਿਕਲੀ ਆ ਜਿਹੜੇ ਦੋ ਵੈਕਟਰ ਨੇ ਇਹਨਾਂ ਦੇ ਵਿਚਕਾਰ ਜਿਹੜਾ ਐਂਗਲ ਹੈ ਉਹ ਥੀਟਾ ਆ, ਤੇ ਥੀਟਾ ਕਿੰਨਾ ਲਿਆ ਮੈਂ 120 ਡਿਗਰੀ, ਉਹੀ ਲੈਣਾ ਥੀਟਾ। ਤੇ ਰਿਜ਼ਲਟੈਂਟ ਦਾ ਐਂਗਲ ਜੇ ਥੀਟਾ ਰਿਜ਼ਲਟੈਂਟ ਆ ਮੰਨ ਲਓ ਰਿਜ਼ਲਟੈਂਟ ਦਾ ਐਂਗਲ ਕਿਸੇ ਇੱਕ ਵੈਕਟਰ ਨਾਲ ਦੇਖ ਲਓ, ਇਹਦੇ ਨਾਲ ਦੇਖ ਲੈਂਦੇ ਮੰਨ ਲਓ, ਇਹਦੇ ਨਾਲ ਐਲਫਾ ਪਤਾ ਕਰਨਾ ਹੈ, ਹਾਲਾਂਕਿ ਇੱਥੇ ਪਤਾ ਲੱਗ ਹੀ ਰਿਹਾ 60 ਹੈ, ਪਰ ਨਹੀਂ ਤੁਸੀਂ ਭੁੱਲ ਜਾਓ ਉਹਨੂੰ। ਤੇ ਐਲਫਾ ਪਤਾ ਕਰਨਾ tan ਐਲਫਾ ਕੀ ਹੋਊਗਾ ਫਿਰ? ਜਿਸ ਵੈਕਟਰ ਨਾਲ ਐਂਗਲ ਪਤਾ ਕਰਨਾ ਉਸ ਵੈਕਟਰ ਦਾ ਮੈਗਨੀਟਿਊਡ ਇੱਥੇ ਆਊਗਾ, ਤਾਂ ਵੈਸੇ ਤਾਂ ਇੱਥੇ ਬਰਾਬਰ ਹੀ ਹੈ ਦੋਨੋਂ, ਹਨਾ, ਬਾਈ ਚਾਂਸ। ਇੱਥੇ ਆਊਗਾ sin 120, ਇੱਥੇ ਆਊਗਾ cos 120, ਇਹੀ ਫਾਰਮੂਲਾ ਹੋਇਆ ਨਾ ਫਿਰ। sin 120 ਦੀ ਵੈਲਿਊ ਕਿੰਨੀ ਆ? √3/2, ਠੀਕ ਹੈ। ਤੇ ਆ f ਆ ਮਾਈਨਸ f, cos 120 ਦੀ ਵੈਲਿਊ ਹੋਣੀ ਕੀਤੀ ਉਹਨੇ -½ ਹਨਾ। ਇਹ ਆ ਜਾਊਗਾ ਉੱਪਰ f × √3/2, ਨੀਚੇ ਆ ਜਾਊਗਾ f × 3/2, ਇਹ ਆ ਜਾਊਗਾ 1/√3। तो अल्फा कितना आ जाऊगा 60 डिग्री, है ना? कि गलती तो नहीं करेगा कोई? मैं उल्टा तो नहीं लिखता, देखो ध्यान ना। गलती कर गए सर, क्या होगा? टेस्ट ਕੀਤਾ ਤੁਸੀਂ √3 ਆਊਗਾ ਗੱਲਾਂ। √3 ਕਿਵੇਂ? sin 120 ਕਿੰਨਾ ਹੁੰਦਾ ਹੈ? ਓਏ ਹੋਏ sin 120, ਹਾਂ sin 120 ਤਾਂ ਠੀਕ ਹੈ ਨਾ, √3/2 ਹੁੰਦਾ। ਤੁਸੀਂ -2 ਵਾਰੀ ਕਾ ਲਿਖਿਆ? ਹਾਂ ਸੱਚ, ਇੱਥੇ ਤਾਂ ਪਲੱਸ ਆਣਾ ਸੀ ਨਾ, ਇੱਥੇ 1/2 ਆਣਾ ਹਨਾ, ਇੱਥੇ √3 ਆਣਾ, ਤਾਂ ਐਲਫਾ 60 ਤਾਂ ਆਊਗਾ ਨਾ, ਤੇ ਐਲਫਾ ਆ 60 ਆ ਗਿਆ, ਤੇ ਇੱਥੋਂ ਸਾਨੂੰ ਪਤਾ ਲੱਗ ਜੂਗਾ ਨਾ ਕਿ ਹੌਰੀਜ਼ੌਨਟਲ ਆਊਗਾ ਉਹ, ਹਨਾ। ਮੈਂ ਤੁਹਾਨੂੰ ਇਹ ਸਭ ਗੱਲਾਂ ਇਹ ਇੱਕ ਸਵਾਲ ਨੂੰ ਇਸ ਤਰ੍ਹਾਂ ਹਰ ਪਾਸੋਂ ਕੰਨ ਮਰੋੜ ਤਾਂ ਹੀ ਕਰ ਰਿਹਾ ਕਿ ਤੁਹਾਨੂੰ ਵੈਕਟਰਸ ਨੂੰ ਯੂਜ਼ ਕਰਨਾ ਆ ਜਾਵੇ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਸੁਪਰਪੋਜੀਸ਼ਨ ਪ੍ਰਿੰਸੀਪਲ ਲਗਾਉਂਦੇ ਹੋਏ। ਚਲੋ ਹੁਣ ਇੱਕ ਕੁਐਸਚਨ ਤੁਸੀਂ ਸਾਰਿਆਂ ਨੇ ਮੈਨੂੰ ਕਰਕੇ ਦਿਖਾਓ, ਇੱਕ ਹੋਰ। ਸਰ ਹਾਂਜੀ ਸਰ ਮੈਂ ਤਾਂ ਪੁੱਛਣਾ ਸੀ ਸਰ, ਨੋਟੇਸ਼ਨਸ ਨਾ ਮੈਨੂੰ ਪਤਾ ਨਹੀਂ ਲੱਗ ਰਹੀਆਂ, ਜਿਵੇਂ ਆਪਾਂ FAB ਲਿਖਦੇ ਆ, ਕੱਲਾ FA ਲਿਖ ਦਿੰਨੇ ਆ। ਨਹੀਂ, ਨੋਟੇਸ਼ਨਸ ਦਾ ਆਪਾਂ ਇਹ ਲੈ ਰਹੇ ਨਾ, ਦੇਖੋ ਹੁਣ A ਦੇ ਮੈਂ ਡਿਫਰ ਕਰਨਾ ਸੀ ਬਸ ਉਹਨੂੰ ਕਿ A ਦੇ ਉੱਪਰ ਜਿਹੜਾ ਚਾਰਜ ਹੈਗਾ ਉਹਦੇ ਕਰਕੇ ਜਿਹੜਾ ਫੋਰਸ ਹੈਗਾ ਉਹਨੂੰ ਆਪਾਂ F ਤਾਂ ਕੱਲਾ ਦਾ ਮੈਗਨੀਟਿਊਡ ਲਿਖ ਰਹੇ ਨਾ ਆਪਾਂ ਆ ਦੇ। ਨਹੀਂ, ਜਿਵੇਂ ਆਪਾਂ FA ਲਿਖਦੇ ਆ ਤਾਂ ਫੋਰਸ ਬਾਈ A ਹੈ ਉਹ। ਹਾਂ, ਫੋਰਸ ਬਾਈ ਦਾ ਚਾਰਜ ਵਿਚ ਇਜ਼ ਪ੍ਰੈਜ਼ੈਂਟ ਐਟ A, ਆ ਲਿਖਤਾ। ਤੂੰ ਇਹਨੂੰ ਆਪਣੇ ਆਪ ਹੀ ਨੋਟੇਟ ਕਰ, ਇੱਥੇ ਤੂੰ ਕੁਛ ਮਰਜ਼ੀ ਲਿਖ ਦੇ ਕਿ FA ਨੂੰ ਮੈਂ ਕੀ ਲੈ ਰਹੀ ਹਾਂ, ਮਤਲਬ ਜੋ ਤੂੰ ਆਪਣੀ ਮਰਜ਼ੀ ਨਾਲ ਨੋਟੇਸ਼ਨ ਦੇਗੀ, ਬਸ ਸਮਝ ਕੇ ਚੱਲਣੀ ਵੀ ਤੂੰ ਕੀ ਲਿਖ ਰਹੀ ਆ। ਸਰ ਇੱਕ ਵਾਰੀ ਸੁਪਰਪੋਜੀਸ਼ਨ ਪ੍ਰਿੰਸੀਪਲ ਖੋਲਿਓ ਸਰ, ਸੁਪਰਪੋਜੀਸ਼ਨ ਪ੍ਰਿੰਸੀਪਲ ਖੋਲਿਓ ਇੱਕ ਮਿੰਟ। ਥੋੜਾ ਜਿਹਾ ਨਾ, ਥੋੜਾ ਉੱਚੀ ਬੋਲੋ ਸਰ, ਸੁਪਰਪੋਜੀਸ਼ਨ ਪ੍ਰਿੰਸੀਪਲ ਖੋਲਿਓ ਇੱਕ ਮਿੰਟ। ਹਾਂ ਸਰ ਇਹ ਚ F1 ਲਿਖਿਆ ਜਿਹੜਾ ਆਪਾਂ, ਸਰ ਇਹ F1 ਹੈਗਾ, ਇੱਥੇ ਮੈਂ F1 ਨੂੰ ਕਿਹਾ ਫੋਰਸ ਔਨ ਚਾਰਜ Q1 ਸਾਰਿਆਂ ਕਰਕੇ ਟੋਟਲ ਨੈਟ ਫੋਰਸ ਕਹਤਾ, ਮੈਂ ਇਹਨੂੰ F ਨੈਟ ਕਹਿ ਦੇਣਾ ਲੈ। ਹਾਂਜੀ ਠੀਕ ਹੈ ਸਰ, ਠੀਕ ਹੈ, ਨੈਟ ਬੋਲੋ। ਇਹ ਇੰਨਾ ਕੁ ਥੋੜਾ ਫਰੀडम ਅਸੀਂ ਲੈਨੇ ਆ, ਕਈ ਜਗ੍ਹਾ F12 ਤੇ F13 ਨੂੰ ਲਿਖਦੇ ਹੋਏ ਬਹੁਤ ਧਿਆਨ ਰੱਖਦੇ ਆ, ਇਹਦਾ ਮਤਲਬ ਹੁੰਦਾ ਫੋਰਸ ਔਨ ਦਿਸ ਚਾਰਜ ਡਿਊ ਟੂ ਦਿਸ ਚਾਰਜ, ਪਰ ਇਹ ਤਾਂ ਨੈਟ ਸੀਗਾ ਤਾਂ F1 ਕਹਿਤਾ ਸੀ ਮੈਂ, ਬਸ 2 ਤੇ ਚਾਰਜ F2 ਕਹਿ ਦਾਂਗਾ ਮੈਂ, ਟੋਟਲ ਚਾਰਜ 2 ਤੇ ਜਿਹੜਾ ਲੱਗੇਗਾ, ਫਿਰ 2 ਤੇ 1 ਦੇ ਕਰਕੇ ਲੱਗੇਗਾ, 3 ਦੇ ਕਰਕੇ ਲੱਗੇਗਾ, 4 ਦੇ ਕਰਕੇ ਲੱਗੇਗਾ, ਹਨਾ। ਹਾਂਜੀ ਸੋ ਆਪਾਂ ਨੂੰ ਕਿਹੜੇ ਚਾਰਜ ਤੇ ਫੋਰਸ ਪਤਾ ਕਰਨਗੇ, ਆਪਾਂ ਉਹਨੂੰ ਕਿਵੇਂ ਨੋਟੇਟ ਕਰਦੇ ਆਪਣੀ ਮਰਜ਼ੀ ਹੈ। ਜਿਵੇਂ ਆ ਦੇਖੋ, ਇਹਦੇ ਦੇਖੋ, ਮੰਨ ਲਓ ਆ ਦੇਖੋ, ਆ Q1 ਹੈ, ਆ Q2 ਹੈ, ਤੇ ਮੰਨ ਲਓ ਆ Q3 ਆ ਗਿਆ, ਇੱਥੇ ਆ ਗਿਆ Q3, ਥੋੜਾ ਅਲੱਗ ਕਰ ਦਿੰਦੇ। ਹੁਣ Q1 ਤੇ ਜੇ ਫੋਰਸ ਪਤਾ ਕਰਨਾ ਹੈ ਮੈਂ, ਤਾਂ Q1 ਤੇ ਫੋਰਸ ਪਤਾ ਕਰਨ ਲਈ ਮੈਂ ਕਰੂੰਗਾ ਇੱਕ ਤਾਂ ਫੋਰਸ Q2 ਕਰਕੇ,
आ Q3 करके ਜਿਹੜਾ ਕਿ ਵੱਡਾ ਛੋਟਾ ਵੀ ਹੋ ਸਕਦਾ ਹੈ, ਕੋਈ ਛੋਟਾ ਕੋਈ ਵੱਡਾ ਹੋ ਸਕਦਾ, ਡਿਪੈਂਡਿੰਗ ਅਪਨ ਕਿ ਚਾਰਜ ਦਾ ਮੈਗਨੀਟਿਊਡ ਕਿੰਨਾ। ਬਸ ਹੁਣ ਇਹਨਾਂ ਤੇ ਪੈਰਲਲੋਗ੍ਰਾਮ ਲਗਾ ਦੂੰਗਾ ਮੈਂ, ਹੈ ਨਾ, ਆ ਨੈਟ ਆ ਜਾਏਗਾ, ਹੈ ਕਿ ਨਹੀਂ। ਜੇ Q3 ਤੇ ਕਰਨਾ ਹੈ ਪਤਾ ਤਾਂ Q3 ਤੇ ਫੋਰਸ Q1 ਦੇ ਕਰਕੇ ਪਤਾ ਕਰੂੰਗਾ, ਪਹਿਲਾਂ ਇੱਧਰ ਨੂੰ ਆਏਗਾ, Q2 ਦੇ ਕਰਕੇ ਫਿਰ ਇੱਧਰ ਨੂੰ ਆਏਗਾ, ਬਿਲਕੁਲ। ਫਿਰ ਇਹਨਾਂ ਦੋਨਾਂ ਦਾ ਮੈਂ ਪੈਰਲਲੋਗ੍ਰਾਮ ਲਗਾ ਦੂੰਗਾ ਤਾਂ ਫਿਰ ਨੈਟ ਫੋਰਸ ਇੱਧਰ ਨੂੰ ਆ ਜਾਏਗਾ, ਹੈ ਨਾ। ਯੈਸ ਸਰ। ਇਟ ਡਿਪੈਂਡਸ ਕਿ ਤੁਸੀਂ ਕਿਹੜੇ ਚਾਰਜ ਤੇ ਫੋਰਸ ਪਤਾ ਕਰ ਰਹੇ ਹੋ ਬਾਕੀਆਂ ਦੇ ਕਰਕੇ। ਕਲੀਅਰ ਹੈ ਗੱਲ। ਹਾਂਜੀ ਸਰ। ਚਲੋ ਹੁਣ ਇੱਕ ਕੁਐਸਚਨ ਕਰੋ ਸਾਰੇ ਜਣੇ। ਇਹ ਸਾਰੇ ਕੁਐਸਚਨਸ ਤੁਹਾਡੇ ਪ੍ਰੋਪਰ ਨੋਟਸ ਹੋਣੇ ਚਾਹੀਦੇ ਆ, ਜਿਹੜੇ ਨੋਟਸ ਤੁਸੀਂ ਮੈਨੂੰ ਭੇਜਣੇ ਆ ਤੇ ਨਾਲ ਨਾਲ ਬਣੇ ਹੋਣੇ ਚਾਹੀਦੇ ਨੋਟਸ। ਮੈਂ ਅੱਜ ਸ਼ਾਮ ਨੂੰ ਤੁਸੀਂ 3-4 ਬੱਚਿਆਂ ਨੂੰ ਮੈਂ ਪਰਸਨਲੀ ਟੈਕਸਟ ਕਰੂੰਗਾ ਜਾਂ ਉਹਨਾਂ ਦੇ ਨਾਮ ਲਿਖੂੰਗਾ ਗਰੁੱਪ 'ਚ, ਤਾਂ ਤੁਸੀਂ ਸਾਰਿਆਂ ਨੇ ਮੈਨੂੰ ਆਪਣੇ ਭੇਜ ਦੇਣੇ ਨੋਟਸ, ਪਿਛਲੇ ਲੈਕਚਰ ਦੇ ਵੀ ਇਸ ਲੈਕਚਰ ਦੇ ਵੀ। ਆ ਮੰਨ ਲਓ Q ਚਾਰਜ ਹੈ, ਫਿਰ ਆਪਾਂ ਇਕੁਇਲੇਟਰ ਟ੍ਰਾਇੰਗਲ ਤਾਂ ਲੈਣੇ ਨਾ ਇਹਦੇ ਨਾਲ ਡਿਸਟੈਂਸ ਦੱਸਣੇ ਨਹੀਂ ਪੈਂਦੇ, ਬਸ ਇੱਕ ਦੱਸਤਾ ਤਾਂ ਸਭ ਨੂੰ ਪਤਾ ਲੱਗਣਾ ਚਾਹੀਦਾ। A ਹੈ ਤੇ A ਹੈ। ਇੱਥੇ ਆਪਾਂ ਇਕੁਇਲੇਟਰ ਟ੍ਰਾਇੰਗਲ 'ਚ ਚਾਰਜ ਰੱਖਿਆ Q, ਇੱਥੇ ਰੱਖਤਾ -2Q। ਹੁਣ ਦੱਸੋ ਕੀ ਕਰੋਗੇ। ਕਰੋ ਫਾਈਂਡ ਨੈਟ ਫੋਰਸ ਔਨ Q ਤੇ ਉਹਦੀ ਡਾਇਰੈਕਸ਼ਨ ਵੀ ਦੱਸੋ। ਹੁਣ ਡਾਇਰੈਕਸ਼ਨ ਨੂੰ ਸਿਰਫ ਡਾਇਗਰਾਮ ਤੇ ਦਿਖਾਣਾ ਕਾਫੀ ਨਹੀਂ ਹੈ, ਉਹਦੇ ਬਾਰੇ ਕੋਈ ਪ੍ਰੋਪਰ ਪੁਖਤਾ ਜਾਣਕਾਰੀ ਦੇਣੀ ਪਏਗੀ tan alpha ਦੇ ਫਾਰਮ 'ਚ। ਤੇ ਇਹਨੂੰ ਕਰੋ ਸਾਰੇ ਨੇ ਜਲਦੀ। ਆਪਣੀ ਆਪਣੀ ਕਾਪੀਆਂ ਤੇ ਬਣਾਓ, ਐਵੇਂ ਨੋਟਸ ਮੇਰੇ ਕੋਲ ਸੋਲੂਸ਼ਨ ਆਣੇ ਚਾਹੀਦੇ ਪੂਰੇ ਪਰ ਜਿਹੜੇ ਮੈਂ ਕਰਾ ਰਿਹਾ, ਨੀਟ ਐਂਡ ਕਲੀਨ ਹੋਏ ਸਾਰੇ। ਫੇਅਰ ਨੋਟਸ ਬਣਾ ਲਿਓ, ਜੋ ਮਰਜ਼ੀ ਕਰ ਲਿਓ। ਦੋਨੋਂ ਲੈਕਚਰਸ ਦੇ ਨੋਟਸ ਮੈਨੂੰ ਅੱਜ ਸ਼ਾਮ ਨੂੰ ਚਾਹੀਦੇ ਆ ਸਾਰਿਆਂ ਨੂੰ। ਹੋ ਗਿਆ ਬਈ। ਹੁਣ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਤੁਸੀਂ ਟੈਕਟਫੁਲੀ ਜਦੋਂ ਬਣਾਉਂਦੇ ਹੋ ਨਾ ਡਾਇਗਰਾਮ, ਜਦੋਂ ਲਿਖਦੇ ਹੋ, ਦੇਖੋ ਬੱਚਿਓ ਇਸ ਗੱਲ ਦਾ ਪੂਰਾ ਧਿਆਨ ਰੱਖਿਓ ਕਿ ਜਦੋਂ ਤੁਸੀਂ ਡਾਇਗਰਾਮ ਬਣਾਉਂਦੇ ਹੋ ਨਾ, ਉਹਦੇ ਵਿੱਚ ਤੁਹਾਡੇ ਮੈਗਨੀਟਿਊਡ ਤੇ ਡਾਇਰੈਕਸ਼ਨ ਦੋਨੋਂ ਗੱਲਾਂ ਸਾਫ਼ ਮੈਂਸ਼ਨਡ ਹੋਣ, ਦਿਖ ਰਹੀਆਂ ਹੋਣ, ਸਮਝ ਆ ਰਹੀਆਂ ਹੋਣ ਟੀਚਰ ਨੂੰ, ਤਾਂ ਤੁਹਾਨੂੰ ਮਾਰਕਸ ਮਿਲਦੇ ਆ। ਮੈਂ ਤੁਹਾਨੂੰ ਦੱਸਦਾ ਇਸ ਸਵਾਲ 'ਚ ਤੇ ਪਿਛਲੇ ਸਵਾਲ 'ਚ ਕੀ ਫਰਕ ਹੈ। ਹੁਣ ਦੇਖੋ, ਮੈਂ ਆਪ ਹੀ ਕਰਵਾਉਣਾ ਪਹਿਲਾਂ, ਫਿਰ ਤੁਸੀਂ ਉਹ ਜੋ ਭੇਜੋਗੇ ਉਹ 'ਚ ਮੈਂ ਤੁਹਾਡੇ ਦੇਖ ਲੂੰਗਾ ਆਨਸਰਸ। ਦੇਖੋ ਹੁਣ ਮੰਨ ਲਓ ਹੈ ਤਾਂ ਆ ਵੀ ਇਕੁਇਲੇਟਰ ਟ੍ਰਾਇੰਗਲ ਹੀ, ਹੋਏ ਹੈ ਆ ਵੀ ਇਕੁਇਲੇਟਰ ਟ੍ਰਾਇੰਗਲ ਹੀ, ਪਰ ਇਹ 'ਚ ਇੱਕ ਫਰਕ ਹੈ। पिछले केस नालों इस केस ये फर्क है कि पिछले केस चार्जेस दोनों के मैग्नीट्यूड बराबर सी, सिर्फ डायरेक्शन वखरी सी। इथे इथे Q है ना, इथे -2Q है ते इथे Q है। कुछ गल्लां नूं असीं बहुत आराम नाल जे इस तरह करना सीख लवांगे ना, तो न्यूमेरिकल्स बड़े फास्ट होणगे सॉल्व। पिछले केस जिहड़ा फोर्स बनाया सी, जिहड़ा मनु ने नाल नाल दस्सिया, ਉਹਦੇ 'ਚ ਆਹ ਵਾਲਾ ਫੋਰਸ ਜਿਹੜਾ ਬਣਾਇਆ ਸੀ ਇੱਧਰ ਨੂੰ, ਹੈ ਨਾ, ਤੇ ਜਿਹੜਾ ਆਹ ਫੋਰਸ ਬਣਾਇਆ ਸੀ ਇੱਧਰ ਨੂੰ, ਇਹ ਦੋਨੋਂ ਫੋਰਸਿਸ ਦੀ ਲੈਂਥ ਬਰਾਬਰ ਬਣਾਈ ਸੀ ਨਾ ਮੈਂ, ਕਿਉਂਕਿ ਬਰਾਬਰ ਬਣਾਣੀ ਸੀ, ਕਿਉਂਕਿ ਦੋਨੋਂ ਫੋਰਸ ਬਰਾਬਰ ਹੀ ਸੀਗੇ, QQ by R² A², ਪਰ ਇੱਥੇ ਬਰਾਬਰ ਨਹੀਂ ਹੈ। ਹਾਂਜੀ ਹੁਸਨ ਜੋਤ, ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ ਹੋ ਗਿਆ। ਹੈਲੋ ਸਹੀ ਹੈ ਸਰ। ਹਾਂਜੀ ਬੋਲੋ ਸਰ ਮੈਂ ਇਹ ਕਹਿਣਾ ਸੀ ਕਿ ਹੋ ਗਿਆ ਜਿੱਦਾਂ ਮੈਂ ਕੀਤਾ। ਅੱਛਾ ਸਮ ਹੋ ਗਿਆ। ਹਾਂਜੀ ਇਹਦੇ 'ਚ ਕਿਵੇਂ ਕੀਤਾ ਫਿਰ ਦੱਸ ਮੈਨੂੰ, ਨਾਲ ਨਾਲ ਤੂੰ ਹੀ ਦੱਸ।
ਸਰ F1 ਦੀ ਵੈਲਿਊ ਕੱਢ ਲਈ, F2 ਦੀ ਕਰ ਲਈ ਸਰ, ਫਿਰ ਰੇਸ਼ੋ ਕਰ ਲਈ। ਹੁਣ ਦੇਖੋ ਇੱਥੇ ਪਤਾ ਕੀ ਡਾਇਗਰਾਮ ਬਣੂਗਾ, ਇੱਥੇ ਜੇ ਇਸ ਫੋਰਸ ਨੂੰ ਇੰਨਾ ਦਿਖਾਇਆ ਨਾ ਤੁਸੀਂ, ਹਾਂਜੀ ਸਰ ਉਹਦੇ ਡਬਲ ਆ ਇਹ ਤੋਂ ਜੂਗੀ। ਦੁੱਗਣਾ ਦਿਖਾਣਾ ਪੈਣਾ, ਘੱਟੋ ਘੱਟ ਦੁੱਗਣਾ ਦਿਖਾਣਾ ਹੀ ਪੈਣਾ, ਇਸ ਤੋਂ ਦੁੱਗਣਾ ਹੀ ਕਿਉਂ ਦਿਖਾਣਾ ਪੈਣਾ ਵਾ? ਸਰ ਰੇਸ਼ੋ ਕੈਲਕੂਲੇਟ ਕਰਕੇ F1 2F1 = F2 ਆਈ ਹੈ। ਦੇਖੋ ਨਾ, ਹਾਂ ਸਿੰਪਲ ਜੀ ਗੱਲ ਆ, ਜੇ ਆਹ ਵਾਲਾ ਜਿਹੜਾ ਚਾਰਜ ਹੈਗਾ ਵਾ, ਜੇ ਇਹ ਚਾਰਜ ਦੇ ਪੋਜੀਸ਼ਨ ਨੂੰ A ਕਹਿ ਦਈਏ, ਇਸ ਚਾਰਜ ਦੀ ਪੋਜੀਸ਼ਨ ਨੂੰ B ਕਹਿ ਦਈਏ, ਹਨਾ, ਠੀਕ ਹੈ, ਤਾਂ ਜੇ ਮੈਂ ਇੱਥੇ ਪਹਿਲੇ ਚਾਰਜ ਦੇ ਕਰਕੇ ਫੋਰਸ ਦੇਖਾਂ ਤਾਂ ਉਹਦਾ ਮੈਗਨੀਟਿਊਡ ਆਏਗਾ 1/4 ਪਾਈ ਐਪਸਿਲਨ ਨॉट Q into Q ਬਟਾ A²। ਪਰ ਜਿਹੜਾ ਦੂਜੇ ਕੇਸ B ਦੇ ਕਰਕੇ ਕਰੋਗੇ 1/4 ਪਾਈ ਐਪਸਿਲਨ ਨॉट Q into 2Q ਓਵਰ A²। ਤਾਂ ਬੇਸਿਕਲੀ 2 ਕਾਮਨ ਕੱਢ ਲਓ ਤਾਂ FA ਹੀ ਬਣ ਗਿਆ ਨਾ, ਦੁੱਗਣਾ ਹੋ ਗਿਆ ਨਾ, ਆ ਚਾਰਜ ਹੋ ਗਿਆ ਨਾ 2Q, ਤਾਂ ਇਹਦੇ ਕਰਕੇ ਫੋਰਸ ਜ਼ਿਆਦਾ ਹੋਏਗਾ ਨਾ, ਸਟਰੋਂਗ। ਤਾਂ ਇਹਦਾ ਜੇ ਤੁਸੀਂ ਪੈਰਲਲੋਗ੍ਰਾਮ ਰਫਲੀ ਬਣਾ ਕੇ ਦੇਖੋ ਇੱਕ ਵਾਰੀ, ਤਾਂ ਐ ਬਣੇਗਾ, ਹੈ ਕਿ ਨਹੀਂ? ਤਾਂ ਨੈਟ ਫੋਰਸ ਤੁਹਾਡਾ ਹੁਣ ਹੌਰੀਜ਼ੌਂਟਲ ਜਾਂ ਵਰਟੀਕਲ ਨਹੀਂ ਆਏਗਾ ਪਹਿਲੇ ਵਾਲੇ ਕੇਸਿਸ ਦੀ ਤਰ੍ਹਾਂ। ਹੁਣ ਨੈਟ ਫੋਰਸ ਤੁਹਾਡਾ ਇਸ ਦਿਸ਼ਾ ਚ ਆਏਗਾ ਆਨਸਰ, ਦਿਸ ਵਿਲ ਬੀ ਦਾ ਆਨਸਰ, F net। ਦੱਸੋ ਗੱਲ ਕਲੀਅਰ ਹੋਈ ਸਾਰਿਆਂ ਨੂੰ? ਤੇ ਜੇ ਤੁਸੀਂ ਇਸ ਨੂੰ ਸਮਝਣਾ ਚਾਹੁੰਦੇ ਹੋ, ਇਹਨੂੰ ਨੂਮੈਰੀਕਲੀ ਦੇਖੋ, ਏਡੀ ਵੱਡੀ ਵੈਲਿਊ ਮੈਗਨੀਟਿਊਡ ਦੀ ਪੁੱਟ ਕਰੋਗੇ ਰੂਟ ਦੇ ਅੰਦਰ, ਕਿੰਨਾ ਔਖਾ ਨਹੀਂ ਹੋਊਗਾ ਤੁਹਾਨੂੰ। ਇਸ ਲਈ ਮੈਂ ਕਹਿੰਦਾ ਕਿ FA ਦੇ ਮੈਗਨੀਟਿਊਡ ਨੂੰ ਤੁਸੀਂ F ਕਹਿ ਦਿਓ ਤੇ ਇਹ ਇਸ ਮੈਗਨੀਟਿਊਡ ਨੂੰ 2F ਕਹਿ ਦਿਓ, ਤਾਂ ਸੌਖਾ ਨਹੀਂ ਹੋਊਗਾ ਕੰਮ। ਯਾਨੀ ਜਿਹੜਾ FA ਵੈਕਟਰ ਹੈ ਉਹਦਾ ਮੈਗਨੀਟਿਊਡ ਦਾ ਨਾਮ F ਰੱਖ ਦਈਏ ਆਪਾਂ, ਤੇ FB ਦੇ ਮੈਗਨੀਟਿਊਡ ਦਾ ਨਾਮ 2F ਰੱਖ ਦਿੰਦੇ ਆ, ਸੌਖਾ ਹੋ ਜਾਊਗਾ ਕੰਮ। ਬਾਅਦ ਚ F ਦੀ ਵੈਲਿਊ ਪੁੱਟ ਕਰ ਦਾਂਗੇ, F ਦੀ ਵੈਲਿਊ ਤੁਹਾਨੂੰ ਪਤਾ ਹੀ ਆ, ਹੈ ਕਿ ਨਹੀਂ? ਸਮਝੋ, ਤੁਹਾਨੂੰ ਪਤਾ ਲੱਗ ਰਹੀ ਗੱਲ? ਹਾਂਜੀ ਹੈਲੋ, ਹਾਂਜੀ ਸਰ। ਹੁਣ ਠੀਕ ਹੈ ਨਾ? ਯੈਸ। ਹੁਣ ਜੇ F net ਫੋਰਸ ਪਤਾ ਕਰਨਾ ਹੋਵੇ ਤੇ F net ਤੁਸੀਂ ਪਤਾ ਕਰਨਾ ਤਾਂ ਕਿੰਨਾ ਸੌਖਾ ਹੋ ਜਾਊ ਕੰਮ। F net ਦਾ ਜਿਹੜਾ ਮੈਗਨੀਟਿਊਡ, ਕਲਾ ਵੈਕਟਰ ਪਾ ਕੇ ਮੋਡ ਪਾਉਣ ਦੀ ਬਜਾਏ ਐਂ F net ਲਿਖ ਦਿਆ ਕਰੋ, √, ਪਹਿਲੇ ਫੋਰਸ ਦਾ ਮੈਗਨੀਟਿਊਡ ਦਾ ਸਕੁਅਰ, ਦੂਜੇ ਫੋਰਸ ਦੇ ਮੈਗਨੀਟਿਊਡ ਦਾ ਵੀ ਸਕੁਅਰ, ਪਲੱਸ 2 ਟਾਈਮਸ ਪਹਿਲਾ ਫੋਰਸ, ਦੂਜਾ ਫੋਰਸ, ਤੇ ਕਾਜ਼ ਆਫ ਕਿੰਨਾ ਐਂਗਲ? ਐਂਗਲ 120 ਵਿੱਚ, ਹੈ ਨਾ? ਇਹ ਤਾਂ 120 ਰਹੂਗਾ, 120 ਤੇ 1/-1/2 ਆ ਜਾਊਗਾ, ਕੱਟ 2F² ਆ ਜਾਊਗਾ ਨੈਗੇਟਿਵ ਦਾ, ਤੇ 4 ਤੇ 5, 5 - 2 3 ਆ ਜਾਊਗਾ। ਇਹ ਕੁਝ ਹੋਰ ਦੇਖੋ ਧਿਆਨ ਨਾਲ, ਤੇ 3 ਹੀ ਹੈ। F ਆ ਜਾਊਗਾ, ਬਸ ਫਿਰ √3 into F ਪਤਾ ਹੀ ਹੈ ਤੁਹਾਨੂੰ ਕਿੰਨਾ ਹੈ ਆਇਆ। ਜੇ ਵੈਲਿਊਜ਼ ਪਤਾ ਹੋਣ Q R ਦੀਆਂ ਤਾਂ ਵੈਲਿਊਜ਼ ਪੁੱਟ ਕਰ ਦਾਂਗੇ, ਹੋਰ ਕੀ ਹੈ, R ਨਹੀਂ A², ਹੈ ਨਾ? ਦੱਸੋ ਕੋਈ ਡਾਊਟ ਹੈ? ਤੇ ਇਹਦੀ ਡਾਇਰੈਕਸ਼ਨ ਲਈ ਤੁਸੀਂ ਇਸ F net ਦਾ ਜਾਂ ਤਾਂ ਇਸ FA ਨਾਲ ਐਂਗਲ ਦੱਸ ਸਕਦੇ ਜਾਂ B ਨਾਲ, ਮਰਜ਼ੀ ਹੈ, ਤੁਸੀਂ B ਨਾਲ ਦੱਸ ਦਿਓ, ਚਲੋ ਇਹਦੇ ਨਾਲ ਐਂਗਲ ਦੱਸ ਦਿਓ, ਆ ਅਲਫਾ ਲੈ ਲਓ, ਡਾਇਗਰਾਮ ਸ਼ੋ ਕਰ ਦਿਓ ਚਾਹੇ ਪੇਪਰ 'ਚ। ਤੇ ਐਂਗਲ ਫਿਰ ਜਿਹੜਾ tan alpha ਆਏਗਾ ਉਹ ਕੀ ਆਏਗਾ, ਦੇਖੋ tan alpha ਆਏਗਾ, ਫਿਰ ਇਹਦੇ ਨਾਲ ਐਂਗਲ ਦੱਸਿਆ ਤਾਂ ਇਹ ਵਾਲਾ ਵੈਕਟਰ ਦਾ ਮੈਗਨੀਟਿਊਡ ਇੱਥੇ ਆਏਗਾ ਤੇ ਦੂਸਰਾ ਵੈਕਟਰ ਦਾ ਮੈਗਨੀਟਿਊਡ ਉੱਪਰ ਆਏਗਾ, sin 120 ਡਿਗਰੀ ਇੱਥੇ ਆਏਗਾ ਤੇ cos 120 ਡਿਗਰੀ ਇੱਥੇ ਆਏਗਾ। ਇਹਨੂੰ ਸਾਰੇ ਨੂੰ ਸੋਲਵ ਕਰ ਲਿਓ, ਜੋ ਵੀ ਆਨਸਰ ਆਏਗਾ ਆਨਸਰ, ਬਸ ਕਲੀਅਰ ਹੈ ਗੱਲ ਸਾਰਿਆਂ ਨੂੰ? ਕਿਸੇ ਨੂੰ ਹਾਂਜੀ ਕੋਈ ਸਰ। ਹੁਣ ਤਾਂ ਪੁੱਛ ਸਕਦੇ ਹੋ, ਬਸ ਯਾਦ ਰੱਖੋ ਕਿ ਕਿਵੇਂ ਕਰਨਾ ਹੈ ਕੰਮਾਂ ਨੂੰ। ਸਰ ਹਾਂਜੀ ਸਰ ਫੋਰਸਿਸ ਵਗੈਰਾ ਦੁਆਰਾ ਦੱਸੋ ਜਿਹੜੀ ਸਟਾਰਟਿੰਗ ਦੇ ਵਿੱਚ ਆਪਾਂ ਫਾਈਂਡ ਆਊਟ ਕੀਤੀਆਂ ਨੇ। ਆ ਵਾਲੀ F ਤੇ ਆ ਵਾਲੀ ਹਾਂਜੀ ਸਰ। ਪੈਰਲਲੋਗ੍ਰਾਮ ਇਹ ਉਹ ਲਾਇਆ, ਕੂਲਮਸ ਲਾ ਹੁਣੀ ਤਾਂ ਕੀਤਾ ਆਪਾਂ, ਅੱਜ ਦਾ ਲੈਕਚਰ ਸ਼ੁਰੂ ਹੀ ਇੱਥੋਂ ਕੀਤਾ ਆਪਾਂ। ਇਹਦੇ ਵਿੱਚ ਆ ਡਿਸਟੈਂਸ A ਹੈ ਨਾ, ਤੇ ਹਾਂਜੀ ਸਰ। ਇਹ ਵਾਲੇ ਚਾਰਜ ਫੋਰਸ ਕਿੰਨਾ ਹੋਏਗਾ, ਆ ਵਾਲਾ FA ਜਿਹੜਾ ਡਿਊ ਟੂ ਦਾ ਦਿਸ ਪੋਜੀਸ਼ਨ A ਦੇ ਕਰਕੇ ਆ Q ਨੂੰ ਜਿਹੜਾ ਫੋਰਸ ਲੱਗੇਗਾ ਇਸ ਚਾਰਜ Q ਦੇ ਕਰਕੇ, ਸਮਾਲ q ਕਰਕੇ 1/4 ਬਾਈ ਐਪਸਿਲਨ ਨॉट, ਫਿਰ ਪਹਿਲਾ ਚਾਰਜ Q, ਦੂਜਾ ਚਾਰਜ ਆ ਵਾਲਾ Q ਡਿਵਾਈਡਡ ਬਾਈ ਡਿਸਟੈਂਸ ਦਾ ਸਕੁਅਰ। ਆ ਇਹ ਚ ਕੀ ਆ ਸਰ ਜਿਹੜਾ -2Q ਵਾਲਾ ਕੀਤਾ? ਹਾਂ, ਤਾਂ ਉਹਦੇ ਚ ਫਿਰ ਆ ਵਾਲਾ ਚਾਰਜ Q ਤੇ ਆ ਵਾਲਾ ਚਾਰਜ -2Q, -2Q ਦਾ ਆਪਾਂ ਮੈਗਨੀਟਿਊਡ ਲਿਖਦੇ ਨਾ ਇਕੱਲਾ ਇੱਥੇ। ਠੀਕ ਹੈ ਸਰ, ਠੀਕ ਹੈ। ਤੇ ਬਾਈ ਡਿਸਟੈਂਸ ਦਾ ਉਹਨਾਂ A ਹੀ ਹੈ। ਓਕੇ ਸਰ। ਹੁਣ ਇੱਕ ਹੋਰ ਕੰਮ ਕਰੋ, ਦੇਖੋ ਇਹਦੇ ਨਾਲ ਹੀ ਜੁੜਦਾ ਸਰ ਆ ਕਿਸੇ ਚ ਆਪਾਂ ਟ੍ਰਾਇੰਗਲ ਇਕੁਇਲੇਟਰਲੀ ਹੋਊਗਾ ਆਪਣੇ ਲਵੇ, ਕਿਵੇਂ? ਬੋਲੋ
सर अपने वाले न्यूमेरिकल से ट्रायंगल अपने को इक्विलेटरली होगा। इक्विलेटरली है भी ट्रायंगल नहीं सर मतलब 60 ਆ 60 ਜੇ ਆ 60 triangle equilateral ਆ ਨਾ ਸਾਈਡ ਹੋਵੇ। ਇਹ ਆ ਉਹ ਤਾਂ ਫੋਰਸਿਸ ਆਏ ਨੇ ਜਿਹੜੇ ਆਪਣੇ ਇੱਕ ਛੋਟਾ ਇੱਕ ਵੱਡਾ ਆਇਆ ਆ ਦਾ ਪੈਰਲਲੋਗ੍ਰਾਮ ਲਾ ਲਗਾਇਆ ਇੱਥੇ ਆਪਾਂ ਇਹ ਤਾਂ ਇਕੁਇਲੇਟਰ ਟ੍ਰਾਇੰਗਲ ਨਾਲ ਕੀ ਲੈਣ ਦੇਣਾ ਬਸ ਟ੍ਰਾਇੰਗਲ ਦੇ ਕਰਕੇ ਸਾਨੂੰ ਆ ਪਤਾ ਲੱਗਿਆ ਵੀ ਇਹਨਾਂ ਦੋਨੋਂ ਫੋਰਸਿਸ 'ਚ ਐਂਗਲ 120 ਡਿਗਰੀ ਕੋ ਕਿਆ 60 है ओके सर। ਹੁਣ ਸਾਰਿਆਂ ਨੇ ਧਿਆਨ ਨਾਲ ਦੇਖੋ ਇੱਕ ਹੋਰ ਕੁਐਸਚਨ ਜੇ ਕਰਦੇ ਆ ਆਪਾਂ ਚਲੋ ਇੱਕ ਹੋਰ ਕੁਐਸਚਨ ਕਰਦੇ ਤੁਹਾਨੂੰ ਸਾਰਿਆਂ ਨੂੰ ਹੋਰ ਕਲੀਅਰ ਹੋ ਜਾਊਗਾ ਸੁਪਰਪੋਜੀਸ਼ਨ ਪ੍ਰਿੰਸੀਪਲ ਉਹਦੇ ਲਈ ਆਪਾਂ ਕੀ ਕਰਦੇ ਆ ਆਪਾਂ ਮੰਨ ਲੈਂਦੇ ਆ ਕਿ ਇੱਥੇ ਚਾਰਜ ਹੈ ਕੋਈ Q ਇੱਥੇ ਚਾਰਜ ਹੈ ਇਹ ਕਰ ਰਹੇ ਕਿ ਸਕੁਅਰ ਹੈ ਮੰਨ ਲਓ ਸਕੁਅਰ ਹੈ ਇਹਦੇ ਨਾਲ ਥੋੜਾ ਸੌਖਾ ਹੋਊਗਾ ਸਕੁਅਰ ਬਣਾ ਦਿੰਦੇ ਆਪਾਂ ਸਕੁਅਰ ਤੇ ਸਕੁਅਰ ਦੀਆਂ ਜਿਹੜੀਆਂ ਸਾਈਡਸ ਨੇ ਉਹ ਹੈਗੀ ਮੰਨ ਲਓ a ਮੀਟਰ ਠੀਕ ਹੈ ਤੇ ਇੱਥੇ ਚਾਰਜ ਰੱਖਿਆ ਮੰਨ ਲਓ Q ਠੀਕ ਹੈ ਇੱਥੇ ਵੀ ਚਾਰਜ ਰੱਖਿਆ ਮੰਨ ਲਓ Q ਇੱਥੇ ਚਾਰਜ ਰੱਖਿਆ ਮੰਨ ਲਓ Q ਅੱਛਾ ਇਸ ਜਗ੍ਹਾ ਤੇ ਜਾ ਕੇ ਚਾਰਜ ਰੱਖਿਆ ਹੈ -Q ਠੀਕ ਹੈ ਤੇ ਆ ਚਾਰਜ ਆ ਮੰਨ ਲਓ ਪੋਜੀਸ਼ਨ ਹੈਗੀ ਹੈ A ਆ ਪੋਜੀਸ਼ਨਾਂ ਨੇ ਆ B ਆ C ਤੇ ਆ D ਠੀਕ ਹੈ ਕੁਐਸਚਨ ਪੁੱਛਿਆ ਗਿਆ ਫਾਈਂਡ ਮੈਗਨੀਟਿਊਡ ਹੀ ਦੱਸਣਾ ਬਸ ਤੁਸੀਂ ਡਾਇਰੈਕਸ਼ਨ ਦੀ ਟੈਨਸ਼ਨ ਨਹੀਂ ਲੈਣੀ ਮੈਗਨੀਟਿਊਡ ਆਫ net force on charge Q at D ਜਿਹੜਾ Q at D पे आया ਆ ਵਾਲਾ ਚਾਰਜ ਇਹਦੇ ਉੱਪਰ net force ਦੱਸਣਾ ਹੈ ਚਲੋ ਕਰੋ ਹੁਣ ਸਾਰੇ ਜਣੇ ਜਲਦੀ ਸਾਰਿਆਂ ਨੇ ਸੋਲਵ ਕਰਕੇ ਮੈਨੂੰ ਨੈਟ ਆਨਸਰ ਦੱਸਿਓ ਮੈਨੂੰ ਬਸ ਮੈਂ ਇੱਥੇ ਨੈਟ ਆਨਸਰ ਪੁੱਛ ਕੇ ਤੁਹਾਡੇ ਲਿਖੂੰਗਾ ਫਿਰ ਬਾਅਦ ਚ ਵੈਰੀਫਾਈ ਕਰਾਂਗੇ ਕਿ ਠੀਕ ਹੈ ਕਿ ਗਲਤ ਹੈ ਸਾਰੇ ਨੇ ਕਰੋ ਸਾਰੇ ਜਣੇ ਸੋਲਵ ਕਰੋ ਲਗਾਓ ਆਪਣਾ ਦਿਮਾਗ ਡਿਸਟੈਂਸਸ ਦੇਖੋ ਕਿੰਨੇ ਨੇ ਮੈਗਨੀਟਿਊਡ ਦੇਖੋ ਫੋਰਸ ਦੀ ਡਾਇਰੈਕਸ਼ਨ ਦੇਖੋ ਤੇ ਉਹਨਾਂ ਨੂੰ ਵੈਕਟੋਰੀਅਲੀ ਐਡ ਕਰਕੇ ਦੇਖੋ ਸੋ ਆ ਜਿਹੜਾ ਵੈਕਟਰ ਹੈ ਇਹ ਮੰਨ ਲਓ ਇਹ ਵੈਕਟਰ ਦਾ ਨਾਮ ਰੱਖਦੇ ਨੇ a ਵੈਕਟਰ ਤੇ ਮੈਂ ਤੁਹਾਨੂੰ ਸਿਖਾਇਆ ਸੀ ਕਿ ਕਿਸੇ ਵੀ ਵੈਕਟਰ ਦੀ ਡਾਇਰੈਕਸ਼ਨ 'ਚ ਜੇ ਯੂਨਿਟ ਵੈਕਟਰ ਪਤਾ ਕਰਨਾ ਹੋਵੇ ਯੂਨਿਟ ਲੈਂਥ ਦਾ ਆ ਵਾਲਾ a ਕੈਪ ਜਿਹਨੂੰ ਕਹਿੰਦੇ ਆਪਾਂ ਤਾਂ a ਕੈਪ ਪਤਾ ਕਰਨ ਦੀ ਕੀ ਤਰੀਕਾ ਸੀਗਾ a cap is given by a vector divided by its magnitude है ना तो a vector की लिखते सी ਆਪਾਂ 2i cap plus 3j cap minus 4k cap divided by its magnitude अंडर ऑफ 2 दूनी 4 3 3 9 4 4 के 16 रूट 29 आ जाएगा नीचे तो आप 2i cap plus 3j cap minus 4k cap divided by root 29 आ करते सी कि नहीं दसो ਵੈਕਟਰਸ ਵਿੱਚ ਆਪਾਂ ਚੰਗੀ ਤਰ੍ਹਾਂ ਡਿਟੇਲਿੰਗ 'ਚ ਇਹ ਸਾਰੀਆਂ ਗੱਲਾਂ ਕੀਤੀਆਂ ਸੀ ਜਦੋਂ ਵੈਕਟਰਸ ਨੂੰ ਲਿਖਣਾ ਸਿੱਖਿਆ ਸੀ ਤਾਂ ਹੁਣ ਆਪਾਂ ਵੈਕਟਰ ਫਾਰਮ ਦੇ ਵਿੱਚ ਕੂਲਮਸ ਲਾ ਕਿਵੇਂ ਲਿਖਦੇ ਆ ਮੈਂ ਇਹ ਤੁਹਾਨੂੰ ਦੱਸਦਾ ਆ ਆਪਾਂ ਜਦੋਂ ਵੈਕਟਰ ਫਾਰਮ 'ਚ ਲਿਖਾਂਗੇ ਕੂਲਮ ਲਾ ਤਾਂ ਮਤਲਬ ਆਪਾਂ ਫੋਰਸ ਜਿਹੜਾ ਲਿਖਾਂਗੇ ਇਲੈਕਟ੍ਰੋਸਟੈਟਿਕ ਫੋਰਸ ਉਸ ਫੋਰਸ ਦਾ ਆਪਾਂ ਦੋ ਚੀਜ਼ਾਂ ਲਿਖਾਂਗੇ ਇੱਕ ਤਾਂ ਮੈਗਨੀਟਿਊਡ ਲਿਖਾਂਗੇ ਤੇ ਫਿਰ ਉਹਨੂੰ ਡਾਇਰੈਕਸ਼ਨ ਨਾਲ ਗੁਣਾ ਕਰਾਂਗੇ ਤਾਂ ਆਪਣਾ ਪੂਰਾ ਵੈਕਟਰ ਫਾਰਮ 'ਚ ਉਹ ਕੰਪਲੀਟ ਹੋਏਗਾ ਤੇ ਡਾਇਰੈਕਸ਼ਨ ਦੱਸਣ ਲਈ ਅਸੀਂ यूनिट वैक्टर का इस्तेमाल करांगे यूनिट वैक्टर कड्ढण लई असीं आ चीज़ां दा यूज़ करांगे इन्नी गल तुहानूं पता होनी चाहिए हुण जो नोटेशंस मैं यूज़ करूँगा वो बहुत स्पैसिफिक होणगियां जे सुपरपोजिशन प्रिंसिपल हुसनजोत कह रही सी कि भी इदां उदां नोटेशन उत्थे तां तुसीं लै सकदे हो किवें मर्जी इत्थे कुछ स्पैसिफिक चीज़ां आपां करके चलीए तां ज़्यादा बैटर है क्योंकि स्कूल 'च पुछ लैंदे आ किवें करना देखो फिर बेसिकली कूलम्स दा लिखण जा रहा मैं यानी कि मैं इहदे विच भी ਉਹੀ ਗੱਲ ਕਰੂੰਗਾ ਜਾਂ ਆਪਾਂ ਇਹਨੂੰ ਕਹਿ ਦਿੰਦੇ ਆ ਕਿ ਕੂਲਮਸ ਲਾ ਇਨ ਟਰਮਸ ਆਫ ਪੋਜੀਸ਼ਨ ਵੈਕਟਰਸ ਆਫ ਪੁਆਇੰਟ ਚਾਰजेस ਸੋ ਇਹਨੂੰ ਜਿਵੇਂ ਮਰਜ਼ੀ ਕਹਿ ਸਕਦੇ ਆ ਇਹਨੂੰ ਆਪਾਂ ਐਂ ਕਰਾਂਗੇ ਹਮੇਸ਼ਾ ਇਹ ਆਰਟੀਕਲ ਤੁਹਾਡੇ ਨੋਟਸ ਐਸਾ ਚਾਹੀਦਾ ਮੈਨੂੰ ਹਮੇਸ਼ਾ ਇਹ ਤੁਸੀਂ ਕਿਤਾਬਾਂ ਕੁਤਬਾਂ ਤੋਂ ਕਰਨ ਦੀ ਬਜਾਏ ਇਹ ਮੇਰਾ ਜਿਹੜਾ ਮੈਂ ਕਰਵਾ ਰਿਹਾ ਐਂ ਕਰ ਲਵਾਂਗੇ ਤਾਂ ਵਧੀਆ ਠੀਕ ਹੈ ਇਹਦੇ ਚ ਕੀ ਹੈ ਹੁਣ ਮੈਂ ਪਹਿਲਾਂ ਤੁਹਾਨੂੰ ਇਹ ਦਿਖਾਇਆ ਨਾ q1 ਆ q2 ਆ ਡਿਸਟੈਂਸ r ਹੈ ਹੁਣ ਇਹ ਨਹੀਂ ਦਿਖਾਉਂਗਾ ਮੈਂ ਕਹੂੰਗਾ ਕਿ ਪੁਆਇੰਟ ਚਾਰजेस ਨੇ ਉਹਨਾਂ ਦਾ ਪੋਜੀਸ਼ਨ ਵੈਕਟਰ ਹੈ ਕੋਈ ਤੇ ਉਹ ਕਿਸੇ ਫਰੇਮ ਚ ਪਏ ਨੇ ਤੇ ਉੱਥੇ ਵੈਕਟਰ ਦੀ ਫਾਰਮ ਚ ਦੱਸਣਾ ਆਪਾਂ ਨੂੰ ਜਿਵੇਂ ਕਿ ਆ ਮੰਨ ਲਓ ਆਪਣਾ ਕੋਆਰਡੀਨੇਟ ਫਰੇਮ ਹੈ
3 ਡਾਇਮੈਂਸ਼ਨਲ ਹੈ ਇਹ ਮੈਂ ਦੋ ਹੀ ਦਿਖਾ ਰਿਹਾ ਤੇ ਥਰਡ ਮੰਨ ਲਓ ਇਸ ਤਰ੍ਹਾਂ ਹੈ, ਇੱਥੇ ਥਰਡ ਡਾਇਮੈਂਸ਼ਨਲ ਦੀ ਸਪੇਸ ਦੇ ਵਿੱਚ ਕਿਤੇ ਵੀ ਜਗ੍ਹਾ ਤੇ 2 ਚਾਰਜ 3 ਚਾਰजेस ਆਪਾਂ ਰੱਖ ਦਿੰਦੇ ਹਾਂ। ਤਾਂ ਮੰਨ ਲਓ ਆ ਇੱਕ ਚਾਰਜ ਹੈ, ਜਸਟ ਐਗਜ਼ਾਮਪਲ, ਆ ਚਾਰਜ ਦਾ ਨਾਮ ਰੱਖ ਦਿਓ ਤੁਸੀਂ Q1, ਆ ਚਾਰਜ ਇੱਕ ਹੋਰ ਲੈ ਲਓ ਤੁਸੀਂ, ਜਸਟ ਸਿੰਪਲੀ ਦਿਖਾਉਣ ਲਈ, ਆ ਚਾਰਜ ਹੈ ਮੰਨ ਲਓ Q2। ਠੀਕ ਹੈ, ਸਾਨੂੰ ਜੋ ਗਿਵਨ ਹੈ ਉਹ ਮੈਂ ਬਲੈਕ ਪੈਨ ਨਾਲ ਸ਼ੋ ਕਰੂੰਗਾ, ਬਾਕੀ ਸਾਰੀ ਚੀਜ਼ਾਂ ਰੈਡ ਪੈਨ ਨਾਲ ਜੋ ਮੈਂ ਉਹਦੇ ਵਿੱਚ ਆਪ ਪੰਗੇ ਲਊਂਗਾ। ਸੋ ਮੈਨੂੰ ਕੀ ਗਿਵਨ ਹੈ, ਦੇਖੋ ਮੈਨੂੰ ਇੱਕ ਤਾਂ ਆ ਗਿਵਨ ਹੈ ਕਿ Q1 ਤੇ Q2 ਚਾਰजेस ਨੇ, ਤੇ ਮੈਨੂੰ ਆ ਵੀ ਗਿਵਨ ਹੈ ਕਿ Q1 ਚਾਰਜ ਦਾ ਇੱਕ ਪੋਜੀਸ਼ਨ ਵੈਕਟਰ ਹੈ ਤੇ Q2 ਚਾਰਜ ਦਾ ਵੀ ਇੱਕ ਪੋਜੀਸ਼ਨ ਵੈਕਟਰ ਹੈ। ਪੋਜੀਸ਼ਨ ਵੈਕਟਰ ਵਾਲੀ ਗੱਲ ਹੁਣ ਤੁਹਾਨੂੰ ਚੰਗੀ ਤਰ੍ਹਾਂ ਦੱਸੀ ਹੋਈ ਹੈ ਵੈਕਟਰਸ ਵਿੱਚ, ਮੈਂ ਹੀ ਕਰਾਇਆ ਸਾਰਿਆਂ ਨੂੰ। ਆਏਗਾ R1 ਵੈਕਟਰ, ਪਹਿਲੇ ਚਾਰਜ ਦਾ ਪੋਜੀਸ਼ਨ ਵੈਕਟਰ R1 ਕਹਿ ਦਿਓ, ਦੂਜੇ ਚਾਰਜ ਦਾ ਪੋਜੀਸ਼ਨ ਵੈਕਟਰ ਨੂੰ R2 ਕਹਿ ਦਿਓ। ਠੀਕ ਹੈ ਜੀ ਗੱਲ, ਇਹ ਚ ਕੋਈ ਪ੍ਰੋਬਲਮ ਤਾਂ ਨਹੀਂ ਕਿਸੇ ਨੂੰ? ਮੈਨੂੰ ਬਸ ਉਹਨਾਂ ਨੇ ਕਿਹਾ ਫੋਰਸ ਲਿਖ ਕੇ ਦਿਖਾਓ ਇਹਨਾਂ ਦੀ ਫਾਰਮ ਦੇ ਵਿੱਚ, ਆ ਪੋਜੀਸ਼ਨ ਵੈਕਟਰਸ ਦੀ ਫਾਰਮ ਦੇ ਵਿੱਚ ਲਿਖਣਾ ਫੋਰਸ ਹੀ ਆਪਾਂ। ਹੁਣ ਤੁਸੀਂ ਮੈਨੂੰ ਬਸ ਇੱਕ ਗੱਲ ਦੱਸੋ, ਤੁਸੀਂ ਗੱਲ ਬਹੁਤ ਆਰਾਮ ਨਾਲ ਸੋਚ ਕੇ ਦੱਸੋ ਕਿ ਜੇ ਮੈਂ ਇੱਥੋਂ ਪੋਜੀਸ਼ਨ ਵੈਕਟਰ R1 ਵੈਕਟਰ ਤੋਂ ਜਾਂ Q1 ਤੋਂ Q2 ਵਾਲੇ ਪਾਸੇ ਨੂੰ ਲੈ ਕੇ ਆਵਾਂ ਤਾਂ ਤੁਸੀਂ ਉਹਨੂੰ ਕਿਵੇਂ ਲਿਖੋਗੇ in terms of position vector? Can you write this displacement vector from R1 to R2? ਆ ਜਿਹੜਾ ਵੈਕਟਰ ਹੋਏਗਾ ਇਹ ਵੈਕਟਰ ਕੀ ਹੋਏਗਾ, ਸੋਚ ਕੇ ਦੱਸੋ ਸਾਰੇ ਨੇ ਟ੍ਰਾਇੰਗਲ ਲਾਓ ਦੇ ਹਿਸਾਬ ਨਾਲ। R2 minus R1 vector। ਐਗਜ਼ੈਕਟਲੀ R2 minus R1 ਤੁਸੀਂ ਬਿਲਕੁਲ ਐਂ ਕਰਦੇ ਹੋ ਨਾ। ਆ ਜਿਹੜਾ ਵੈਕਟਰ ਹੈ ਬੇਸਿਕਲੀ ਇਹ ਹੈਗਾ R2 ਵੈਕਟਰ ਮਾਈਨਸ R1 ਵੈਕਟਰ ਹੈ ਨਾ, ਫਾਈਨਲ ਪੋਜੀਸ਼ਨ ਵੈਕਟਰ ਮਾਈਨਸ ਇਨੀਸ਼ੀਅਲ ਪੋਜੀਸ਼ਨ ਵੈਕਟਰ ਵੀ ਕਰਦੇ ਹੋ ਆਪਾਂ। या डी वेक्टर मान लो तो दिस वेक्टर प्लस डी वेक्टर इज इक्वल टू दिस, दिस माइनस दिस विल बी इक्वल टू दिस, है ना। ते जे तुसी 2 तो 1 वाले पासे जाना चाहते हो, जे तुसी वेक्टर इधरों उधर नु बनाना चाहते हो इस तरह दा, मैं इहदे ऊपर नाल शो कर देना बस पैरेलल तुहानू, तुसी एक ही शो करना बस, आ ग्रीन वाला शो ना करियो। ग्रीन वाला वेक्टर की होएगा दसो? R1 minus R2। हां, ये कौन बोल रहा, नाम बोलो। जितेंद्र सर। हाँ जतिंदर, वेरी गुड, बहुत वधिया। यही गल तुहानू इन्नी आ जिहड़ी बेसिक गल्लां दस्सियां, यही जो इन्नी वधिया तरह पता होण तां होर की चाहिदा आपां नूं, आपां आराम नाल तुहाडी फिजिक्स बहुत वधिया चलूगी। एंड जतिंदर मैनूं काफी दिनों बाद दिखिया क्लास, पर देखो किन्ना क्लैरिटी नाल इक्को बार जी दस रहा आंसर। सो हुण R2 माइनस R1 वैक्टर है इधर नूं, R1 माइनस R2 वैक्टर इधर नूं, ये तुहानूं पता ही है। आपां करदे आ R1 माइनस R2 वाले नूं मिटे दिंदे आपां, सिर्फ R2 माइनस R1 लिखदे हैं फिलहाल। ठीक है, सो आ वैक्टर है। अच्छा जे मैं दसां तुहानूं, जे मैं कहा कि R2 माइनस R1 वैक्टर ते R1 माइनस R2 वैक्टर दोनों चो मैग्नीट्यूड किहदा ज्यादा किहदा घट है, तां किहदा ज्यादा है दसो जतिंदर? सेम होगा सर, बट डायरेक्शन डिफरेंट होगी। लेंथ ही है, ए तो B ते B तो A इक्को गल ही है, पर डायरेक्शन च फर्क होएगा बस। जे ग्रीन वाला वैक्टर दा एरो उधर नूं सीगा, ਇਹਦਾ ਐਰੋ ਨੀਚੇ ਨੂੰ ਹੈ। ਹੁਣ ਆਪਾਂ ਕੀ ਕਰਨ ਜਾ ਰਹੇ ਹਾਂ, ਆਪਾਂ ਫੋਰਸ ਪਤਾ ਕਰਨਾ ਆ। ਫੋਰਸ ਆਪਾਂ ਪਤਾ ਕਰਨ ਜਾ ਰਹੇ ਹਾਂ 2 ਦੇ ਉੱਪਰ, 2 ਦੇ ਉੱਪਰ 1 ਦੇ ਕਰਕੇ, 1 ਦੇ ਕਰਕੇ 2 ਦੇ ਉੱਪਰ ਜਿਹੜਾ ਫੋਰਸ ਹੁੰਦਾ ਹੈ ਉਹ ਕਿੱਧਰ ਨੂੰ ਹੁੰਦਾ ਹੈ, ਦੇਖੋ ਉਹ ਇੱਧਰ ਨੂੰ ਹੁੰਦਾ ਨਾ, थोड़ा मोटा शो कर दें, आई होएगा ना फोर्स रिपल्सिव, क्योंकि दोनों फोर्स में और दोनों चार्जेस पॉजिटिव लेंगे। इस फोर्स को आप कहने हैं F21 वेक्टर। सो ए नोटेशन हमेशा आप सेम ही तरह यूज करते हैं, इनू मैं उत्थे भी सेम ही लिया सीगा। सो मैं लिख देना दोनों इत्थे आपां नूं R1 R2 और पोजीशन वेक्टर्स गिवन ने। सो आप मान लेने इत्थे मैं नाल प्रॉपर लिखदा, लेट जिहड़ा F12 है it is equal to the force on Q1 due to Q2, ਤੇ ਜਿਹੜਾ F21 है it is the force on Q2 due to Q1, ਤੇ ਮੈਂ ਤੁਹਾਨੂੰ F21 ਦਿਖਾਇਆ ਇੱਥੇ ਬਸ, force on Q2 due to Q1, ਤੇ distance between Q1 एंड Q2 है जिहड़ा वो किहदे बराबर लिखा जा सकदा, वो असी R2 माइनस R1 वैक्टर
द मैग्नीट्यूड भी लिख सकते हैं और R1 वैक्टर माइनस R2 वैक्टर द मैग्नीट्यूड भी लिख सकते हैं, कोई फर्क नहीं पैंदा, ये ਤੁਹਾਨੂੰ ਪਤਾ ਹੀ ਹੈ। ਇੱਕੋ ਹੀ ਗੱਲ ਹੀ ਹੈ। ਡਿਸਟੈਂਸ ਦੀ ਲੋੜ ਕਿਉਂ ਭਾਈ, ਅਭੀ ਕੂਲਮ ਲਾ ਤੇ ਮੈਗਨੀਟਿਊਡ ਵੀ ਤਾਂ ਲਿਖਣਾ ਹੈ, ਡਿਸਟੈਂਸ ਤਾਂ ਚਾਹੀਦਾ ਹੀ ਦੋਨਾਂ ਚ, ਤੇ ਚਾਹੀਦਾ ਵੀ ਇਹਨਾਂ ਦੀ ਫਾਰਮ ਚ ਹੀ ਹੈ, R1 ਤੇ R2 ਦੀ ਫਾਰਮ ਚ, ਇਸ ਲਈ ਆਪਾਂ ਇਹ ਕੰਮ ਕੀਤਾ। ਹੁਣ ਜੇ ਮੈਂ ਇੱਥੇ ਲਿਖਣਾ ਹੋਵੇ ਫੋਰਸ, ਤਾਂ ਮੈਂ ਫੋਰਸ ਕਿਵੇਂ ਲਿਖੂੰਗਾ, ਫੋਰਸ ਦਾ ਮੈਗਨੀਟਿਊਡ ਤੇ ਡਾਇਰੈਕਸ਼ਨ ਦੋਨੋਂ ਲਿਖੂੰਗਾ, ਤਾਂ ਦੇਖੋ ਕਿਵੇਂ ਲਿਖੂੰਗਾ ਮੈਂ। ਜਿਹੜਾ ਫੋਰਸ ਲਿਖੂੰਗਾ ਮੈਂ F21 ਵੈਕਟਰ, ਉਹ ਹੋਏਗਾ ਪਹਿਲਾਂ ਇਹਦਾ ਲਿਖ ਦੂੰਗਾ ਮੈਂ ਮੈਗਨੀਟਿਊਡ, ਮੈਂ ਲਿਖ ਸਕਦਾ, ਤੇ ਮਲਟੀਪਲਾਈਡ ਬਾय ਜੋ ਉਹਦੀ ਡਾਇਰੈਕਸ਼ਨ ਹੈ, ਤੇ ਡਾਇਰੈਕਸ਼ਨ ਤੁਹਾਨੂੰ ਪਤਾ ਯੂਨਿਟ ਵੈਕਟਰ ਨਾਲ ਦਿੰਨੇ ਆਪਾਂ। ਮੈਗਨੀਟਿਊਡ ਕੀ ਆਏਗਾ 1/4 ਪਾਈ ਐਪਸਿਲਨ ਨੋਟ, ਤੇ ਮੈਗਨੀਟਿਊਡ ਲਈ ਇੱਥੇ ਆਏਗਾ ਉੱਪਰ ਚਾਰजेस Q1 into Q2, ਬਿਲਕੁਲ ਸੌਖਾ ਹੈ, ਇਹ 'ਚ ਤਾਂ ਕੋਈ ਡਾਊਟ ਹੀ ਨਹੀਂ ਹੈ। डिस्टेंस केड़ा लवांगा, डिस्टेंस मैं चाहे R2 माइनस R1 लवां, चाहे R1 माइनस R2, एक ही गल ही है, पर मैं जानबूझ के R2 माइनस R1 ले रहा क्योंकि ਇਹਦੀ ਅੱਗੇ ਮੈਨੂੰ ਡਾਇਰੈਕਸ਼ਨ 'ਚ ਵੀ ਲੋੜ ਪਏਗੀ ਨਾ। ਤਾਂ ਮੈਂ ਇੱਥੇ ਲਿਖ ਦਿੰਦਾ ਵਾ R2 ਵੈਕਟਰ ਮਾਈਨਸ R1 ਵੈਕਟਰ ਦੇ ਮੈਗਨੀਟਿਊਡ ਦਾ ਸਕੁਅਰ, ਕਿਉਂਕਿ ਇਹਦੇ ਮੈਗਨੀਟਿਊਡ ਨਾਲ ਇਹਦਾ ਡਿਸਟੈਂਸ ਮਿਲੇਗਾ ਆਪਾਂ ਨੂੰ, ਆ ਰੈਡ ਵਾਲਾ ਡਿਸਟੈਂਸ ਇਹਨਾਂ ਵਿੱਚ, ਤੇ ਡਿਸਟੈਂਸ ਦਾ ਸਕੁਅਰ ਆਂਦਾ ਹੈ, ਆਹੀ ਤਾਂ ਹੁੰਦਾ ਨਾ ਮੈਗਨੀਟਿਊਡ। ਦੇਖੋ ਖਤਮ ਹੋ ਗਿਆ ਨਾ ਮੈਗਨੀਟਿਊਡ ਪੂਰਾ। ਹੁਣ ਡਾਇਰੈਕਸ਼ਨ ਲਿਖਣੀ ਹੈ, ਤੇ ਡਾਇਰੈਕਸ਼ਨ ਜਿਹੜੀ ਹੁੰਦੀ ਹੈ, ਡਾਇਰੈਕਸ਼ਨ ਕਿਹਦੇ ਨਾਲ ਦੱਸਦੇ ਆ ਆਪਾਂ, ਦੱਸੋ। यूनिट वेक्टर। यूनिट वेक्टर ਹੁਣ F21 ਦੀ ਡਾਇਰੈਕਸ਼ਨ 'ਚ ਇਧਰ ਨੂੰ ਯੂਨਿਟ ਵੈਕਟਰ ਚਾਹੀਦਾ ਮੈਨੂੰ। F21 ਦੇ ਬਾਰੇ ਤਾਂ ਕੁਝ ਪਤਾ ਹੀ ਨਹੀਂ ਮੈਨੂੰ, ਮੈਂ ਤਾਂ ਪਤਾ ਕਰ ਰਿਹਾ ਭਲੇ, ਤਾਂ ਮੈਂ ਇੱਥੋਂ ਪਤਾ ਕਰ ਸਕਦਾ ਨਾ ਇਸ ਡਾਇਰੈਕਸ਼ਨ 'ਚ ਯੂਨਿਟ ਵੈਕਟਰ ਕਿ ਨਹੀਂ। ਤੇ ਯੂਨਿਟ ਵੈਕਟਰ ਕਿਵੇਂ ਆਏਗਾ, ਇਸ ਡਾਇਰੈਕਸ਼ਨ 'ਚ ਕੋਈ ਇੱਕ ਵੈਕਟਰ ਤਾਂ ਹੈ ਨਾ ਆਪਣੇ ਕੋਲ R2 ਮਾਈਨਸ R1, ਤਾਂ ਮੈਂ ਉਹੀ ਵੈਕਟਰ ਲਿਖ ਦੂੰਗਾ R2 ਵੈਕਟਰ ਮਾਈਨਸ R1 ਵੈਕਟਰ in bracket not mod divided by R2 vector minus R1 vector in mod, यानी कि वेक्टर ਤੇ ਉਹਦਾ ਮੈਗਨੀਟਿਊਡ ਨਾਲ ਡਿਵਾਈਡ ਕਰਤਾ ਬਸ। ਤਾਂ ਆ ਆਪਣੇ ਕੋਲ ਜਿਹੜਾ ਆਇਆ ਇਹ ਵਾਲਾ, ਇਹ ਕੀ ਹੈ, ਡਾਇਰੈਕਸ਼ਨ ਹੈ, ਯੂਨਿਟ ਵੈਕਟਰ। ਇਹਨੂੰ ਹੋਰ ਕਲੈਕਟਿਵਲੀ ਲਿਖਿਆ ਜਾਵੇ ਤਾਂ 1/4 ਪਾਈ ਐਪਸਿਲਨ ਨੋਟ Q1 Q2 ਡਿਵਾਈਡ ਬਾय ਇਹ ਬਣ ਜਾਊਗਾ R2 ਵੈਕਟਰ ਮਾਈਨਸ R1 ਵੈਕਟਰ ਦੇ ਮੋਡ ਦਾ ਕਿਊਬ ਹੋ ਜਾਂਦਾ ਇੱਥੇ, ਤੇ ਇੱਥੇ ਵੈਕਟਰ ਆ ਜਾਂਦਾ ਨਾਲ ਇਸ ਤਰ੍ਹਾਂ ਬ੍ਰੈਕਟ 'ਚ F21, ਤੇ ਇਸੇ ਨੂੰ ਬੋਲਦੇ ਨੇ ਕੂਲਮਸ ਲਾ ਇਨ ਵੈਕਟਰ ਫਾਰਮ। ਇਹਦੇ 'ਚ ਅਸੀਂ ਇਹਦਾ ਹੁਣ ਇਹ 'ਚ ਕਿਊਬ ਆ ਕੇ ਬੱਚੇ ਕਨਫਿਊਜ਼ ਹੋ ਜਾਂਦੇ, ਬੱਚੇ ਕਹਿੰਦੇ ਲੈ ਸਕੁਅਰ ਹੁੰਦਾ ਸੀ ਕਿਊਬ ਆ ਗਿਆ, ਨਹੀਂ ਨਹੀਂ, ਇਹ ਕਿਊਬ ਨਹੀਂ ਸਕੁਅਰ ਹੀ ਹੈ। ਇਹ ਕਿਊਬ ਤਾਂ ਆਇਆ ਕਿ ਯੂਨਿਟ ਵੈਕਟਰ ਲਿਖ ਰਹੇ ਸੀ ਤੁਸੀਂ, ਤਾਂ ਯੂਨਿਟ ਵੈਕਟਰ ਵਾਲਾ ਇੱਕ ਮੋਡ ਇਹਦੇ ਅੰਦਰ ਲਿਆ ਕੇ ਲਿਖਤਾ ਤੁਸੀਂ, ਨਹੀਂ ਤਾਂ ਵੱਖਰਾ ਵੱਖਰਾ ਰੱਖੋ ਤਾਂ ਸਕੁਅਰ ਹੀ ਹੈ, ਮੈਗਨੀਟਿਊਡ ਦਾ ਸਕੁਅਰ ਹੀ ਹੈ। ਸੋ ਆ ਆਪਣਾ ਪੂਰਾ ਓਵਰਆਲ ਫਾਰਮੂਲਾ ਬਣਦਾ ਹੈ, ਤੇ ਕਿਊਬ ਨੀਚੇ ਆਇਆ, ਇੱਥੇ ਉੱਪਰ ਆ ਵੈਕਟਰ ਵੀ ਤਾਂ ਹੈ ਨਾ, ਇਹਦਾ ਮੈਗਨੀਟਿਊਡ ਕੈਂਸਲ ਹੀ ਹੋ ਜਾਏਗਾ, ਮੁੜ ਕੇ ਇੱਥੇ ਸਕੁਅਰ ਹੀ ਰਹੇਗਾ ਜੇ ਮੈਗਨੀਟਿਊਡ ਕਰੋਗੇ ਤਾਂ। ਇਸੇ ਤਰ੍ਹਾਂ ਸਿਮਿਲਰਲੀ ਪੂਰਾ ਲਿਖਣ ਦੀ ਲੋੜ ਨਹੀਂ ਹੈ, F21 ਤੋਂ ਬਾਅਦ F12 ਨੂੰ, ਜੇ ਤੁਸੀਂ F12 ਲਿਖੋਗੇ ਤਾਂ ਫੋਰਸ ਉਧਰ ਨੂੰ ਆਏਗਾ ਨਾ, ਤਾਂ ਤੁਸੀਂ ਗ੍ਰੀਨ ਵਾਲਾ ਵੈਕਟਰ ਲਓਗੇ ਨਾ ਫਿਰ ਡਾਇਰੈਕਸ਼ਨ ਦੱਸਣ ਲਈ, ਫਿਰ ਇੱਥੇ ਕੀ ਆਏਗਾ, ਇੱਥੇ R1 ਮਾਈਨਸ R2 ਆ ਜਾਏਗਾ, ਇੱਥੇ Q1 Q2 ਹੀ ਰਹੇਗਾ, ਇੱਥੇ R1 ਵੈਕਟਰ ਮਾਈਨਸ R2 ਵੈਕਟਰ ਦੇ ਮੋਡ ਦਾ ਕਿਊਬ ਹੋਏਗਾ, ਇੱਥੇ 1/4 ਪਾਈ ਐਪਸਿਲਨ ਨੋਟ ਹੀ ਹੋਏਗਾ। ਸੋ ਕੋਈ ਫਰਕ ਨਹੀਂ ਹੈ, ਬਸ ਇੱਥੋਂ ਯਾਦ ਰੱਖਣ ਦਾ ਇੱਕ ਤਰੀਕਾ ਹੈ, ਨੋਟੇਸ਼ਨ ਤੁਹਾਨੂੰ ਯਾਦ ਕਰਵਾਈ ਦਿੱਤੀਆਂ ਨੇ ਕਿ F21 ਜਿਹੜਾ ਆ ਉਹਦੇ ਲਈ R2 ਪਹਿਲਾਂ R1 ਬਾਅਦ ਚ ਆਉਂਦਾ ਆ, ਤੇ F12 ਲਈ 1 ਪਹਿਲਾਂ ਤੇ 2 ਬਾਅਦ ਚ ਆਉਂਦਾ, ਉਸੇ ਸੀਕੁਐਂਸ ਹੁੰਦਾ ਹੈ ਬਿਲਕੁਲ। ਤੇ ਇਹ ਬਸ ਯਾਦ ਰੱਖਣ ਦਾ ਤਰੀਕਾ, ਤੇ ਇਹਨੂੰ ਕਹਿੰਦੇ ਆ ਕੂਲਮਸ ਲਾ ਇਨ ਵੈਕਟਰ ਫਾਰਮ। ਇਹਦੀ ਵੀ ਇੰਪੋਰਟੈਂਸ ਹੈ, ਇਹਦੇ ਵੀ ਨਾਲ ਦੀ ਇਹਦੀ ਐਪਲੀਕੇਸ਼ਨ ਹੈ, ਉਹ ਮੈਂ ਅਗਲੇ ਲੈਕਚਰ ਚ ਸ਼ੁਰੂ ਕਰੂੰਗਾ, ਇੱਥੋਂ ਹੀ ਸ਼ੁਰੂ ਕਰੂੰਗਾ, ਕੁਝ ਤੁਹਾਨੂੰ ਸੁਪਰਪੋਜੀਸ਼ਨ ਦੇ ਨਿਊਮੈਰੀਕਲਸ ਵਗੈਰਾ ਹੋਰ ਦੱਸੂਗਾ, ਤੇ ਫਿਰ ਆਪਾਂ ਐਡ ਕਰਾਂਗੇ ਨਾਲ ਇਲੈਕਟ੍ਰਿਕ ਫੀਲਡ ਦਾ ਕਨਸੈਪਟ। ਪਰ ਕੁਝ ਚੀਜ਼ਾਂ ਇਹਦੇ ਨਾਲ ਰਿਲੇਟਡ ਤੁਹਾਨੂੰ ਪਹਿਲਾਂ ਆਣੀ ਚਾਹੀਦੀਆਂ ਨੇ। ਇੱਕ ਅਸਾਈਨਮੈਂਟ ਤੁਹਾਨੂੰ ਮੈਂ ਦੇਵਾਂਗਾ, ਅੱਜ ਸ਼ਨੀਵਾਰ ਹੈ, ਹਾਂ ਅੱਜ ਸ਼ਨੀਵਾਰ ਹੈ, ਅੱਜ ਰਾਤ ਤੱਕ ਮੈਂ ਬਣਾ ਦੂੰਗਾ ਅਸਾਈਨਮੈਂਟ। ਉਹ ਅਸਾਈਨਮੈਂਟ ਤੁਸੀਂ ਕਰਨੀ ਹੈ ਸਾਰਿਆਂ ਨੇ, ਹੁਣ ਤੱਕ ਜੋ ਟੌਪਿਕ ਕੀਤੇ ਉਹਦੇ ਰਿਗਾਰਡਿੰਗ। ਫਿਲਹਾਲ ਤੁਸੀਂ ਸਾਰੇ ਲੈਕਚਰ ਦੇ ਨੋਟਸ ਜਿਹੜੇ ਪ੍ਰਿਪੇਅਰ ਕਰੋ, ਇਹਨੂੰ ਲਿਖੋ, ਇਹਦੇ ਬਾਰੇ ਕੋਈ ਪ੍ਰੋਬਲਮ ਹੋਵੇ ਤਾਂ ਪੁੱਛਿਓ ਮੈਨੂੰ ਅਗਲੇ ਲੈਕਚਰ 'ਚ। ਥੈਂਕ ਯੂ। थैंक यू सर। थैंक यू।